ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਕੀ ਸਾਹਿਬ ਅੱਜ ਜਿਹੜਾ ਹੈ ਨਾ ਆਪਾਂ ਲੈ ਤਾਂ ਭਗਤਾਂ ਦੀ ਬਣ ਰਹੇ ਹਾਂ, ਪਰ ਜਿਹੜਾ ਹੈਗਾ ਜਿਸ ਤਰ੍ਹਾਂ ਆਪਾਂ ਪਹਿਲਾਂ ਜਿਹੜੇ ਸੀਰੀਅਲ ਵਾਈਜ਼ ਲੈ ਰਹੇ ਸੀਗੇ ਉਹਦੇ ਤੋਂ ਹਟ ਕੇ ਜਿਹੜਾ ਹੈਗਾ ਕਬੀਰ ਜੀ ਦਾ ਇੱਕ ਸ਼ਬਦ ਜਿਹੜਾ ਹੈਗਾ ਉਹ ਲੈਣਾ ਚਾਹੁੰਦਾ ਹੈ ਮੈਂ, ਕਿਉਂਕਿ ਉਹ ਬਹੁਤ ਹਾਂਜੀ ਲੈ ਲਓ। ਹਾਂਜੀ ਉਹਦੇ 'ਚ ਬਹੁਤ ਜ਼ਰੂਰੀ ਜਿਹੜੀ ਹੈਗੀ ਸੇਧ ਮਿਲੀ ਹੈ, ਅਤੇ ਇਸ ਕਰਕੇ ਮੈਂ ਕਿਹਾ ਵੀ ਸੰਗਤ ਦੇ ਨਾਲ ਜਿਹੜੀ ਹੈਗੀ ਆ ਸਾਂਝਾ ਕੀਤਾ ਜਾਏ, ਕਿਉਂਕਿ ਪਤਾ ਨਹੀਂ ਫਿਰ ਬਿਲਕੁਲ ਹਾਂਜੀ ਭੁੱਲ ਜਾਈਏ। ਹਾਂ ਪਤਾ ਕੀ ਹੁੰਦਾ ਆ ਵਿੱਚ ਨਾਲ ਹੀ ਜੁੜਦਾ ਤੇ ਜੁੜ ਜਾਵੇ, ਮੁੜ ਕੇ ਕਈ ਵਾਰੀ ਚੀਜ਼ ਨਾ ਵਿੱਚ ਮਿਸ ਹੋ ਜਾਂਦੀ ਹੈ। ਹਾਂਜੀ 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 ਉਹਦੇ ਵਾਸਤੇ ਜਿਹੜਾ ਹੈਗਾ ਮੈਂ ਇਹ ਸ਼ਬਦ ਜਿਹੜਾ ਹੈਗਾ 1161 1161 ਕਬੀਰ ਜੀ ਦਾ ਸ਼ਬਦ ਹੈਗਾ, ਕਿਉਂ ਲੀਜੈ ਗੜ ਬੰਕਾ ਭਾਈ। ਇਹ ਬਸ 4 ਅੱਖਰ ਹੈਗੇ, 4-5 ਇਹਨਾਂ ਦੇ ਨਾਲ ਜਿਹੜਾ ਹੈਗਾ ਸ਼ੁਰੂ ਹੁੰਦਾ, ਕਿਉਂ ਲੀਜੈ ਗੜ ਬੰਕਾ ਭਾਈ। ਤੇ ਇਹ ਜਿਹੜਾ ਸ਼ਬਦ ਹੈਗਾ ਰਾਗ ਭੈਰੋ ਦੇ ਵਿੱਚ, ਮੇਰੇ ਖਿਆਲ ਰਾਗ ਭੈਰੋ ਦੇ ਵਿੱਚ ਹੈਗਾ। ਭੈਰੋ ਰਾਗ ਸਵੇਰ ਦਾ ਰਾਗ ਆ। ਕਿਉਂ ਲੀਜੇ ਗੜ ਬੰਕਾ ਪਾਈ, ਦੋਵਰ ਕੋਟ ਔਰ ਤੇਵਰ ਖਾਈ। ਕਹਿੰਦੇ ਜਿਹੜਾ ਗੜ ਹੈਗਾ ਬੰਕਾ ਕਹਿੰਦੇ ਆ ਵੀ ਬਹੁਤ ਹੀ ਮਜ਼ਬੂਤ, ਇਹਦੇ ਵਰਗਾ ਜਿਹੜਾ ਹੈਗਾ ਯੂਨਿਕ, ਕਹਿੰਦੇ ਬਹੁਤ ਹੀ ਮਜ਼ਬੂਤ ਗੜ ਹੈਗਾ। ਇਹ ਜਿਹੜਾ ਹੈਗਾ ਪਰਮਾਤਮਾ ਨੇ ਜਿਹੜਾ ਸਰੀਰ ਜਿਹੜਾ ਹੈਗਾ ਆਪਾਂ ਨੂੰ 5 ਤੱਤਾਂ ਦੀ ਰਚਨਾ ਸਰੀਰ ਦਿੱਤਾ ਹੈ ਆਪਾਂ ਨੂੰ, ਔਰ ਇੱਕ ਖੇਡ ਪਾਈ ਹੋਈ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ। ਕਹਿੰਦੇ ਇਹਨੂੰ ਜਿੱਤਣਾ ਹੈਗਾ। ਗੜ ਕਹਿੰਦੇ ਆ, ਗੜ ਕਿਉਂ ਕਹਿ ਰਹੇ ਮਹਾਰਾਜ? ਕਿਉਂਕਿ ਗੜ ਜਿਹੜਾ ਹੈਗਾ ਇਹਦੇ ਅੰਦਰ ਖਜ਼ਾਨਾ ਬਹੁਤ ਤਕੜਾ ਪਿਆ ਹੋਇਆ, ਇਹਦੇ ਅੰਦਰ ਨਾਮ ਦਾ ਖਜ਼ਾਨਾ ਪਿਆ ਆ, ਔਰ ਪਰਮੇਸ਼ਰ ਦੇ ਗੁਣ ਦੇ ਹੀਰੇ ਮੋਤੀ ਪਏ ਹੋਏ ਆ ਇਸ ਗੜ ਦੇ ਅੰਦਰ। ਔਰ ਇਸ ਦੇ ਅੰਦਰ, ਇਸ ਗੜ ਤੋਂ ਹੀ ਪਰਮਾਤਮਾ ਨੇ ਪ੍ਰਗਟ ਹੋਣਾ, ਇਸ ਗੜ ਦੇ ਵਿੱਚ ਹੀ। ਔਰ ਇਹ ਗੜ ਜਿਹੜਾ ਹੈਗਾ ਕਿਉਂ ਲੀਜੈ ਗੜ ਬੰਕਾ ਪਾਈ, ਕਿਉਂ ਲੀਜੈ ਕਹਿ ਰਹੇ, ਇਹਦਾ ਮਤਲਬ ਵੀ ਆਪਣੇ ਕੰਟਰੋਲ 'ਚ ਨਹੀਂ ਹੈਗਾ ਗੜ, ਇਹ ਲੈਣਾ ਹੈ ਆਪਾਂ ਨੇ। ਇਹ ਜਿਹੜਾ ਹੈਗਾ ਇਹ ਗੜ ਜਿਹੜਾ ਹੈਗਾ ਆਪਣੇ ਮਨ ਦੇ ਕੰਟਰੋਲ ਦੇ ਵਿੱਚ ਹੈਗਾ, ਔਰ ਮਨ ਜਿਹੜਾ ਹੈਗਾ ਉਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੇ ਥਰੂ ਜਿਹੜਾ ਹੈਗਾ ਮਾਇਆ ਦੇ ਕੰਟਰੋਲ ਦੇ ਵਿੱਚ ਹੈਗਾ। ਤੇ ਇਹ ਗੜ ਨੂੰ ਆਪਾਂ ਨੇ ਲੈਣਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਛਾਏ ਪਏ ਆ, ਕਬਜ਼ਾ ਆਪਣਾ ਘਰ ਹੈਗਾ, ਗੜ ਆਪਣਾ ਹੈਗਾ, ਔਰ ਇਹ ਜਿਹੜਾ ਹੈਗਾ ਕਬਜ਼ਾ ਇਹ ਜਮਾ ਕੇ ਬੈਠੇ ਹੋਏ ਆ। ਹੁਣ ਇਹ ਕਬਜ਼ੇ ਵਾਲੀ ਗੱਲ ਆ ਭਾਈ, ਤੇ ਦੇਖ ਲਓ ਕੋਈ ਜਿਹੜਾ ਹੈਗਾ ਸਦੀਆਂ ਤੋਂ ਕਬਜ਼ਾ ਜਮਾ ਕੇ ਬੈਠਾ ਹੋਏ ਤੇ ਸਡਨਲੀ ਆਪਾਂ ਜਾ ਕੇ ਕਹੀਏ ਵੀ ਕਾਗਜ਼ਾਂ 'ਚ ਤਾਂ ਮੇਰਾ ਨਾਮ ਬੋਲਦਾ ਹੈ, ਤੇ ਅਗਲਾ ਦਿੰਦਾ ਹੈ ਕਿਉਂ ਲੀਜੇ ਗੜ ਬੰਕਾ ਪਾਈ, ਦੋਵਰ ਕੋਟ ਔਰ ਤੇਵਰ ਖਾਈ। ਰਹਾਓ ਕਹਿੰਦੇ ਇਹ ਗੜ ਜਿਹੜਾ ਹੈਗਾ ਇਹਦੇ ਦੁਆਇਤ ਦਾ ਕਿਲਾ ਹੈਗਾ। ਦੁਆਇਤ ਦੀ ਜਿਹੜੀ ਹੈਗੀ ਇਹਦੀ ਜਿਹੜੀਆਂ ਦੀਵਾਰਾਂ ਹੈਗੀਆਂ, ਇਹ ਕਿਲਾ ਦੁਆਇਤ ਦਾ ਬਣਿਆ ਹੋਇਆ, ਡੁਐਲਿਟੀ ਜਿਹੜੀ ਹੈਗੀ ਟਰੈਪ ਹੈ, ਧੋਖਾ ਹੈਗਾ। ਔਰ ਤੇਵਰ ਖਾਈ ਕਹਿੰਦੇ, ਔਰ ਖਾਈ ਵੀ ਹੈਗੀ ਇਹਦੇ ਚਾਰੋਂ ਪਾਸੇ। ਅੱਗੇ ਗੜ ਜਿਹੜਾ ਹੁੰਦੇ ਸੀਗੇ, ਕਿਲੇ ਬਣਾਉਂਦੇ ਸੀ, ਉਹਦੇ ਚਾਰੋਂ ਪਾਸੇ ਖਾਈ ਕਰ ਦਿੰਦੇ ਸੀ, ਪਾਣੀ ਭਰ ਦਿੰਦੇ ਸੀ ਵੀ ਦੁਸ਼ਮਣ ਜਿਹੜਾ ਹੈਗਾ ਆ ਨਾ ਸਕੇ। ਤੇ ਹੁਣ ਕਹਿੰਦੇ ਇਹਦੇ 3 ਗੁਣੀ ਤਮੋ ਰਜੋ ਸਤੋ ਮਾਇਆ ਦੇ 3 ਗੁਣਾਂ ਦੀ ਖਾਈ ਹੈਗੀ ਆ। ਔਰ ਦੁਆਇਤ ਜਿਹੜੀ ਡੁਐਲਿਟੀ ਜਿਹੜੀ ਹੈਗੀ, ਜੋ ਕੁਛ ਵੀ ਜੋ ਦਿਸ ਰਿਹਾ ਹੈ ਪਦਾਰਥ ਆਕਾਰ ਜਿਹੜਾ ਹੈਗਾ, ਇਹਦੀ ਜਿਹੜਾ ਹੈਗਾ ਇਹ ਚੋਗਾ ਪਿਆ ਹੋਇਆ, ਇਹਦੀਆਂ ਕੰਧਾਂ ਹੈਗੀਆਂ। ਰਹਾਓ ਇੰਨਾ ਕੁ ਸਵਾਲ ਹੈਗਾ ਭਾਈ। ਕਿਉਂ ਲੀਜੇ ਗੜ ਬੰਕਾ ਪਾਈ, ਦੋਵਰ ਕੋਟ ਔਰ ਤੇਵਰ ਖਾਈ। ਰਹਾਓ ਆਹੀ ਗੇਮ ਹੈਗੀ, ਆਹੀ ਭਗਤੀ ਹੈਗੀ। ਬਸ ਬਈ ਚਾਰਜ ਲੈਣਾ ਹੈ ਆਪਾਂ ਨੇ, ਮਨ ਦੇ ਕੋਲੋਂ ਚਾਰਜ ਲੈਣਾ ਹੈ, ਬੁੱਧੀ ਨੂੰ ਚਾਰਜ ਦੇਣਾ ਹੈ। ਕਿਉਂ ਲੀਜੇ ਗੜ ਬੰਕਾ ਪਾਈ, ਦੋਵਰ ਕੋਟ ਔਰ ਤੇਵਰ ਖਾਈ। ਰਹਾਓ
5 25 मोह मद मत्सर आडी परबल माया। 5 25 कहते 5 काम क्रोध लोभ मोह हंकार। ये 5 हैगे भाई जिन्हां दे नाल लड़ना है। ये फौज है हुण अपोजिट। 25 25 25 कहते हैं 5 तत्त हैगे और उन्हां दे 5 तत्तां दे 5 गुण हैगे आ। उन्हां दी प्रकृतियां हैगियां तत्तां दियां, क्योंकि अपना शरीर 5 तत्तां दा बनिया है। कहते 25 प्रकृतियां हैगियां ਜਿਹੜੀਆਂ रुकावट पा रही हैं। 5 25 मोह ਕਹਿੰਦੇ ਆ। ਹੋਰ ਮੋਹ ਹੈਗਾ ਸਾਰਾ ਪਦਾਰਥਾਂ ਦੇ ਨਾਲ, ਆਕਾਰ ਦੇ ਨਾਲ, ਗੜ ਦੇ ਨਾਲ, ਸਾਰਾ ਦਾ ਸਾਰਾ ਜਿਹੜਾ ਪਰਿਵਾਰ ਦੇ ਨਾਲ ਇੰਨਾ ਮੋਹ ਹੈਗਾ। ਮਦ ਹੈਗਾ, ਮਦ ਕਹਿੰਦੇ ਹੰਕਾਰ। ਮਤਸਰ ਕਹਿੰਦੇ ਆ ਈਰਖਾ। ਆਡੀ ਪਰਬਲ ਮਾਇਆ। ਔਰ ਮਾਇਆ ਜਿਹੜੀ ਹੈ ਛਲ ਜਿਹੜਾ ਧੋਖਾ ਜਿਹੜਾ ਹੈਗਾ, ਇਹ ਸਾਰਾ ਦਾ ਸਾਰਾ ਧੋਖਾ ਹੈਗਾ। ਇਹ ਧੋਖਾ ਕਹਿੰਦੇ ਇਹ ਧੋਖੇ ਦੀ ਆੜ ਦੇ ਵਿੱਚ ਜਿਹੜਾ ਹੈਗਾ ਆ, ਇਹ ਸਾਰੀ ਜਿਹੜੀ ਆ ਮਾਇਆ ਕੰਮ ਕਰਦੀ ਆ। ਮਾਇਆ ਨੇ ਧੋਖਾ ਟਰੈਪ ਜੋ ਮਾਇਆ ਕੀ ਹੈਗੀ, ਮਾਇਆ ਜਿਹੜੀ ਹੈ ਜੋ ਨਹੀਂ ਹੈਗਾ, ਜੋ ਚੀਜ਼ ਨਹੀਂ ਹੈ ਉਹਨੂੰ ਆਪਾਂ ਸੱਚ ਮੰਨਿਆ ਹੋਇਆ। ਜਿਹੜੀ ਐਗਜ਼ਿਸਟੈਂਸ ਨਹੀਂ ਹੈ, 5 ਤੱਤਾਂ ਦੀ ਰਚਨਾ ਹੈਗੀ ਆ, ਬਸ ਤੱਤ ਹੈਗੇ ਆ। ਆਪਾਂ ਇਹਨੂੰ ਸਾਰਾ ਜੋ ਵੀ ਦਿਸ ਰਿਹਾ ਆ ਇਹਨੂੰ ਆਪਾਂ ਸੱਚ ਮੰਨਿਆ ਹੋਇਆ। ਜੋ ਨਹੀਂ ਦਿਸ ਰਿਹਾ, ਜੋ ਸੱਚ ਹੈਗਾ ਉਹਨੂੰ ਆਪਾਂ ਔਰ ਉਹ ਆਪਣੇ ਚੇਤੇ 'ਚ ਵੀ ਨਹੀਂ ਹੈਗਾ। ਆਹੀ ਜਿਹੜੀ ਹੈ ਆਡੀ ਕਹਿੰਦੇ, ਜਿਹਦੀ ਆੜ ਲੈ ਕੇ ਜਿਹੜੇ ਹੈਗੇ ਇਹ ਸਾਰੀ ਦੀ ਸਾਰੀ ਕਾਰਵਾਈ ਹੋ ਰਹੀ ਹੈ। ਇਹ ਸਾਰੀ ਦੀ ਸਾਰੀ ਗੇਮ ਜਿਹੜੀ ਹੈਗੀ ਮਾਇਆ ਦੀ ਆੜ ਦੇ ਵਿੱਚ ਹੋ ਰਹੀ ਹੈ। ਕੋਈ ਵੀ ਗੋਲੀ ਚਲਾਈ ਹੈ ਤੇ ਅਗਲੇ ਨੇ ਆੜ ਲੈ ਲਈ ਭਾਈ, ਖਾਈ ਖੋਦ ਲਈ। ਉਹ ਜਿਹੜਾ ਹੈਗਾ ਕਿਸੇ ਪਹਾੜ ਦੀ ਜਾਂ ਪਹਾੜੀ ਦੀ ਜਾਂ ਕਿਤੇ ਵੀ ਆੜ ਲੈ ਲਈ, ਗੋਲੀ ਲੱਗਦੀ ਨਹੀਂ ਆ। ਉਹ ਫੱਟ ਦੇਣੀ ਗੋਲੀ ਮਾਰ ਕੇ, ਚਲਾ ਕੇ ਜਿਹੜਾ ਹੈਗਾ ਫਿਰ ਆੜ ਦੇ ਵਿੱਚ ਹੋ ਜਾਂਦਾ। ਐਸੇ ਤਰੀਕੇ ਦੇ ਨਾਲ ਇਹ ਮਾਇਆ ਦੀ ਆੜ ਹੈਗੀ ਭਾਈ। ਪਰਬਲ ਬਹੁਤ ਤਾਕਤਵਰ ਮਾਇਆ ਦੀ ਆੜ ਹੈਗੀ। ਜਨ ਗਰੀਬ ਕੋ ਜ਼ੋਰ ਨਾ ਪਹੁੰਚੇ ਕਹਾਂ ਕਰੋ ਰਘੁਰਾਇਆ। ਕਬੀਰ ਜੀ ਕਹਿੰਦੇ ਭਾਈ ਮੇਰਾ ਤਾਂ ਜ਼ੋਰ ਨਹੀਂ ਚੱਲ ਰਿਹਾ ਭਾਈ। ਇੰਨਾ ਜ਼ਬਰਦਸਤ ਤੂੰ ਗੇਮ ਪਾਈ, ਇੰਨੇ ਜ਼ਬਰਦਸਤ ਆਪੋਜ਼ਿਟ ਟੀਮ ਹੈਗੀ ਆ ਤੇ ਮੇਰਾ ਜ਼ੋਰ ਨਹੀਂ ਚੱਲ ਰਿਹਾ। ਕਹਾਂ ਕਰੋ ਰਘੁਰਾਇਆ। ਹੇ ਮੇਰੇ ਮਾਲਕਾ ਮੈਂ ਕੀ ਕਰਾਂ, ਮੈਨੂੰ ਦੱਸ ਮੈਂ ਕੀ ਕਰਾਂ। ਮੈਂ ਕਿਸ ਤਰੀਕੇ ਦੇ ਨਾਲ ਇਹ ਖੇਡ ਖੇਡਾਂ ਕਿ ਆਹ ਮਨੁੱਖੀ ਜੂਨ ਜਿਹੜੀ ਮਿਲੀ ਹੈ ਮੈਨੂੰ, ਇਹਦੇ ਵਿੱਚ ਜਿਹੜਾ ਹੈਗਾ ਮੈਂ ਇਹ ਗੜ ਨੂੰ ਜਿੱਤ ਲਵਾਂ। 5 25 मोह मद मत्सर आडी परबल माया। जन गरीब को जोर ना पहुँचे कहाँ करो रघुराया। ਹੁਣ ਇੱਥੇ ਆਪਾਂ ਰੁਕਦੇ ਹਾਂ ਤੇ ਵਿਚਾਰ ਕਰਦੇ ਹਾਂ ਭਾਈ। ਹਾਂਜੀ ਵੀਰ ਜੀ। ਕਿਉਂ ਲੀਜੇ ਗੜ ਬੰਕਾ ਭਾਈ, ਦੋਵਰ ਕੋਟ ਔਰ ਤੇਵਰ ਖਾਈ ਰਹਾਓ। ਹਾਂਜੀ ਠੀਕ ਹੈ। ਨਜੀਬ ਸਾਹਿਬ ਇਹ ਕਹਿ ਰਹੇ ਨੇ ਕਿ ਇਹ ਕਬਜ਼ਾ ਕਿੱਦਾਂ ਲੈਣਾ? ਹਾਂ, ਕਬਜ਼ਾ ਕਿੱਦਾਂ ਲੈਣਾ। ਮਨ ਜਿਹੜਾ ਹੈਗਾ, ਮਨ ਜਿਹੜਾ ਹੈਗਾ ਉਹ ਤਾਂ ਸੁਣਦਾ ਹੀ ਨਹੀਂ ਕਿਸੇ ਦੀ ਗੱਲ। ਮਨ ਤਾਂ ਬਿਲਕੁਲ ਉਹ ਹੂ ਕੇਅਰਸ ਵਾਲੀ ਗੱਲ ਕਰਦਾ। ਕਹਿੰਦਾ ਉਹਨੂੰ ਨਹੀਂ ਕਿਸੇ ਦੀ ਫਿਕਰ। ਜੋ ਹੁੰਦਾ, ਜੋ ਉਹਨੂੰ ਚਾਹੀਦਾ ਉਹਨੇ ਲੈਣਾ ਬਸ। ਉਹਦੇ ਕੋਲੋਂ ਲੈਣਾ ਕਬਜ਼ਾ। ਠੀਕ ਹੈ ਨਿੱਜਰ ਸਾਹਿਬ। ਦੇਖੋ ਸਾਧ ਸੰਗਤ ਜੀ, ਇੱਥੇ ਆਪਾਂ ਗੱਲ ਨੂੰ ਵਿਚਾਰ ਕਰੀਏ। ਅਗਰ ਆਪ ਅੱਜ ਦੀ ਕਥਾ ਸਮਝਦੇ ਜੋ ਤੇ ਤੁਹਾਡੇ ਕਾਫੀ ਮਸਲੇ ਹੱਲ ਹੋ ਜਾਣੇ ਚਾਹੀਦੇ। ਆਪਾਂ ਦੇਖੀਏ ਨਿੱਜਰ ਸਾਹਿਬ। ਹਾਂਜੀ। ਆਪਾਂ ਬਹਿੰਦੇ ਆ ਤੇ ਕੀ ਇਹਦੇ ਲਈ ਅੰਦਰੋਂ ਕਮਾਂਡ ਕਿਹੜੀ ਆਉਂਦੀ ਹੈ? ਅੱਖਰ ਹੀ ਆਉਂਦਾ ਨਾ ਅੰਦਰੋਂ। ਖਾਣਾ ਵੀ ਖਾਂਦੇ ਆ ਤੇ ਕੀ ਹੁੰਦਾ? ਅੱਖਰ ਹੀ ਬੋਲਦਾ ਅੰਦਰੋਂ। ਆਪਾਂ ਸੋਚਦੇ ਵੀ ਕਿਹਦੇ ਨਾਲ? ਅੱਖਰਾਂ ਨਾਲ ਹੀ ਸੋਚਦੇ ਅੰਦਰ ਵਿਚਾਰਾਂ। ਮਤਲਬ ਕਿ A to Z ਜੋ ਵੀ ਆਪਾਂ ਕੰਮ ਕਰਦੇ ਆ, ਚੰਗਾ ਕਰਦੇ ਆ, ਬੁਰਾ ਕਰਦੇ ਆ, ਹੈ ਤੇ ਉਹਦੇ ਮਗਰ ਅੱਖਰ ਹੀ ਆ। ਵਿਚਾਰ ਕਹਿ ਲਓ। ਹਾਂ, ਵਿਚਾਰ ਕਰੀਏ। ਠੀਕ ਹੈ। ਜੇ ਤੇ ਸਾਧ ਸੰਗਤ ਜੀ ਤੁਸੀਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਲੜਨ ਜਾਓਗੇ ਨਾ, ਇਹ ਨਹੀਂ ਜੋ ਤੁਹਾਨੂੰ ਮਿਲਣੇ। ਕਿਉਂ ਨਹੀਂ ਮਿਲਣੇ? ਇਹ ਅਸਲ ਚ ਤੇ ਪਰਛਾਵੇਂ ਆ। ਇਹ ਅਸਲ ਚ ਤੇ ਇਹ ਜਸਟ ਉਹ ਇੱਕ ਮਤਲਬ ਚਿੱਤ ਦੇ ਡਿਸਪਲੇ ਦੇ ਉੱਤੇ ਪ੍ਰੋਗਰਾਮਿੰਗ ਹੋ ਗਈ ਹੈ ਬਸ। ਔਰ ਉਹ ਬਸ ਜਿਹੜੀ ਪ੍ਰੋਗਰਾਮਿੰਗ ਹੈਗੀ ਆ
ਉਹ ਬਸ ਉੱਥੇ ਜਦੋਂ ਸੁਰਤੀ ਪਹੁੰਚ ਜਾਂਦੀ ਹੈ ਤੇ ਫਿਰ ਉਹ ਪੁਰਾਣੀ ਗੱਡੀ ਚਾਲੂ ਹੋ ਜਾਂਦੀ ਹੈ। ਬਈ ਇਹ ਜੇਕਰ ਸੋਚੀਏ ਨਾ ਆਪਾਂ ਇਹਨਾਂ ਤੋਂ ਮੁਕਤ ਹੋਣਾ ਹੈ ਤੇ ਇਹਨਾਂ ਤੋਂ ਮੁਕਤ ਹੋਣ ਦਾ ਇਨਡਾਇਰੈਕਟ ਕੋਈ ਤਰੀਕਾ ਨਹੀਂ ਹੈ, ਇੱਕੋ ਹੀ ਤਰੀਕਾ ਹੈਗਾ। ਇਹ ਜਿਹੜਾ ਕੰਮ ਚੱਲਦਾ ਹੈ, ਆਪ ਜਸਟ ਦੇਖੋ, ਜਿਹੜਾ ਕੰਪਿਊਟਰ ਆ ਉਹਦੇ ਤੇ ਜਿਹੜੀ ਪ੍ਰੋਗਰਾਮਿੰਗ ਆ ਉਹ ਕੇਵਲ ਅੱਖਰ ਨੇ, ਉਹ ਅੱਖਰ ਹੀ ਕਮਾਂਡ ਕਰਦੀ ਹੈ ਮਸ਼ੀਨ ਨੂੰ ਕੀ ਕਰਨਾ ਹੈ ਜਾਂ ਨਹੀਂ ਕਰਨਾ ਹੈ। ਆਪਾਂ ਤੇ ਕੇਵਲ ਉਹਨੂੰ ਸ਼ੁਰੂਆਤ ਕਰਦੇ ਹਾਂ, ਬਾਕੀ ਕੰਪਿਊਟਰ ਜਿੰਨੀ ਵੀ ਪ੍ਰੋਸੈਸਿੰਗ ਕਰਦਾ ਵਾ ਕੇਵਲ ਅੱਖਰਾਂ ਦੇ ਨਾਲ ਹੀ ਕਰਦਾ। ਇਸੇ ਹੀ ਤਰ੍ਹਾਂ ਜਿਹੜਾ ਸਾਡਾ ਚਿੱਤ ਆ, ਦੇਖੋ ਚਿੱਤ 'ਚ ਦੋ ਕਿਸਮ ਦੇ ਵਿਚਾਰ ਚੱਲਦੇ ਨੇ, ਇੱਕ ਚਿੱਤ 'ਚ ਚੰਗੇ ਵਿਚਾਰ ਚੱਲਦੇ ਨੇ ਤੇ ਇੱਕ ਮੰਦੇ ਵਿਚਾਰ ਚੱਲਦੇ ਨੇ। ਇਹ ਨਹੀਂ ਕਿ ਚੰਗੇ ਚੱਲਦੇ ਆ ਤੇ ਬੜੀ ਵਧੀਆ ਗੱਲ ਆ, ਉਹ ਵੀ ਤੇ ਗੰਦੇ ਵਿਚਾਰ ਵੀ, ਦੋਨੋਂ ਹੀ ਮਲੀਨ ਚਿੱਤ ਦੀ ਨਿਸ਼ਾਨੀ ਹਨ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨੇਚਲ ਨਾਹੀ ਚੀਤ। ਹਾਂ, ਤੇ ਆਪਾਂ ਕਈ ਵਾਰੀ ਸੋਚਦੇ ਹਾਂ ਕਿ ਇੱਕ ਮੇਰੀ ਪਹਿਲਾਂ ਵੀ ਵਿਚਾਰ ਚੱਲੀ ਸੀ, ਇੱਕ ਵੀਰ ਕਹਿੰਦਾ ਕਿ ਵੀਰ ਜੀ ਵਿਚਾਰ ਬਦਲ ਗਏ ਨੇ। ਮੈਂ ਕਿਹਾ ਵੀਰੇ ਵਿਚਾਰ ਨਹੀਂ ਉਹ ਬਦਲਦੇ, ਵਿਚਾਰ ਹੁੰਦੇ ਨੇ ਤੇ ਜਾਂ ਵਿਚਾਰ ਨਹੀਂ ਹੁੰਦੇ ਨੇ। ਬਸ ਮੈਂ ਕਿਹਾ ਇਹ ਤੇ ਹੈ ਨਹੀਂ। ਉਹ ਕਹਿੰਦੇ ਆ ਕਿ ਸਾਧੂ ਸਹਿਜ ਸਮਾਧੀ ਬਲੀ, ਮਤਲਬ ਸਮਾਧੀ ਦਾ ਮਤਲਬ ਨਿਰਵਿਚਾਰ ਹੋ ਜਾਣਾ। ਹਾਂ, ਮਸ਼ੀਨ ਹੀ ਬੰਦ ਕਰ ਦੋ। ਇੱਕ ਸ਼ਾਇਰ ਨੇ ਲਿਖਿਆ ਹੈ, ਉਹ ਕਹਿੰਦਾ ਨਿਕਲ ਜਾ ਅਕਲ ਸੇ ਆਗੇ ਜੇ ਚਰਾਗੇ ਰਾਹ ਹੈ ਮੰਜ਼ਿਲ ਨਹੀਂ। ਹੁਣ ਕਹਿੰਦੇ ਆ ਕਿ ਜੇ ਚਿਰਾਗ ਜਿਹੜਾ ਤੇਰੀ ਅਕਲ ਆ ਇਹ ਕੇਵਲ ਰਾਹ ਦਾ ਦੀਪਕ ਆ। ਬਸ ਕਿਤੇ ਇਹਨੂੰ ਮੰਜ਼ਿਲ ਨਾ ਸਮਝ ਕੇ ਬਹਿ ਗਈ, ਪਰ ਜੇ ਤੂੰ ਮੰਜ਼ਿਲ ਸਮਝ ਲਿਆ ਨਾ ਤੇ ਮੁਸ਼ਕਲ ਹੋ ਜਾਏਗੀ, ਕਿਉਂਕਿ ਦੀਪਕ ਦੀ ਵਰਤੋਂ ਕਰਨੀ ਆ। ਅਕਲ ਦਾ ਮਤਲਬ ਗਿਆਨ ਹੈਗਾ, ਗਿਆਨ। ਹਾਂ, ਮਨ ਤੋਂ ਭਾਗੇ ਲੰਘਣਾ, ਗਿਆਨ ਦੀ ਇਸਤੇਮਾਲ ਕਰਨਾ ਹੈ। ਇਹ ਨਾ ਹੋਏ ਕਿ ਕਿਤਾਬਾਂ ਪੜ੍ਹ ਕੇ ਤੇ ਆਪਣੇ ਆਪ ਨੂੰ ਡਾਕਟਰ ਸਮਝ ਲਈਏ, ਨਹੀਂ ਡਾਕਟਰ ਬਣ ਗਏ। ਉਸ ਤੋਂ ਬਾਅਦ ਉਹ ਤੇ ਥਿਊਰੀ ਹੈ, ਪ੍ਰੈਕਟੀਕਲ ਮੁੜ ਕੇ ਕਰਨੇ ਪੈਣੇ ਆ। ਫਿਰ ਕੋਈ ਗਲਤ ਵੀ ਕਰਾਂਗੇ, ਕੋਈ ਸਹੀ ਵੀ ਕਰਾਂਗੇ। ਹੁਣ ਜਿਹੜਾ ਗੱਡੀ ਚਲਾਉਂਦਾ ਗਲਤੀ ਉਹ ਕਰਦਾ, ਉਹ ਚਲਾਉਂਦੇ ਆ ਨਾ, ਗਲਤ ਕੱਟ ਮਾਰੂਗਾ, ਸਹੀ ਕੱਟ ਮਾਰੂਗਾ। ਪਰ ਜਿੰਨੇ ਪਾਣੀ 'ਚ ਤੈਰਨਾ ਹੈ ਨਾ, ਉਹਨੂੰ ਪਾਣੀ 'ਚ ਪ੍ਰਵੇਸ਼ ਕਰਨਾ ਪਊਗਾ। ਜਿਹੜਾ ਸਿੱਖਣਾ ਚਾਹੁੰਦਾ ਉਹਨੂੰ 2-4 ਵਾਰੀ ਗੋਤੇ ਵੀ ਆਉਣੇ ਆ। ਇਹ ਨਹੀਂ ਕਿ ਬੰਦਾ ਪਹਿਲੇ ਦਿਨ ਹੀ ਤੈਰਨਾ ਸਿੱਖ ਜਾਂਦਾ ਹੈ, ਕਿਉਂਕਿ ਕੋਈ ਵੀ ਚੀਜ਼ ਆਪਾਂ ਕਰਦੇ ਆ ਉਹਦੇ ਲਈ ਸਾਨੂੰ ਅਭਿਆਸ ਕਰਨਾ ਪਊਗਾ। ਕਿਉਂਕਿ ਦੇਖੋ ਜਿਹੜੀ ਚੀਜ਼ ਸਾਡਾ ਸੁਭਾਅ ਬਣ ਗਈ ਆ, ਉਹਨੂੰ ਪੁੱਟ ਕੇ ਨਵੀਂ ਚੀਜ਼ ਲਾਉਣੀ ਆਸਾਨ ਨਹੀਂ ਆ। ਕਿ ਬਾਣੀ ਤੁਹਾਨੂੰ ਦੱਸੇਗੀ, ਅੱਜ ਦੱਸਣ ਦੇ ਦੇਈ, ਮੈਂ ਕੀ ਦੱਸਣਾ, ਨਿੱਜਰ ਸਾਹਿਬ ਨੇ ਆਲਰੇਡੀ ਐਕਸਪਲੇਨ ਕਰ ਦਿੱਤਾ ਹੈ। ਰਜੋ ਤਮੋ ਤੇ ਸਤੋ, ਇਹਨਾਂ 3 ਦੀਵਾਰਾਂ ਨੇ, ਇਹਦੇ ਵਿੱਚ ਸੁਰਤੀ ਨੇ ਬਾਹਰ ਆਉਣਾ ਵਾ। ਤੇ ਇਹ ਜਦੋਂ ਵੀ ਆਪਾਂ ਅੰਦਰ ਆਪਣੇ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਤੇ ਰਜੋਗੁਣੀ ਵਿਚਾਰ ਆ ਜਾਂਦੇ ਨੇ, ਜਾਂ ਸਤੋਗੁਣੀ ਵਿਚਾਰ ਆ ਜਾਂਦੇ ਆ, ਜਾਂ ਫਿਰ ਤਮੋਗੁਣੀ ਵਿਚਾਰ ਆ ਜਾਂਦੇ ਆ। ਇਹ ਵਿਚਾਰਾਂ ਦੇ ਵਿੱਚ ਹੀ ਸਾਡੀ ਜਿਹੜੀ ਸੁਰਤੀ ਗਵਾਚੀ ਰਹਿੰਦੀ ਹੈ, ਔਰ ਬੰਦੇ ਦਾ ਜੀਵਨ ਜਿਹੜਾ ਹੈ ਉਹ ਇਹਨਾਂ 3 ਤੱਤਾਂ ਦੇ ਵਿੱਚ ਹੀ ਗਵਾਚਿਆ ਜਾਂਦਾ ਹੈ। ਉਹਨੂੰ ਦੇਖੋ, ਮੁਕਤੀ ਦਾ ਮਤਲਬ ਇਹ ਹੁੰਦਾ ਹੈ ਕਿ ਜੇਕਰ ਮੱਛੀ ਦੇ ਲਾਗੇ ਭੁੱਖ ਪਈ ਹੋਵੇ ਤੇ ਮੱਛੀ ਨਾ ਖਾਵੇ, ਉਹ ਮੁਕਤ ਅਵਸਥਾ। ਬਿਲਕੁਲ। ਤੇ ਜੇ ਮੱਛੀ ਨੇ ਭਾਵੇਂ ਨਿੱਜਰ ਸਾਹਿਬ ਨਹੀਂ ਹੋ ਕੇ ਗਈ, ਭਾਵੇਂ ਗੰਡੋ ਏਦਾਂ ਹੀ ਖਾ ਲਿਆ, ਤੇ ਉਹ ਵੀ ਤੇ ਬੰਧਨ। ਹਾਂਜੀ, ਜਪ ਮਾਨ ਜੀ, ਮਾਈਕ ਬੰਦ ਕਰ ਦਿਓ। ਮੈਂ ਹੀ ਕਰਦਾ। ਹਾਂਜੀ ਨਿੱਜਰ ਸਾਹਿਬ, ਹੁਣ ਕਹਿੰਦੇ ਨੇ ਕਿ ਦੇਖੋ ਕਿ ਆਪਾਂ ਇਸ ਗੱਲ ਨੂੰ ਸਮਝਣਾ ਹੈ ਕਿ ਇਹ ਕੀ ਸਮਝਾ ਰਹੇ ਨੇ ਕਬੀਰ ਜੀ। ਕਹਿੰਦੇ ਕਿਉਂ ਲੀਜੇ ਗੜ ਬੰਕਾ ਭਾਈ। ਹੁਣ ਕਹਿੰਦੇ ਆ ਕਿ ਸਾਡੇ ਲਾਗੇ ਨਾ ਇੱਥੇ ਇੱਕ ਬੰਦੇ ਦਾ ਪਲਾਟ ਸੀ, ਉਹ ਬੰਦਾ ਬਾਹਰ ਚਲਾ ਗਿਆ। ਪੁਰਾਣੀ ਗੱਲ ਆ, ਇਤਿਹਾਸ ਵਾਲੀ ਗੱਲ ਕਿਹਨੇ ਪਾਈ। ਉਹ ਕਹਿੰਦੇ ਭਾਜੀ ਇੱਥੇ ਤੇ ਮੇਰਾ ਪਲਾਟ ਸੀ। ਉਹ ਭਾਈ ਕਹਿੰਦਾ ਹਾਂ, ਸਾਨੂੰ ਵੀ ਪਤਾ ਸੀ ਤੇਰਾ ਪਲਾਟ ਸੀ, ਹੁਣ ਸਾਡੇ ਮਕਾਨ ਦੇ ਥੱਲੇ ਆ ਗਿਆ। ਨਿੱਜਰ ਸਾਹਿਬ ਅੱਛਾ, ਕਹਿੰਦਾ ਆਹੋ ਥੱਲੇ ਦੱਬਿਆ ਗਿਆ, ਉਹ ਮਕਾਨ ਦੇ ਥੱਲੇ ਦੱਬਿਆ ਗਿਆ। ਤੋ ਕਹਿਣ ਤੋਂ ਭਾਵ ਆ, ਉਹ ਕਹਿੰਦੇ ਕਿ ਜਿਹੜਾ ਤੇਰਾ ਗੜ ਆ, ਇਹ ਗੜ ਕਿਲਾ, ਇਹ ਕਿਲੇ ਦੇ ਉੱਤੇ ਕਬਜ਼ਾ ਹੋ ਗਿਆ। ਹੁਣ ਆਪ ਜਸਟ ਸੋਚੋ ਕਿ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਵੀ ਉਹ ਕਬਜ਼ਾ, ਜਿਹਨੇ ਕਬਜ਼ਾ ਕੀਤਾ ਹੈ ਮਨ ਨੇ, ਉਹ ਉਹਦਾ ਹੀ ਹੁਕਮ ਮੰਨਦੀਆਂ ਨੇ। ਆਪ ਜਸਟ ਮੈਂ ਤੁਹਾਨੂੰ ਹੋਰ ਦੱਸਾਂ, ਆਪਣੇ ਗਰੁੱਪ 'ਚ ਇੱਕ ਸਾਧਕ ਆ, ਉਹ ਚਲੋ ਸਾਧਕ ਨੂੰ ਛੱਡ ਦਿਓ, ਮੈਂ ਹੋਰ ਕਿਹਦੀ ਗੱਲ ਕਰਦਾ।
ਇੱਥੇ ਨਾ ਇੱਕ ਪੇਪਰ ਮਿਲ ਲਿਆ ਅੰਮ੍ਰਿਤਸਰ ਦੇ ਵਿੱਚ, ਪਤਾ ਨਹੀਂ ਕੀ ਨਾਂ ਕੰਪਨੀ ਦਾ ਵਾ, ਵੱਡੀ ਮੈਂ ਵੀਡੀਓ ਪਾਈ ਸੀ ਉਹਦੀ। ਉਹ ਬੰਦੇ ਦੇ 2 ਮੁੰਡੇ ਹੋਏ, ਚਲੋ ਪੁੱਤਰ ਮੋਹ ਹੋਇਆ, ਦੇਣੇ ਵੀ ਸੀ, ਭਾਵੇਂ ਬਾਅਦ ਚ ਵੀ ਦੇ ਦਿੰਦਾ, ਦੇਣਾ ਹੀ ਸੀ। ਤੇ ਉਹਨੇ ਚਲੋ ਜੀ ਬੱਚਿਆਂ ਦੇ ਨਾਂ ਤੇ ਅੱਧੀ ਫਰਮ ਲਾ ਦਿੱਤੀ, 45% ਕਰਤੀ। ਮੁੜ ਕੇ ਕਰਦਿਆਂ ਬੱਚਿਆਂ ਨੇ ਕਿਹਾ ਨਹੀਂ ਪਾਪਾ ਸਾਨੂੰ ਹੋਰ ਚਾਹੀਦਾ। ਚਲੋ ਉਹਨੇ ਵਿਚਾਰੇ ਨੇ ਹੋਰ ਕਰਤਾ, ਪਤਾ ਨਹੀਂ 55-60% ਲਾ ਦਿੱਤੀ। ਫਿਰ ਉਹ ਕੀ ਹੋਇਆ, ਕਬਜ਼ਾ ਬਹੁਤ ਉਹਨਾਂ ਨੇ ਕਰ ਲਿਆ। ਫਿਰ ਬਾਪੂ ਨੂੰ ਉਹਨਾਂ ਕੱਢਤਾ ਫੈਕਟਰੀ ਚੋਂ। ਉਹਨਾਂ ਫਿਰ ਬਾਪੂ ਦੀ ਏਦਾਂ ਕਰਦਾ ਕਿ ਬਾਪੂ ਦੇ ਦਫ਼ਤਰ 'ਚ ਕੋਈ ਬੰਦਾ ਦੂਜਾ ਨਹੀਂ ਜਾਂਦਾ, ਹੁਣ ਕੋਈ ਪੁੱਛਣ ਨਹੀਂ ਜਾਂਦਾ, ਕੋਈ ਕੁਛ ਨਹੀਂ ਜਾਂਦਾ। ਬਾਪੂ ਫਿਰ ਹੀ ਫੈਕਟਰੀ ਜਾਂਦਾ ਸੀ। ਉਹ ਕਹਿੰਦੇ ਕਿ ਬੁੱਢਾ ਫੈਕਟਰੀ ਚ ਆਉਣੋਂ ਨਹੀਂ ਹਟਦਾ, ਇਹਦਾ ਪੱਕਾ ਹੱਲ ਕਰੀਏ। ਫਿਰ ਉਹਨਾਂ ਵਾਚਮੈਨ ਨੂੰ ਕਹਿਤਾ ਇਹਨੂੰ ਅੰਦਰ ਹੀ ਨਾ ਆਉਣ ਦਿਓ। ਤੇ ਉਹ ਕਹਿੰਦਾ ਮੈਂ ਕੀ ਕਰਾਂ, ਮੈਨੂੰ ਫੈਕਟਰੀ ਚ ਨਹੀਂ ਵੰਡ ਦਿੰਦੇ। ਉਹ ਜਿਹੜੇ ਨੌਕਰ ਸਨ, ਜਿਹੜੇ ਉਹਦੇ ਬੰਦੇ ਦੇ ਨਿਜਰ ਸਾਹਿਬ, ਹਾਂਜੀ ਹਾਂਜੀ, ਉਹ ਕਹਿੰਦੇ ਮਾਲਕ ਅਸੀਂ ਮਜਬੂਰ ਹਾਂ, ਹੁਣ ਤੁਸੀਂ ਸਾਡੇ ਮਾਲਕ ਜੋ, ਤੁਸੀਂ ਸਾਡੇ ਅੰਨਦਾਤਾ ਜੋ, ਪਰ ਜਿਹੜੇ ਛੋਟੇ ਮਾਲਕਾਂ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਇਹ ਬਜ਼ੁਰਗਾਂ ਨੂੰ ਅੰਦਰ ਨਹੀਂ ਆਉਣ ਦੇਣਾ। ਜਾਓ ਕਰੋ ਗੱਲ। ਆਪ ਜਸਟ ਸੋਚੋ ਕਿ ਬੱਚਿਆਂ ਦਾ ਕਬਜ਼ਾ ਕਿੱਡਾ ਤਗੜਾ ਵਾ, ਤੇ ਆਪ ਜਸਟ ਸੋਚੋ ਕਿ ਤੁਹਾਡੀਆਂ ਗਿਆਨ ਇੰਦਰੀਆਂ, ਤੁਹਾਡੀਆਂ ਕਰਮ ਇੰਦਰੀਆਂ ਤੇ ਕਬਜ਼ਾ ਕਰ ਲਿਆ ਅਗਲੇ ਨੇ। ਉਹ ਤੁਹਾਨੂੰ ਜਾਣ ਦਿੰਦਾ ਅੰਦਰ। ਤੁਸੀਂ ਕਹੋਗੇ ਭਗਤੀ ਕਰਨੀ ਹੈ, ਕਹਿੰਦਾ ਕਿਹੜੀ ਭਗਤੀ, ਕਿਉਂ ਕਰਨੀ ਹੈ ਤੂੰ ਭਗਤੀ? ਫਿਰ ਤੁਸੀਂ 2-4 ਮਿੰਟ ਵਾਹਿਗੁਰੂ ਵਾਹਿਗੁਰੂ ਕਿਹਾ, ਨਾਲ ਹੀ ਬਾਸੀਆਂ, ਤੁਹਾਨੂੰ ਬਾਸੀਆਂ ਆਈ ਜਾਣੀਆਂ, ਪਤਾ ਨਹੀਂ ਨੀਂਦ ਕਿੱਥੋਂ ਆ ਜਾਣੀਆਂ। ਫਿਰ ਇਹਨੇ ਕਹਿਣਾ ਕਿ ਤੂੰ ਇੱਥੇ ਭਗਤੀ ਤੇ ਬੈਠਾ, ਉਹ ਫਲਾਣਾ ਕੰਮ ਨਹੀਂ ਕਰਨਾ। ਬਿਲਕੁਲ। ਫਿਰ ਉਹ ਕਿੱਦਾਂ ਕਰੇਂਗੇ ਤੁਸੀਂ? ਆਮ ਬੰਦਾ ਕਹਿੰਦਾ ਨਾ ਕਿ ਮੈਂ ਖੁਦ ਮਾਲਕ ਆ, ਆਪ ਮਾਲਕ ਕਿੱਥੇ ਜੋ, ਆਪ ਤੇ ਇੱਕ ਗੁਲਾਮ ਜੋ। ਇਹਦੇ ਮਨ ਦੇ ਖਿਲਾਫ ਬਰਖਲਾਫ ਜਾ ਕੇ ਵੇਖੋ। ਤੁਸੀਂ ਇਹ ਕਵੇ ਤੁਹਾਨੂੰ ਕਿ ਫਲਾਣਾ ਕੰਮ ਕਰਨਾ, ਤੇ ਜੇ ਤੁਸੀਂ ਪਿਓ ਦੇ ਪੁੱਤ ਜੋ ਤੇ ਉਹ ਨਾ ਕਰਿਓ। ਜੀ ਸਾਹਿਬ, ਮੈਂ ਤਾਂ ਕਹਿੰਦਾ ਗੋਰਖੀ ਸਾਹਿਬ ਬਈ ਇਹਨੂੰ ਇੰਨਾ ਕੁ ਕਹਿ ਕੇ ਦੇਖ ਲਓ ਵੀ ਮੈਂ ਹੁਣ ਸੌਣਾ ਆ, ਮੈਂ ਸੌਣਾ ਆ ਹੁਣ, ਬਸ ਇਹਨੂੰ ਕਹਿ ਦੋ ਵੀ ਮੈਂ ਸੌਣਾ ਆ, ਤੇ ਦੇਖ ਲਓ ਤੁਹਾਨੂੰ ਸੌਣ ਦਿੰਦਾ। ਇਹਨੂੰ ਕਹੋ ਕਿ ਔਰ ਰਸਗੁੱਲੇ ਪਏ ਆ ਫਰਿੱਜ 'ਚ, ਇਹਨੂੰ ਕਹੋ ਮੈਂ ਨਹੀਂ ਖਾਣੇ। ਪਹਿਲਾਂ ਦਿਖਾ, ਇਹ ਨਾ ਕਿ ਨਹੀਂ ਵੇਖੇ, ਇਹਨੂੰ ਦਿਖਾਓ ਪਹਿਲਾਂ ਕਿ ਇੱਥੇ ਰਸਗੁੱਲੇ ਪਏ। ਇਹਨੇ ਕਹਿਣਾ ਖਾਣੇ ਆਪਾਂ, ਤੁਸੀਂ ਕਹੋ ਹੁਣ ਨਹੀਂ ਖਾਣੇ, ਮੇਰਾ ਮਨ ਨਹੀਂ ਕਰਦਾ। ਇਹਨੇ ਕਹਿਣਾ ਮਾਲ ਤੇਰਾ ਮਨ ਨਹੀਂ ਕਰਦਾ, ਤੂੰ ਕੌਣ ਹੁੰਦਾ, ਚੱਲ ਚੁੱਕ। ਤੁਸੀਂ ਕਹਿਣਾ ਮੈਨੂੰ ਜੀ ਸ਼ੂਗਰ ਹੈਗੀ ਆ। ਉਹ ਕਹਿੰਦਾ ਸ਼ੂਗਰ ਦੀ ਕਿਹੜੀ ਗੱਲ ਹੈ, ਤੂੰ ਗੋਲੀ ਖਾ ਲੈਣ ਨਾਲ 2 ਖਾ ਲਈ। ਦੇਖੋ ਸਾਨੂੰ ਸਲਾਮ ਆਪ ਜਸਟ ਸੋਚੋ, ਕੁਛ ਕੰਮ ਜਿਹੜਾ ਇਹਦੇ ਬਰਖਲਾਫ ਕਰਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜੂਗਾ ਮਾਲਕ ਤੁਸੀਂ ਜੋ ਕਿ ਇਹ ਵਾ। ਮਨ ਮਾਲਕ ਆ, ਪੂਰਾ ਮਾਲ। ਤਾਂ ਹੀ ਤੂੰ ਬਾਣੀ ਕਹਿੰਦੀ ਮਨ ਮਾਨਾ ਤੇ ਹਰ ਜਾਣਾ। ਤੇ ਮਨ ਨੇ ਮੰਨ ਜਾਣਾ ਪਤਾ ਕਿੱਥੇ? ਸੰਗਤ ਦੇ ਵਿੱਚ। ਸੰਗਤ ਦੇ ਵਿੱਚ ਫਿਰ ਇਹਨੂੰ ਹੌਲੀ ਹੌਲੀ ਫਿਰ ਇਹਨੂੰ ਸੋਝੀ ਆਉਂਦੀ ਆ। ਫਿਰ ਕੀ ਕਰਦਾ ਹੈ? ਮਲੀਨ ਕੱਪੜੇ ਲਾ ਦਿੰਦਾ ਤੇ ਚੰਗੇ ਕੱਪੜੇ ਪਾ ਲੈਂਦਾ। ਇੰਨਾ ਹੀ ਤੇ ਕੰਮ ਹੈ। ਤੋ ਇਹ ਆਪਾਂ ਇੱਥੇ ਕਹਿ ਰਹੇ ਨੇ ਕਿ ਕਿਲੇ ਤੇ ਕਬਜ਼ਾ ਕਰਨਾ ਹੈ। ਆਪਾਂ ਮਕਾਨ ਤੇ, ਪਹਿਲੀ ਗੱਲ ਤੇ ਆਪਣੇ ਮਕਾਨ ਤੇ ਕਿਸੇ ਨੇ ਕਬਜ਼ਾ ਕਰ ਲਿਆ। ਪਹਿਲੀ ਗੱਲ ਤੇ ਕਿਰਾਇਆ ਦਿੰਦਾ ਸੀ, ਹੁਣ ਉਹ ਕਿਰਾਇਆ ਵੀ ਨਹੀਂ ਦਿੰਦਾ। 8-10 ਸਾਲ ਹੋ ਗਏ, ਮਾਲਕ ਬਣ ਗਿਆ। ਧੋਕੇ ਮਾਰਦਾ ਅੱਗੋਂ, ਕਹਿੰਦਾ ਜਾਓ ਪੁਲਿਸ ਕੋ, ਕਿੱਥੇ ਜਾਣਾ? ਉੱਡ ਜਾਣਾ, ਚੱਲ ਜਾ ਜਿੱਥੇ ਮਰਜ਼ੀ ਜਾਣਾ। ਗੁਰਦੁਆਰੇ ਵੀ ਪੈਲੀ ਦੀ ਮੇਰੇ ਨਾਂ ਤੇ। ਹਾਂਜੀ, ਐਟਲੀਸਟ ਆਪਾਂ ਨੂੰ ਇੰਨਾ ਪਤਾ ਤਾਂ ਹੋਏ ਨਾ ਗੋਰਖੀ ਸਾਹਿਬ ਵੀ ਮੇਰੇ ਮਕਾਨ ਤੇ ਕਿਸੇ ਨੇ ਕਬਜ਼ਾ ਕੀਤਾ ਹੋਇਆ। ਆਪਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੈ, ਆਪਾਂ ਤਾਂ ਖੁਸ਼ ਆ। ਉਹ ਤੇ ਭਾਜੀ ਉਹ ਤੇ ਹੈਲਪਿੰਗ ਹੈਂਡ ਬਣ ਕੇ ਬੈਠਾ, ਤੇ ਅਸੀਂ ਸੋਚਦੇ ਹਾਂ ਕਿ ਬੜਾ ਵਧੀਆ ਕੰਮ ਚੱਲਣ ਦਿਆ, ਤੇ ਇਹ ਤੇ ਪਤਾ ਹੀ ਨਹੀਂ ਕਿ ਸਾਡੇ ਕਿਲੇ ਤੇ ਕਬਜ਼ਾ ਹੈ। ਇਹ ਤੇ ਕਬੀਰ ਸਾਹਿਬ ਜੀ ਸਮਝਾਉਂਦੇ ਨੇ ਸਾਨੂੰ। ਬੰਦੇ ਨੂੰ ਥੋੜੀ ਪਤਾ ਕਿ ਮੈਂ ਕਬਜ਼ੇ 'ਚ ਆ। ਉਹ ਬੰਦਾ ਤੇ ਕਹਿੰਦੇ ਰਿਸ਼ਵਤ ਦੇ ਪੈਸੇ ਚੁੱਕ ਕੇ ਲਿਆਓ ਘਰੇ, ਕਿੱਡੇ ਵਧੀਆ ਪੈਸੇ, ਵੇਖ ਮੈਂ ਕੀ ਕੁਝ ਕਰ ਲਿਆ। ਤੇ ਉਹ ਬਾਣੀ ਤੇ ਕਹਿੰਦੀ ਹੈ ਕਿ ਸਹੀ ਨਹੀਂ ਹੈ, ਇਹ ਕਾਹਨੂੰ ਲਈ ਆਉਂਦੇ ਆ, ਇਹ ਕੂੜ ਹੈਗਾ ਹੀ, ਇਹ ਚ ਚੁੱਕੀ ਆਉਂਦੇ ਆ। ਠੀਕ ਹੈ, ਇੱਥੇ ਕਹਿੰਦੇ ਨੇ ਕਿ ਕਿਲੇ ਤੇ ਕਬਜ਼ਾ ਹੋ ਚੁੱਕਿਆ ਵਾ। ਹੁਣ ਅਗਲੀ ਤੁਕ ਬੋਲੇ ਨੇ ਜੈਸਾ ਦੋਵਰ ਕੋਟ ਔਰ ਤੇਵਰ ਖਾਈ, ਇਹ ਵੀ ਹੋ ਗਿਆ। द्वैत ਦਾ ਹੋ ਗਿਆ। 5-25 ਮੋਹ ਮਦ ਮਤਸਰ ਆੜੀ ਪਰਬਲ ਮਾਇਆ। ਕਹਿੰਦੇ 5 ਜਿਹੜੇ ਹੈਗੇ ਇਹਦੇ ਯੋਧੇ ਹੈਗੇ, 5 ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ 25 ਜਿਹੜੇ ਹੈਗੇ ਇਹ ਜਿਹੜਾ ਹੈਗਾ ਇਹ
ਤੱਤ ਬਣੇ, 5 ਤੱਤ ਜਿਹੜੇ ਹੈਗੇ ਉਹਨਾਂ ਦੀਆਂ 5 ਪ੍ਰਕਿਰਤੀਆਂ ਹੈ, 25 ਪ੍ਰਕਿਰਤੀਆਂ ਹੈਗੀਆਂ ਤੱਤਾਂ ਦੀਆਂ, ਕਿਉਂਕਿ ਇਹ ਤੱਤ ਜਿਹੜੇ ਆਪਣਾ ਸਰੀਰ 5 ਤੱਤਾਂ ਦਾ ਬਣਿਆ ਹੋਇਆ। ਔਰ ਤੱਤਾਂ ਦਾ ਨੇਚਰ ਹੈਗਾ ਅਲੱਗ-ਅਲੱਗ ਟਾਈਪ ਦਾ ਨੇਚਰ ਹੈ, ਮੋਟਾ 5 ਜਿਹੜੀਆਂ ਪ੍ਰਕਿਰਤੀਆਂ ਹੈਗੀਆਂ ਨੇਚਰ ਹੈਗਾ ਤੱਤਾਂ ਦਾ, ਤੇ ਉਹ ਤੱਤ ਆਪਣਾ ਪ੍ਰਭਾਵ ਪਾਈ ਜਾ ਰਹੇ ਆ। 5 25 ਮੋਹ ਮਦ ਮਤਸਰ, ਤੇ ਮੋਹ ਹੈਗਾ ਪਦਾਰਥਾਂ ਦੇ ਨਾਲ, ਆਕਾਰ ਦੇ ਨਾਲ, ਇਹ ਝੂਠ ਦੇ ਨਾਲ, ਤੇ ਮਦ ਕਹਿੰਦੇ ਹੰਕਾਰ ਹੈਗਾ, ਤੇ ਮਤਸਰ ਕਹਿੰਦੇ ਈਰਖਾ ਵੀ ਹੈਗੀ ਦੂਸਰੇ ਦੇ ਨਾਲ, ਬਈ ਮੇਰੇ ਘਰ 'ਚ ਬਿਜਲੀ ਆਏ ਨਾ ਆਏ ਗੁਆਂਢੀ ਦੇ ਨਹੀਂ ਆਉਣੀ ਚਾਹੀਦੀ, ਬਸ ਇਹੀ ਜੀ ਈਰਖਾ ਹੈਗੀ। ਤੇ ਆਡੀ ਪਰਬਲ ਮਾਇਆ, ਔਰ ਮਾਇਆ ਜਿਹੜੀ ਧੋਖਾ ਜਿਹੜਾ ਹੈਗਾ, ਝੂਠ ਜਿਹੜਾ ਹੈਗਾ, ਇਹ ਜਿਹੜਾ ਹੈਗਾ ਇਹ ਆੜ ਹੈ, ਇਹਦੀ ਆੜ ਲੈ ਕੇ ਔਰ ਸਾਰੀ ਦੀ ਸਾਰੀ ਜਿਹੜੀ ਹੈਗੀ ਇਹ ਗੇਮ ਚੱਲ ਰਹੀ ਹੈ। ਅਪੋਜ਼ਿਟ ਟੀਮ ਜਿਹੜੀ ਆ ਉਹਦੇ ਕੋਲ ਸ਼ੈਲਟਰ ਵੀ ਬਹੁਤ ਵਧੀਆ ਹੈਗਾ, ਮਾਇਆ ਦਾ ਝੂਠ ਦਾ ਸ਼ੈਲਟਰ ਹੈਗਾ ਉਹਦੇ ਕੋਲ। ਜਨ ਗਰੀਬ ਕੋ ਜ਼ੋਰ ਨਾ ਪਹੁੰਚੇ ਕਹਾਂ ਕਰੋ ਰਘੁਰਾਇਆ, ਹੇ ਮੇਰੇ ਮਾਲਕਾ ਮੇਰਾ ਜ਼ੋਰ ਨਹੀਂ ਪਹੁੰਚਦਾ ਇਹਨਾਂ ਦੇ ਅੱਗੇ, ਮੇਰਾ ਜ਼ੋਰ ਨਹੀਂ ਚੱਲਦਾ, ਮੈਂ ਕੀ ਕਰਾਂ ਮੈਨੂੰ ਦੱਸ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਉਹ ਇਹ ਨਹੀਂ ਕਹਿ ਰਹੇ ਕਿ ਮੈਂ ਕੰਟਰੋਲ ਕਰ ਲਿਆ ਜਾਂ ਮੈਂ ਇਹਨਾਂ ਨੂੰ ਜਿੱਤ ਲਿਆ। ਉਹ ਕਹਿੰਦੇ ਕਿ ਇਹ 5 ਜਿਹੜੀਆਂ ਨਾ 25, ਠੀਕ ਹੈ, ਤੇ ਇਹ ਕਹਿੰਦੇ ਆ ਕਿ ਪਰਬਲ ਮਾਇਆ, ਪਰਬਲ ਦਾ ਮਤਲਬ ਹੁੰਦਾ ਹੈ ਜਿਹੜੀ ਕਾਫੀ ਪਾਵਰਫੁਲ ਹੈ। ਬਿਲਕੁਲ। ਆਮ ਕੋਈ ਇੱਕ ਤੇ ਹੁੰਦਾ ਨਾ ਕਿ ਤੁਸੀਂ ਛੋਟੀ ਮੋਟੀ ਸ਼ਕਤੀ ਨੂੰ ਮਤਲਬ ਉਹਨੂੰ ਚੈਲੰਜ ਕਰ ਲਿਆ, ਬਹੁਤ ਬਲਵਾਨ ਮਾਇਆ। ਤੇ ਨਾਲ ਇਹ ਕੋਈ ਇੰਦਰੀਆਂ ਹੈਗੀਆਂ ਨੇ ਜਿਹੜੀਆਂ ਇਹਦੀ ਕਹਿਣਾ ਮੰਨਦੀਆਂ ਨੇ, ਇਹ ਜੋ ਕਹਿੰਦੀ ਆ ਬਹੁਤ ਛੇਤੀ ਉਹਦੀ ਗੱਲ ਸੁਣਦੀਆਂ। ਤੁਸੀਂ ਆਪ ਜਸਟ ਦੇਖੋ ਹੁਣ ਇਹ ਏਦਾਂ, ਪਤਾ ਕਿਉਂ ਆ? ਪਹਾੜ ਦੇ ਉੱਪਰ ਚੜ੍ਹਨਾ ਬੜਾ ਔਖਾ, ਜ਼ੋਰ ਲਾਉਣਾ ਪੈਣਾ ਹੈ, ਗ੍ਰੈਵਿਟੇਸ਼ਨ ਤੋਂ ਅਗੇਂਸਟ ਜਾ ਰਹੇ ਆ। ਥੱਲੇ ਉਤਰਨਾ ਤੇ ਬਹੁਤ ਆਸਾਨ ਹੈ। ਥੱਲੇ ਤੇ ਤੁਸੀਂ ਕੁਛ ਵੀ ਨਹੀਂ ਨਾ ਕੀਤਾ, ਤੁਸੀਂ ਸਾਈਕਲ ਨੂੰ ਮਾੜਾ ਜਿਹਾ ਛੱਡਤਾ ਤੇ ਆਪਣੇ ਆਪ ਹੀ ਰਿੜੀ ਜਾਣਾ ਨੇ। ਔਰ ਇੱਕ ਹੋਰ ਚੀਜ਼, ਜਦੋਂ ਸਾਈਕਲ ਰਿੜਦਾ ਨਾ, ਜਿਵੇਂ ਜਿਵੇਂ ਥੱਲੇ ਆਉਣਾ ਤਿਵੇਂ ਤਿਵੇਂ ਦੀ ਸਪੀਡ ਵਧਣੀ ਹੈ। ਨਿੱਜਰ ਸਾਹਿਬ ਬਿਲਕੁਲ, ਬਹੁਤ ਵਧੀਆ ਬਹੁਤ ਵਧੀਆ। ਤੇ ਉੱਪਰ ਜਿਵੇਂ ਜਿਵੇਂ ਤਾਂ ਜਾਣਾ ਹੋਰ ਜ਼ੋਰ ਲਾਉਣਾ ਪੈਣਾ, ਨਾਸਾਂ ਹੀ ਫੁੱਲ ਜਾਣੀਆਂ ਮੇਰੀਆਂ। ਵੈਸੇ ਵੀ 5-6 ਮਿੰਟ ਸਾਈਕਲ ਚਲਾ ਕੇ ਬਾਹਾਂ ਲੱਤਾਂ ਮੇਰੇ ਪਸੀਨੇ ਨਾਲ ਭਰ ਜਾਣੀਆਂ, ਤੇ ਮੈਂ ਸੋਚਣਾ ਛੱਡ ਕਿਹੜਾ ਚਰਜੀ ਕਿਹੜਾ ਜੱਬ ਪਾ ਲਿਆ। ਤੇ ਔਖਾ ਕੰਮ ਹੈ ਕਬੀਰ ਜੀ ਤਾਈਓ ਤੇ ਕਹਿੰਦੇ। ਇੱਕ ਜਿਹੜਾ ਗੋਰਖੀ ਸਾਹਿਬ, ਇੱਕ ਜਿਹੜੀ ਹੈ ਨਾ ਆਪਾਂ ਜਿਹੜੀ ਕਬੀਰ ਜੀ ਦਾ ਜਿਹੜਾ ਹੈਗਾ ਆਪਾਂ ਐਗਜ਼ਾਮਪਲ ਦਿੰਦੇ ਹੁੰਦੇ ਆ ਕਿ ਜਿਹੜਾ ਹੈਗਾ ਜੇ ਮਾਰਗ ਪੰਡਿਤ ਗਏ ਪਾਛੇ ਪੜੀ ਬਹੀਰ, ਇੱਕ ਔਗਟ ਘਾਟੀ ਰਾਮ ਕੀ ਤੇਹ ਚੜ੍ਹ ਰਹੇ ਹੋ ਕਬੀਰ। ਤੇ ਆਪਾਂ ਸੋਚਦੇ ਹਾਂ ਕਬੀਰ ਜੀ ਕਹਿੰਦੇ ਮੈਂ ਤਾਂ ਉਹਦੇ ਉੱਤੇ ਚੜ੍ਹ ਕੇ ਬੈਠ ਗਿਆ, ਨਾ ਨਾ ਨਾ, ਕਬੀਰ ਜੀ ਕਹਿੰਦੇ ਤੇਹ ਚੜ੍ਹ ਰਹੇ ਹੋ ਕਬੀਰ, ਕਹਿੰਦੇ ਮੈਂ ਤਾਂ ਬੜਾ ਔਖਾ ਬੜਾ ਮੁਸ਼ਕਿਲ ਨਾਲ ਚੜ੍ਹ ਰਿਹਾ ਉਸ ਘਾਟੀ ਦੇ ਉੱਤੇ। ਮਾਊਂਟ ਐਵਰੇਸਟ ਦੇ ਕਹਿੰਦਾ ਮੈਂ ਸਿਰੇ ਤੇ ਨਹੀਂ ਪਹੁੰਚਿਆ, ਰਾਹ ਦੇ ਵਿੱਚ ਜਾ ਰਿਹਾ। ਹਾਂ ਇਹ ਗੱਲ ਆ। ਨਹੀਂ ਤਾਂ ਥੱਲੇ ਤੇ ਕਹਿੰਦੇ ਲੋਕਾਂ ਨੇ ਬ੍ਰੇਕਾਂ ਵੀ ਖੋਲਤੀਆਂ ਤੇ ਸਾਈਕਲ ਤੇ ਸਪੀਡੀ ਥੱਲੇ ਨੂੰ ਤੁਰੇ ਜਾਣ ਦੀ ਭੀੜ, ਔਰ ਇੱਕ ਨਹੀਂ ਲੱਖਾਂ ਅਰਬਾਂ ਖਰਬਾਂ ਲੋਕ ਥੱਲੇ ਨੂੰ ਜਾ ਰਹੇ। ਬਿਲਕੁਲ ਨਹੀਂ, ਮਿਹਨਤ ਨਹੀਂ ਹੈਗੀ, ਮਿਹਨਤ ਨਹੀਂ ਹੈਗੀ। ਹਾਂ ਮੈਂ ਨਾ ਐਕਚੁਅਲੀ ਗੋਰਖੀ ਸਾਹਿਬ ਇਹਨੂੰ ਮੈਂ ਵਿਚਾਰਿਆ ਕਿ ਤੇਹ ਚੜ ਰਹੇ ਹੋ ਕਬੀਰ, ਤੇ ਤੇਹ ਚੜ ਗਏ ਹੋ ਕਬੀਰ ਕਿਉਂ ਨਹੀਂ ਕਹਿ ਰਹੇ ਹੋ ਕਬੀਰ ਜੀ? ਕਿਉਂਕਿ ਰਹਿਓ ਲਿਖਿਆ ਉਹਨਾਂ ਨੇ, ਗਇਓ ਤਾਂ ਨਹੀਂ ਲਿਖਿਆ ਹੋਇਆ। ਤੇਹ ਚੜ ਗਏ ਹੋ ਕਬੀਰ, ਉਹਦੇ ਉੱਤੇ ਚੜ ਗਏ ਨਾ, ਉਹ ਕਹਿੰਦੇ ਚੜ ਰਹੇ ਹੋ, ਚੜ ਰਹੇ ਆ ਭਾਈ। ਨਿੱਜਰ ਸਾਹਿਬ ਕਿਉਂ ਕਹਿ ਰਹੇ ਨੇ? ਕਿਉਂਕਿ ਜੀਵਨ ਭਰ ਹੀ ਚੜ੍ਹਨੀ ਪੈਣੀ ਹੈ। ਹਾਂ ਇਹ ਵੀ ਤਾਂ ਪੰਗਾ ਨਾ, ਇਹ ਥੋੜੀ ਕਿ ਆਪਾਂ 2-4 ਸਾਲ ਕਰਕੇ ਤੇ ਮੁੜ ਕੇ ਬਹਿ ਜਾਾਂਗੇ ਕਿ ਚੜ ਗਏ ਆ। ਉਹ ਹਰ ਦਿਨ ਹੀ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ। ਭਾਵੇਂ ਦੇਖੋ ਪਤਾ ਕੀ ਹੈ ਸਾਧ ਸੰਗਤ ਜੀ, ਇਹ ਪ੍ਰਕਿਰਤੀ ਆ, ਪ੍ਰਕਿਰਤੀ ਦੇ ਵਿੱਚ ਆਪਾਂ ਬੈਠੇ ਆ, ਔਰ ਕਿਸੇ ਵੀ ਤਰੀਕੇ ਨਾਲ ਜਿਹੜੇ ਔਗਣ ਸਾਡੇ ਚ ਪ੍ਰਵੇਸ਼, ਤੁਸੀਂ ਸਾਧਨਾ ਕਰਕੇ ਚਿੱਤ ਨੂੰ ਸਾਫ਼ ਤੇ ਕਰ ਲਿਆ, ਪਰ ਤੁਹਾਨੂੰ ਫਿਰ ਵੀ ਬੰਦਗੀ ਕਰਨੀ ਪੈਣੀ ਆ। ਹੁਣ ਇਹ ਥੋੜੀ ਕਿ ਹੁਣ ਮੈਂ ਕਿਹੜੀ ਕਿਆਰੀ ਨੂੰ ਖੋਦਤਾ, ਘਾਹ ਕੂ ਪੁੱਟਤਾ ਤੇ ਮੁੜ ਕੇ 10-20 ਸਾਲ ਮੈਂ ਕਿਆਰੀ ਦੇ ਲਾਗੇ ਵੀ ਨਾ ਜਾਵਾਂ। ਚੰਗਿਆਈ ਨੂੰ ਪੈਦਾ ਕਰਨ ਦੇ ਲਈ ਜ਼ੋਰ ਲੱਗਦਾ ਹੈ ਤੇ ਬੁਰਾਈ ਨੂੰ ਪੈਦਾ ਕਰਨ ਲਈ ਕੋਈ ਜ਼ੋਰ ਨਹੀਂ ਲੱਗਦਾ, ਉਹ ਤੇ ਆਪਣੇ ਆਪ ਹੀ ਉੱਗ ਜਾਂਦੀ ਕਿਆਰੀ ਤੇ। ਇਸ ਕਰਕੇ ਇੱਥੇ ਮਿਹਨਤ ਕਰਨੀ ਪਵੇ। ਠੀਕ ਹੈ ਜੀ। ਉਹ ਕਹਿ ਰਹੇ ਨੇ ਮੇਰਾ ਜ਼ੋਰ ਜਨ ਗਰੀਬ ਕੋ ਜ਼ੋਰ ਨਾ ਪਹੁੰਚੇ ਕਹਾਂ ਕਰੋ ਰਘੁਰਾਇਆ। ਮੈਂ ਕੀ ਕਰਾਂ, ਕਿਆ ਕਰੇ? ਮੈਂ ਕਹਿੰਦੇ ਕਰਾਂ ਕਿ ਮੇਰਾ ਜ਼ੋਰ ਨਹੀਂ ਲੱਗਣ ਦਿਆ। ਕਹਿਣ ਤੋਂ ਭਾਵ ਰਿਹਾ ਕਿ ਇੱਕ ਛੋਟਾ ਜਿਹਾ ਮਗਰ ਜਾਨਵਰ ਆ,
ਉਹਦੇ ਗਾੜੀ ਹੱਥ ਹੀ ਬੱਧਾ। ਉਹ ਵਿਚਾਰਾ ਕਹਿੰਦੇ ਮੇਰੀ ਤੇ ਚੱਲਦੀ ਨਹੀਂ ਪਈ, ਇਹ ਤੇ ਉਹ ਮੈਨੂੰ ਧੋਈ ਫਿਰਦਾ ਜਿੱਧਰ ਮੇਰਾ ਦਿਲ ਕਰਦਾ ਉਹਦਾ, ਮੇਰੇ ਸੌਂਦਾ ਹੀ ਨਹੀਂ ਪਿਆ, ਜਿੱਧਰ ਉਹਦਾ ਦਿਲ ਕਰਦਾ ਉਹਦਾ ਲਈ ਫਿਰਦਾ ਤੇ ਮੇਰੇ ਪੈਰ ਨਹੀਂ ਲੱਗਣ ਦੇ। ਉਹ ਕਹਿੰਦੇ ਨੇ ਪ੍ਰਮਾਤਮਾ ਨੂੰ ਗੱਲ ਕਹਿ ਰਹੇ ਨੇ ਕਿ ਕਾਫੀ ਪਾਵਰਫੁਲ ਆ, ਇਹ ਨਹੀਂ ਕਿ ਕੰਪੀਟੀਸ਼ਨ ਮਾੜਾ ਮੋਟਾ ਬਰਾਬਰ ਦੀ ਗੱਲ ਨਹੀਂ ਹੈਗੀ, ਕਹਿੰਦੇ ਬਹੁਤ ਪਾਵਰਫੁਲ ਹੈ, ਉਹ ਪਰਬਲ ਹੈ ਬਿਲਕੁਲ। ਕੋਈ ਨਹੀਂ ਕਹਿੰਦੇ ਕਿ ਬਰਾਬਰ ਦੀ ਟੱਕਰ ਆ, ਕਿ ਜਿੱਦਾਂ ਆਪ ਵੇਖੋ ਨਾ 60 ਕਿਲੋ ਦੇ 2 ਪਹਿਲਵਾਨ ਹੋ ਗਏ, ਉਹ ਕਹਿੰਦੇ ਉਹ ਗੱਲ ਨਹੀਂ ਹੈਗੀ, ਕਾਫੀ ਫਰਕ ਆ। ਇੱਕ ਬੰਨੇ ਛੋਟਾ ਜਿਹਾ ਪਹਿਲਵਾਨ ਹੈ, ਇੱਕ ਬੰਨੇ ਖਲੀ ਹੈਗਾ ਵਾ, ਬਿਲਕੁਲ। ਇਸ ਕਰਕੇ ਜ਼ੋਰ ਤੇ ਲਾ ਰਹੇ ਵਾ ਕਿ ਉਹ ਬਹੁਤ ਪਾਵਰਫੁਲ ਹੈਗੀ ਮਾਇਆ, ਪਰਬਲ ਬਹੁਤ ਪਰਬਲ। ਸੋ ਸਾਧ ਸੰਗਤ ਜੀ ਇਸ ਚੀਜ਼ ਨੂੰ ਵਿਚਾਰ ਕਰਨਾ ਹੈ। ਕਹਿਣ ਤੋਂ ਭਾਵ ਉਹ ਸਾਨੂੰ ਇਹ ਕਹਿ ਰਿਹਾ ਕਿ ਕੱਚੇ ਹੱਥ ਨਾ ਪਾਇਓ। ਬਿਲਕੁਲ ਬਿਲਕੁਲ, ਕੱਚੇ ਹੱਥ ਨਾ ਪਾਇਓ। ਹਾਂ, ਕਿ ਦੇ ਮੈਂ ਕੱਚੇ ਹੱਥ ਪਾਇਓ, ਕਹਿੰਦੇ ਲੋਹਾ ਚੁੱਕਣ ਲੱਗੇ ਜੋ ਧਿਆਨ ਨਾਲ ਪੂਰਾ ਜ਼ੋਰ ਜ਼ਾਰ ਲੈ ਕੇ ਪੋਜੀਸ਼ਨ ਲੈ ਕੇ ਬਹਿਣਾ ਵਾ, ਤਾਂ ਜੋ ਕੁਛ ਲੱਭ ਜਾਵੇ। ਤੇ ਇਹ ਨਾ ਹੋਵੇ ਕੱਚਾ ਹੱਥ ਪਾਇਆ ਤੇ ਮੁੜ ਕੇ ਤੁਹਾਡਾ ਹੌਸਲਾ ਟੁੱਟ ਜੇ। ਏਦਾਂ ਹੀ ਹੁੰਦਾ, ਲੋਕੀ 15-20 ਦਿਨ ਚ ਭੱਜ ਭੁੱਜ ਵੀ ਜਾਂਦੇ, ਕਈ ਕਹਿੰਦੇ ਕਾਹਲੀ ਨਾ ਪੈ ਜੇ। ਠੀਕ ਹੈ ਜੀ, ਤਿਆਰੀ ਕਰਾ ਰਹੇ ਨੇ, ਕਹਿੰਦੇ ਤੁਸੀਂ ਆਪਣਾ ਮਨ ਨੂੰ ਪ੍ਰਿਪੇਅਰ ਕਰਿਓ ਕਿ ਅਗਲੇ ਬੰਨੇ ਪਰਬਲ ਮਾਇਆ ਵਾ, ਕੱਚਾ ਹੱਥ ਨਹੀਂ ਪਾਉਣਾ, ਤੇ ਜਿੱਥੋਂ ਲੱਗ ਗਏ ਤੇ ਪਿੱਛੇ ਨਾ ਹੋਇਓ, ਬਿਲਕੁਲ, ਨਹੀਂ ਤੇ ਲੱਭਣਾ ਕੁਛ ਨਹੀਂ। ਜੋ ਕਹਿੰਦੇ ਆ ਨਾ ਮਾਇਆ ਮਿਲੀ ਨਾ ਰਾਮ, ਨਿੱਜਰ ਸਾਹਿਬ, ਬਿਲਕੁਲ, ਨਾ ਇੱਧਰ ਜੋਗੇ ਨਾ ਉੱਧਰ ਜੋਗੇ, ਕਮ ਸੇ ਕਮ ਮਾਇਆ ਚ ਤੇ ਬੈਠੇ ਜੋ, ਉਹਦਾ ਤਾਂ ਆਨੰਦ ਮਾਰ ਰਹੇ ਹੋ। ਇਹ ਉਹਨੇ ਕੱਚਾ ਹੱਥ ਪਾ ਕੇ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਹੈ, ਬਿਲਕੁਲ। ਠੀਕ ਹੈ ਜੀ, ਤੇ ਹਾਲੇ ਵੀ ਹਾਲੇ ਪ੍ਰੋਬਲਮਸ ਦੱਸ ਰਹੇ ਆ, ਹਾਲੇ ਹੋਰ ਦੱਸ ਰਹੇ, ਕਹਿੰਦੇ ਹਾਲੇ ਜਿੰਨੀਆਂ ਦੱਸੀਆਂ ਆ ਹੋਰ ਅੱਗੇ ਵਧਾ ਰਹੇ। ਕਹਿੰਦੇ ਕਾਮ ਕੀ ਵਾਰੀ, ਕਾਮ ਦੇ ਮਮੇ ਨੂੰ ਔਂਕੜ ਲੱਗੀ ਹੋਈ ਆ। ਕਾਮ ਜਿਹੜਾ ਹੈਗਾ, ਆਪਾਂ ਕਾਮ ਵਾਸਨਾ, ਚਲੋ ਜਿਹੜੀ ਹੈ ਇਹ ਤਾਂ ਮੇਨ ਹੈਗੀ ਆ ਕਾਮ ਵਾਸਨਾ, ਤੇ ਬਾਕੀ ਜਿਹੜੀ ਹੈਗੀ ਆ ਕਾਮਨਾਵਾਂ ਜਿਹੜੀਆਂ ਹੈਗੀਆਂ ਉਹ ਵੀ ਘੱਟ ਨਹੀਂ ਹੈਗੀਆਂ, ਤੇ ਉਹਨਾਂ ਚੋਂ ਮੇਨ ਜਿਹੜੀ ਹੈ ਕਾਮ ਵਾਸਨਾ ਹੈਗੀ ਆ। ਇਹ ਕਹਿੰਦੇ ਆ ਕਿਵਾਰੀ ਹੈਗੀ ਆ। ਇਹ ਕਿਵਾਰੀ ਕੌਣ ਹੁੰਦਾ ਹੈ? ਕਹਿੰਦੇ ਬਸ ਬਿਲਕੁਲ ਕਿਵਾੜ ਦੇ ਉੱਤੇ ਹੀ ਹੈਗੀ ਆ ਭਾਈ, ਦਰਵਾਜ਼ੇ ਦੇ ਉੱਤੇ। ਕਾਮ ਕਿਵਾਰੀ, ਦੁੱਖ ਸੁੱਖ ਦਰਵਾਨੀ। ਔਰ ਦੁੱਖ ਸੁੱਖ ਜਿਹੜੇ ਹੈਗੇ ਇਹ 2 ਪਹਿਰੇਦਾਰ ਹੈਗੇ ਦਰ ਤੇ, ਦੁੱਖ ਸੁੱਖ ਪਹਿਰੇਦਾਰ ਹੈਗੇ, ਕਾਮ ਕਿਵਾਰੀ ਹੈਗਾ, ਤੇ ਪਾਪ ਪੁੰਨ ਦਰਵਾਜ਼ਾ। ਔਰ ਦਰਵਾਜ਼ਾ ਹੈਗਾ ਭਾਈ ਪਾਪ ਔਰ ਪੁੰਨ ਦੇ ਪੱਲੇ ਜੜੇ ਹੋਏ। ਬਸ ਪਾਪ ਤੇ ਪੁੰਨ, ਇਹਦੇ ਵਿੱਚ ਜਿਹੜਾ ਹੈਗਾ ਪਾਪ ਕਰਦੇ ਆ ਤੇ ਉਹਦੀ ਜਿਹੜੀ ਹੈਗੀ ਉਹ ਲੇਖੇ ਚਲੇ ਜਾਂਦਾ ਇਨਸਾਨ, ਪੁੰਨ ਕਰਦੇ ਆ ਤੇ ਉਹਦਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਇਹ ਹੈਗੀਆਂ ਇੱਛਾਵਾਂ ਆਪਣੀਆਂ, ਆਸਾ ਮਨਸਾ। ਕਹਿੰਦੇ ਬਸ ਇਹਦੇ ਨਾਲ ਜਿਹੜਾ ਹੈਗਾ ਇਹ ਜਨਮ ਮਰਨ ਦਾ ਸਾਈਕਲ ਟੁੱਟਦਾ ਹੀ ਨਹੀਂ ਹੈ, ਆਹ ਦਰਵਾਜ਼ਾ ਟੁੱਟਦਾ ਹੀ ਨਹੀਂ ਹੈ, ਪਾਪ ਪੁੰਨ ਦਰਵਾਜ਼ਾ। ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ। ਔਰ ਇਹਦੇ ਵਿੱਚ ਕਹਿੰਦੇ ਕ੍ਰੋਧ ਐਸਾ ਪ੍ਰਧਾਨ ਹੈਗਾ ਔਰ ਇੰਨਾ ਲੜਾਕਾ ਹੈਗਾ ਕਿ ਮਜ਼ਾ ਲਿਆ ਕਿ ਕੋਈ ਮਾੜੀ ਜੀ ਵੀ ਗੱਲ ਬੋਲਦਾ ਹੈ। ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ, ਬਹੁਤ ਹੀ ਲੜਾਕਾ, ਮਹਾ ਵੱਡ, ਬਹੁਤ ਵੱਡਾ ਲੜਾਕਾ। ਬਸ ਕ੍ਰੋਧ ਆ ਗਿਆ ਤੇ ਸਾਰਾ ਕੁਝ ਗਾਇਬ ਹੋ ਜਾਂਦਾ ਹੈ, ਬੁੱਧੀ ਬੱਧੀ ਸਾਰੀ ਕਿਸੇ ਕਿਤੇ ਚਲੇ ਜਾਂਦੀ ਹੈ। ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ, ਤਹਿ ਮਨ ਮਾਵਾਸੀ ਰਾਜਾ। ਬਸ ਕਹਿੰਦੇ ਉਹ ਕਿਲੇ 'ਚ ਕਬਜ਼ਾ ਹੈਗਾ ਮਨ ਦਾ। ਉਹ ਨਹੀਂ, ਮਾਵਾਸੀ ਕਹਿੰਦੇ ਆ ਜਿਹੜਾ ਕਿਸੇ ਦੀ ਗੱਲ ਨਾ ਮੰਨੇ, ਅਮੋੜ, ਜਿਹੜਾ ਕਿ ਬਿਲਕੁਲ ਕਿਸੇ ਤੋਂ ਨਾ ਡਰਦਾ ਹੋਏ, ਕਿਸੇ ਤੋਂ ਨਹੀਂ ਡਰਦਾ। ਤਹਿ ਮਨ ਮਾਵਾਸੀ ਰਾਜਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਦੇਖੋ, ਪਹਿਲੀ ਤੁਕ ਨੂੰ ਆਪ ਪੜ੍ਹ ਸਕਦੇ ਜੋ। ਠੀਕ ਹੈ, ਕਹਿੰਦੇ ਕਾਮ ਕਵਾਰੀ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ। ਕਿਵਾਰੀ ਦਾ ਮਤਲਬ ਹੈਗਾ ਕਵਾੜ ਦਾ ਰਾਖਾ, ਦਰਵਾਜ਼ੇ ਖੋਲਣ ਵਾਲਾ ਜੀ, ਬੂਹੇ ਤੇ ਬੈਠਾ ਜੀ। ਹੁਣ ਦੇਖੋ ਇਹ ਚ ਨੂੰ ਆਪ ਅੰਡਰਸਟੈਂਡ ਕਰੀਏ, ਜਿੰਨੇ ਵੀ ਸੰਤ ਹੋਏ ਨੇ ਉਹਨਾਂ ਨੇ ਜ਼ਿਆਦਾ ਬਾਹਰ ਵੱਲ ਸਾਨੂੰ ਨਹੀਂ ਖੜਿਆ। ਉਹ ਕਹਿੰਦੇ ਤੂੰ ਆਪਣੇ ਸਰੀਰ ਨੂੰ ਵੇਖ ਲੈ। ਥੱਲੇ ਜਿੱਥੇ ਮੂਲਾ ਧਾਰ ਆ ਨਾ, ਜਿਹਨੂੰ ਆਪਾਂ ਜਨਨ ਇੰਦਰੀ ਦੇ ਥੱਲੇ ਕਹਿੰਦੇ ਆ, ਜਿੱਥੇ ਰੀੜ ਦਾ ਮੋਢ ਆ, ਉਹ ਇੱਕ ਪੁਆਇੰਟ ਆ ਪ੍ਰਕਿਰਤੀ ਦਾ। ਉੱਪਰਲਾ ਪੁਆਇੰਟ ਤੁਹਾਡਾ ਹੈਗਾ ਮੱਥੇ ਦੇ ਉੱਪਰ, ਸਿਰ ਦੇ ਉੱਪਰ, ਜਿੱਥੇ ਛੋਟੇ ਬੱਚੇ ਜੂੜਾ ਕਰਦੇ ਆ, ਉੱਥੇ ਪੁਰਸ਼ ਬੈਠਾ ਚੇਤਨਾ। ਇਹ ਦੋਨੋਂ ਬਿੰਦੂ ਜਿਹੜੇ ਨਾ ਆਪਣੇ ਆਪ ਨੂੰ ਖਿੱਚਦੇ ਆ ਨਿੱਜਰ ਸਾਹਿਬ। ਬਿਲਕੁਲ ਠੀਕ ਹੈ ਜੀ। ਜਦੋਂ ਵੀ ਬੰਦਾ ਥੋੜੀ ਜੀ ਕੋਸ਼ਿਸ਼ ਕਰਦਾ ਹੈ, ਉਹ ਕਾਮ ਤੋਂ ਵੱਧ ਨਹੀਂ ਉੱਠਦਾ, ਉੱਥੇ ਹੀ ਰਹਿ ਜਾਂਦਾ। ਔਰ ਇਸ ਚੀਜ਼ ਨੂੰ ਆਪ ਨੇ ਦੇਖਣਾ ਹੋਵੇ, ਲਾਗੇ ਬੰਨੇ ਨਜ਼ਰ ਮਾਰੋ,
ਬਹੁਤ ਹੱਦ ਤੱਕ ਦੁਨੀਆ ਇਸ ਚੀਜ਼ ਦੇ ਵਿੱਚ ਗ੍ਰਸਤ ਹੈ। ਠੀਕ ਹੈ, ਇਸ ਤੋਂ ਜਦੋਂ ਉੱਤੇ ਆਉਂਦਾ ਹੈ ਤੇ ਬੰਦਾ ਕੀ ਕਰਦਾ ਹੈ, ਉਹਦੇ ਉੱਪਰ ਫਿਰ ਨਾਭੀ ਚੱਕਰ ਆ, ਫਿਰ ਇੱਥੇ ਰਾਜਸਿਕ ਲੋਕ ਵੀ ਆ ਜਾਂਦੇ ਆ, ਤਾਮਸਿਕ ਜਿਹੜੇ ਹੁੰਦੇ ਉਹ ਤੇ ਬਿਲਕੁਲ ਥੱਲੇ ਬੈਠੇ ਨੇ। ਹੁਣ ਜਿਹੜੇ ਪਸ਼ੂ ਵ੍ਰਿੱਤੀ ਹੈਗੀ ਆ, ਆਪ ਵੇਖੋ ਪਸ਼ੂ ਕੀ ਕਰਦਾ ਹੈ, ਸੰਭੋਗ ਕਰਦਾ ਹੈ, ਖਾਣਾ ਖਾਂਦਾ ਹੈ ਤੇ ਸੌਂਦਾ ਹੈ। ਨੱਜਰ ਸਾਹਿਬ, ਇਹ ਤਿੰਨ ਕਿਰਿਆ ਦੇ ਵਿੱਚ ਉਹਦਾ ਜੀਵਨ ਨਸ਼ਟ ਹੋ ਜਾਂਦਾ, ਹੋਰ ਉਹਨੂੰ ਕੋਈ ਕੰਮ ਨਹੀਂ ਆ, ਉਹਨੇ ਕੋਈ ਫੈਕਟਰੀ ਫੂਟਰੀ ਕੁਛ ਨਹੀਂ ਬਣਾਉਣਾ। ਇਸੇ ਹੀ ਤਰ੍ਹਾਂ ਕਈ ਇਨਸਾਨ ਨੇ, ਹੈ ਤੇ ਇਨਸਾਨ ਨੇ, ਪਰ ਉਹਨਾਂ ਦੀ ਵਿਰਤੀ ਜਿਹੜੀ ਉਹ ਜਾਨਵਰ ਵਿਰਤੀ ਹੈ, ਕੇਵਲ ਆਪਣਾ ਸੁੱਖ ਦੇਖਦੇ ਆ, ਸਸਤੇ ਤੋਂ ਸਸਤਾ ਸੁੱਖ ਪ੍ਰਾਪਤ ਕਰਨਾ ਹੈ, ਔਰ ਉਹਦੇ ਲਈ ਉਹਨਾਂ ਨੇ ਸਭ ਕੁਝ ਦਾਅ ਤੇ ਲਾ ਦੇਣਾ। ਇਹ ਚੀਜ਼ ਨੂੰ ਆਪਨੇ ਦੇਖਣਾ ਹੋਵੇ ਨਾ, ਤੁਸੀਂ ਆਪ ਵੇਖ ਲਓ ਆਪਣੇ ਜੀਵਨ ਦੇ ਵਿੱਚ ਤੁਹਾਡੀ ਕੀ ਕੰਡੀਸ਼ਨ ਹੈ। ਹਰ ਇੱਕ ਬੰਦੇ ਨੂੰ ਪਤਾ ਹੈ ਉਹ ਬੰਦਾ ਅੰਦਰੋਂ ਕੀ ਲੈਵਲ ਦਾ ਮਾਲਕ ਹੈ, ਹਨਾ। ਇਹ ਬਾਣੀ ਦੇ ਵਿੱਚ ਬਾਰ-ਬਾਰ ਕਿਉਂ ਜ਼ਿਕਰ ਆਉਂਦਾ ਇਸ ਚੀਜ਼ ਦਾ? ਉਹ ਕਹਿੰਦੇ ਆ ਕਿ ਜਿਹੜਾ ਕਾਮ ਆ ਉਹ ਦਰਵਾਜ਼ਾ ਵਾ ਬੂਹੇ ਦੇ ਗਾੜੀ, ਆਪ ਉਹਦੀ ਮਰਜ਼ੀ ਤੋਂ ਬਿਨਾਂ ਤੁਸੀਂ ਅੰਦਰੋਂ ਬਾਹਰ ਨਹੀਂ ਜੇ ਨਿਕਲ ਸਕਦੇ ਤੇ ਨਾ ਬਾਹਰੋਂ ਅੰਦਰ ਜਾ ਸਕਦੇ। ਨਿਜਰ ਸਾਹਿਬ, ਬਿਲਕੁਲ ਠੀਕ ਹੈ ਜੀ। ਮਤਲਬ ਹੈ ਕਿ ਬਿਲਡਿੰਗ ਦਾ ਜਿਹੜੀ ਕੰਸਟਰਕਸ਼ਨ ਦੇ ਮੇਨ ਗੇਟ ਆ ਉੱਥੇ ਇਹ ਬੈਠਾ ਜੋ ਕਿੰਨਾ ਪਾਵਰਫੁਲ। ਅੱਛਾ, ਕੁਝ ਅਗਲੇ ਬੰਨੇ ਕਹਿੰਦੇ ਨੇ ਦੁੱਖ ਸੁੱਖ ਦਰਵਾਨੀ, ਔਰ ਪਹਿਰੇਦਾਰ ਵੀ ਹੈਗੇ ਉਹਦੇ ਕੋਲ ਦੋ, ਦੁੱਖ ਤੇ ਸੁੱਖ। ਆਹ ਤੇ ਸੁੱਖ ਤੇ ਦੁੱਖ ਜਿਹੜੇ ਪਹਿਰੇਦਾਰ ਹੈਗੇ ਆ, ਇਹਦੇ ਉੱਤੇ ਸਾਡਾ ਜੀਵਨ ਚੱਲਣਾ। ਕਿਤੇ ਸੁੱਖ ਆ ਗਿਆ ਬੜੇ ਹੀ ਭੱਜੇ ਫਿਰਦੇ ਆ, ਤੇ ਦੁੱਖ ਆ ਗਿਆ ਤੇ ਮੁੜ ਕੇ ਚੀਕਾਂ ਨਿਕਲ ਜਾਂਦੀਆਂ ਬੰਦੇ ਦੀਆਂ, ਫਿਰ ਬੰਦਾ ਕਹਿੰਦਾ ਰੱਬਾ ਇਹ ਕੀ ਕੀਤਾ। ਦੋਨਾਂ ਦੇ ਵਿੱਚ ਜਿਹੜਾ ਹੈ ਗੋਰਖੀ ਸਾਹਿਬ, ਦੋਨਾਂ ਦੇ ਵਿੱਚ ਜਿਹੜੇ ਹੈਗੇ ਆਪਾਂ ਜਿਹੜੀ ਹੈਗੇ ਆਪਣਾ ਭਗਤੀ ਖਤਮ ਹੋ ਜਾਂਦੀ ਹੈ, ਦੋਨਾਂ ਦੇ ਵਿੱਚ ਭਗਤੀ ਚਲੇ ਜਾਂਦੀ ਹੈ। ਵੈਸੇ ਵੀ ਨਿੱਜਰ ਸਾਹਿਬ ਸੁੱਖ ਦਿਖਦਾ ਹੀ ਆ, ਸੁੱਖ ਭਾਸਦਾ, ਸੁੱਖ ਅਸਲ ਚ ਹੈ ਨਹੀਂ ਜੀ, ਦੁੱਖ ਜ਼ਿਆਦਾ। ਕਿਉਂਕਿ ਸੁੱਖ ਦੀ ਪ੍ਰਾਪਤੀ ਵੀ ਜਿਹੜੀ ਹੈਗੀ ਆ ਉਹਦੇ ਮਗਰ ਵੀ ਆਪਾਂ ਕੁਛ ਦੇ ਰਹੇ ਹਾਂ। ਬਿਲਕੁਲ ਦੇ ਰਹੇ ਹਾਂ, ਕਾਫੀ ਵੱਡੀ ਕੀਮਤ। ਹੁਣ ਤੁਸੀਂ ਕਹੋਗੇ ਚਰਨਜੀਤ ਏਦਾਂ ਕਿੱਦਾਂ? ਹੁਣ ਜਿਹੜਾ ਬੰਦਾ ਸ਼ਰਾਬ ਪੀਂਦਾ ਹੈ ਤੇ ਉਹ ਆਪਣੇ ਲੀਵਰ ਦੀ ਕੰਪਰੋਮਾਈਜ਼ ਨਹੀਂ ਕਰਦਾ, ਆਪਣੀ ਹੈਲਥ ਨੂੰ ਕੰਪਰੋਮਾਈਜ਼ ਕਰ ਰਿਹਾ ਨਾ ਨਿੱਜਰ ਸਾਹਿਬ? ਬਿਲਕੁਲ ਕਰ ਰਿਹਾ। ਅੱਛਾ ਚਲੋ ਉਹਨੂੰ ਛੱਡ ਦਈਏ। ਜੇ ਕੋਈ ਬਹੁਤਾ ਖਾਣਾ ਖਾਂਦਾ ਹੈ, ਸਵਾਦ ਲਾਉਂਦਾ ਹੈ, ਉਹ ਆਪਣੇ ਪੇਟ ਨੂੰ ਕੰਪਰੋਮਾਈਜ਼ ਨਹੀਂ ਕਰ ਰਿਹਾ ਉਹ ਹੈਲਥ ਨੂੰ ਕੰਪਰੋਮਾਈਜ਼ ਕਰ ਰਿਹਾ, ਹੈਲਥ ਦੇ ਰਿਹਾ, ਆਪਣੀ ਸਰੀਰ ਜਿਹੜਾ ਗਵਾ ਰਿਹਾ ਉਹ। ਹਾਂ, ਤੁਸੀਂ ਕਿਹੜਾ ਵੀ ਸੁੱਖ ਲੈ ਰਹੇ ਜੋ ਨਾ, ਉਹਦੇ ਪਿੱਛੇ ਚਾਰਜ ਹੈ, ਉਹਦੀ ਕੀਮਤ ਆ, ਫ੍ਰੀ ਤੇ ਕੁਛ ਵੀ ਨਹੀਂ ਹੈਗਾ। ਬਿਲਕੁਲ, ਇਹ ਟੈਕਸ ਆ ਗੋਰਖੀ ਸਾਹਿਬ, ਇਹੀ ਤਾਂ ਟੈਕਸ ਕਰ ਰਹੀ ਹੈ। ਹੁਣ ਕਾਮ ਦੇ ਵਿੱਚ ਆਪਾਂ ਗਤੀ ਕਰ ਰਹੇ ਹਾਂ, ਕਾਮ ਦੇ ਵਿੱਚ ਜਿਹੜਾ ਹੈਗਾ ਆਪਣੀ ਤਾਕਤ ਵੀ ਜਾ ਰਹੀ ਹੈ, ਨਾਲ ਸਮਾਂ ਵੀ ਜਾ ਰਿਹਾ, ਔਰ ਨਾਲ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਉਹ ਜਿਹੜੇ ਉਹਦੀਆਂ ਲੀਹਾਂ ਪਈ ਜਾ ਰਹੀਆਂ, ਸੰਸਕਾਰ ਬਣੀ ਜਾ ਰਹੇ। ਆਹ ਤੇ ਜਦੋਂ ਬੰਦਾ ਚੱਲ ਜਾਂਦਾ, ਉਹ ਚ ਗ੍ਰਸਤ ਹੋ ਜਾਂਦਾ, ਤੇ ਬੰਦਾ ਫਿਰ ਦਾਨਵ ਬਣ ਜਾਂਦਾ, ਸ਼ੈਤਾਨ। ਉਹਦੇ ਲਈ ਕੋਈ ਭੈਣ ਭਰਾ, ਬੱਚੇ, ਪਤੀ ਪਤਨੀ, ਮਾਂ ਪਿਓ, सोसाइटी, इज्जत, ਉਹਦੇ ਲਈ ਕੁਛ ਨਹੀਂ ਹੈਗਾ। ਆਪ ਜਸਟ ਸੋਚੋ, ਐਸਾ ਇਹ ਵੱਡਾ ਔਗਣ ਹੈ, ਇਹ ਬੰਦੇ ਲਈ ਕੋਈ ਇੱਜ਼ਤ ਨਹੀਂ ਹੈਗੀ। ਇੱਕ ਸੈਕਿੰਡ ਚ ਸਾਈਡ ਤੇ ਲਾਊਗਾ, ਉਹ ਐਸਾ ਕੰਮ ਕਰੂਗਾ, ਮੁੜ ਕੇ ਜਿਹੜੇ ਵਿਚਾਰੇ ਪਰਿਵਾਰ ਵਾਲੇ ਪਤਾ ਨਹੀਂ ਕਿੰਨੇ ਸਾਲ ਭੁਗਤਣਗੇ। ਬਿਲਕੁਲ, ਇਹ ਸੱਚ ਹੈ ਸਾਧ ਸੰਗਤ ਜੀ, ਇਹ ਚੀਜ਼ ਨੂੰ ਤੁਸੀਂ ਲੁਕਾ ਨਹੀਂ ਸਕਦੇ। ਆਪ ਜਸਟ ਸੋਚੋ ਕਿ ਕਿੰਨਾ ਪਰਬਲ ਹੋ, ਇੱਕ ਬੱਚਾ 20-22 ਸਾਲ 25 ਸਾਲ ਪਾਲਿਆ, ਉਹਨੇ ਪੁੱਛਿਆ ਹੀ ਨਹੀਂ ਇਹਨਾਂ ਨੂੰ। ਇੱਕ ਮਿੱਟੀ 'ਚ ਰੁਲ ਕੇ ਗਾਂ ਗਿਆ, ਇੱਜ਼ਤ ਹੋ ਗਿਆ। ਕਈ ਵਿਆਹ ਹੀ ਨਹੀਂ ਬੰਦੇ ਬਾਜ ਆਉਂਦੇ, ਕਿੱਥੇ ਆਉਂਦੇ ਆ? ਘਰ ਨੂੰ ਅੱਗ ਲਾ ਲੈਂਦੇ, ਆਪਣੇ ਹੱਥੀਂ ਲਾ ਲੈਂਦੇ ਨੇ। ਆਪ ਜਸਟ ਸੋਚੋ ਕਿ ਜਿਹੜਾ ਕਾਮ ਦੇ ਵਿੱਚ ਬੰਦਾ ਗ੍ਰਸਤ ਹੋ ਗਿਆ, ਗਲਤ ਚੱਕਰਾਂ 'ਚ ਚੱਲ ਪਿਆ, ਆਪਣੇ ਘਰ ਨੂੰ ਜਿੱਦਾਂ ਇੱਕ ਡਰਮੀ 'ਚ ਤੇਲ ਪਾਇਆ ਹੋਵੇ, ਹੱਥ 'ਚ ਲਾਂਬੂ ਫੜਿਆ ਹੋਵੇ, ਤੇ ਉਹ ਬੰਦਾ ਆਪਣੇ ਘਰ ਨੂੰ ਤੁਰਿਆ ਜਾਵੇ ਕਿ ਮੈਂ ਆਪਣੇ ਘਰ ਨੂੰ ਸਾੜਨਾ। ਇਹੋ ਚੀਜ਼ ਜੇ ਐਡੀ ਮਾੜੀ ਚੀਜ਼ ਹੈ, ਇੰਨਾ ਮਾੜਾ ਉਗਣ ਇਹ ਬਾਣੀ 'ਚ ਲਿਖਿਆ ਹੈ। ਪਰ ਇਹ ਗੱਲ ਹੈਗੀ ਜੇ, ਜਦੋਂ ਤੁਸੀਂ ਬੰਦਗੀ ਕੀਤੀ ਨਾ 3-4 ਮਹੀਨੇ ਸਹੀ ਵਿਧੀ ਦੇ ਨਾਲ, ਇਹ ਤੋਂ ਮੁਕਤੀ ਮਿਲ ਜਾਣੀ ਹੈ ਤੁਹਾਨੂੰ। ਤੁਹਾਨੂੰ ਲੱਗਣਾ ਨਹੀਂ ਕਿ ਸਰੀਰ ਦੇ ਨਾਲ ਇਹ ਇੰਦਰੀ ਲੱਗੀ ਹੈ। ਨਿੱਜਰ ਸਾਹਿਬ, ਇਹ ਵੀ ਸੱਚ ਜੇ। ਬਿਲਕੁਲ, 6 ਮਹੀਨੇ ਨਹੀਂ, ਸਾਲ, 10 ਸਾਲ, 20 ਸਾਲ, 30 ਸਾਲ, 50 ਸਾਲ ਤੁਸੀਂ ਸਾਰੀ ਜ਼ਿੰਦਗੀ ਬ੍ਰਹਮਚਰਜ ਕਰ ਸਕਦੇ। ਆਪ ਜਸਟ ਸੋਚੋ ਭਗਤੀ 'ਚ ਕਿੰਨੀ ਪਾਵਰ ਹੋਊਗੀ। ਕਿੱਡੇ ਵੱਡੇ ਲੋਕੀ ਬੈਠੇ ਨੇ, ਐਂ ਕਹਿੰਦੇ ਸੰਤ ਆ, ਫਲਾਨੇ ਦਾ ਟਿਮਕੇ। ਉਹਨਾਂ ਨੂੰ ਕਹੋ ਕਿ ਕਾਮ ਤੋਂ ਮੁਕਤੀ ਕਿੱਦਾਂ ਪ੍ਰਾਪਤ ਕਰਨੀ, ਕੋਈ ਤਰੀਕਾ ਹੈਗਾ? ਦੱਸੋ। ਨਹੀਂ ਹੋਣਾ ਨਾ, ਮੁਸ਼ਕਲ ਹੈ। ਕਿਉਂਕਿ ਇਸ ਤਰੀਕੇ ਨੂੰ ਜਾਣਨ ਦੇ ਲਈ
ਬਲੀਦਾਨ ਦੇਣਾ ਪੈਂਦਾ, ਸ਼ਰਧਾ ਚਾਹੀਦੀ ਹੈ, ਪ੍ਰਮਾਤਮਾ ਦੇ ਚਰਨਾਂ 'ਚ ਬਿਰਤੀ ਕਾਗਰ ਕਰਨੀ ਪੈਂਦੀ ਹੈ, ਫਿਰ ਉਹ ਦੇ ਦਿੰਦਾ ਹੈ। ਉਹ ਕਹਿੰਦੇ ਜੋ ਮੰਗੇ ਠਾकुर से ठाकुर सोई अपने देवे। सोई सोई देवे। जो मांगे ठाकुर अपने ते सोई सोई देवे। हाँ, पर मंगल ਦੀ ਪਾਤਰਤਾ ਚਾਹੀਦੀ ਹੈ ਨਾ, ਜਦੋਂ ਫ੍ਰੀ ਚ ਨਹੀਂ ਦੇ ਦਿੰਦਾ ਉਹ ਵੀ। ਸਹੀ ਹੈ, ਬਿਲਕੁਲ ਪਾਤਰਤਾ ਮੰਗਦਾ ਹੈ। ਉਹ ਕਹਿੰਦੇ ਤੂੰ ਇੰਟਰਸਟਡ ਹੈਗਾ। ਨਕਲੀ ਪਾਤਰਤਾ ਦੇ ਨਾਲ ਪ੍ਰਭਾਵਿਤ ਨਹੀਂ ਹੁੰਦਾ ਨੇ, ਜਦੋਂ ਆਪਾਂ ਵੀ ਜਿੰਨਾ ਮਰਜ਼ੀ ਕੋਈ ਕਰ ਲੈ। ਜਦੋਂ ਸਾਡੀ ਅਸਲੀ ਪਾਤਰਤਾ ਹੁੰਦੀ ਹੈ, ਅਸੀਂ ਤਿਆਰ ਹੁੰਦੇ ਹਾਂ ਕਿ ਬਈ ਅਸੀਂ ਥੋੜੇ ਜਿਹੇ ਕੁਛ ਕਰਨਾ ਚਾਹੁੰਦੇ ਹਾਂ, ਹੱਥ ਖੜਾ ਕਰਦੇ ਹਾਂ। ਫਿਰ ਕਹਿੰਦਾ ਕੋਈ ਨਹੀਂ, ਆ ਜਾ। ਉਹ ਕਹਿੰਦਾ ਤੂੰ ਕੌਣ ਹੈ? ਕਹਿੰਦਾ ਬੁੱਲਾ। ਕਹਿੰਦਾ ਫਿਰ ਨਾ। ਹੁਣ ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਭੁੱਲਾ ਵਾਂ। ਕਹਿੰਦਾ ਆ ਜਾ ਫਿਰ। ਬਿਲਕੁਲ, ਜਦੋਂ ਆਪਾਂ ਭੁੱਲਾ ਕਹਿ ਦਿੰਦੇ ਹਾਂ ਤੇ ਫਿਰ ਉਹ ਮੁਕਤ ਕਰ ਦਿੰਦਾ, ਕਿਉਂਕਿ ਉਹਨੇ ਤੇ ਮਾਇਆ ਰਚੀ ਹੈ ਤੇ ਉਹਦਾ ਕੰਟਰੋਲ ਵੀ ਪ੍ਰਮਾਤਮਾ ਕੋਈ ਹੈ। ਠੀਕ ਹੈ ਜੀ। ਤੇ ਇਹ ਨਹੀਂ ਆ ਕਿ ਆਪਾਂ ਕਿਸੇ ਜ਼ਬਰਦਸਤੀ ਕਰਕੇ ਇਹਨਾਂ ਉਗਰਾਂ ਨੂੰ ਛੁਪਾ ਸਕਦੇ ਹਾਂ ਜਾਂ ਰੋਕ ਸਕਦੇ ਹਾਂ। ਇੱਕ ਸਾਡੇ ਸੂਖਮ ਸਰੀਰ 'ਚ ਨੇ, ਔਰ ਜਦੋਂ ਅਸੀਂ ਵਿਧੀ ਪੂਰਵਕ ਧਿਆਨ ਬੰਦਗੀ ਕਰਦੇ ਹਾਂ ਔਰ ਪ੍ਰਮਾਤਮਾ ਦੇ ਚਰਨਾਂ 'ਚ ਜਾਂਦੇ ਹਾਂ ਤਾਂ ਉਹ ਕੋ ਡਿਮਾਂਡ ਕਰ ਸਕਦੇ ਹਾਂ, ਮੰਗ ਸਕਦੇ ਹਾਂ, ਦੇ ਦਿੰਦਾ ਉਹ ਕੋ ਹੈ ਉਹ ਪਾਵਰ, ਔਰ ਉਹ ਕੋ ਹੀ ਮੰਗਣਾ ਪਊਗਾ। ਠੀਕ ਹੈ ਜੀ ਨਿਜਰ ਸਾਹਿਬ। ਫਿਰ ਕਹਿੰਦੇ ਆ ਇਸ ਤੋਂ ਅੱਗੇ ਚੱਲੀਏ। ਕਹਿੰਦੇ ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ ਤੈ ਮਨ ਮਹਾਵਾਸੀ ਰਾਜਾ। ਇਹਦਾ ਮਤਲਬ ਕੀ? ਕ੍ਰੋਧ ਪ੍ਰਧਾਨ ਹੈ ਅੰਦਰ, ਇੰਨਾ ਪਾਵਰਫੁਲ ਹੈ ਕ੍ਰੋਧ, ਇੰਨਾ ਲੜਾਕਾ ਹੈਗਾ। ਮਹਾ ਵੱਡ ਦੁੰਦਰ ਕਹਿੰਦੇ ਲੜਾਕਾ। ਤੇ ਇਸ ਤੋਂ ਬਾਅਦ ਮਨ ਜਿਹੜਾ ਹੈਗਾ ਤਹਿ ਮਨ ਮਹਾਵਾਸੀ ਰਾਜਾ। ਉਹ ਇੱਥੇ ਜਿਹੜਾ ਹੈਗਾ ਕੰਟਰੋਲ ਮਨ ਦਾ ਹੈ। ਰਾਜਾ ਮਨ ਆ। ਉਹ ਮਨ ਜਿਹੜਾ ਹੈਗਾ ਉਹ ਤਾਂ ਕਿਸੇ ਦੀ ਸੁਣਦਾ ਹੀ ਨਹੀਂ ਹੈ। ਮਨ ਜਿਹੜਾ ਹੈਗਾ ਔਰ ਉਹ ਜਿਹੜੀ ਹੈਗੀ ਉਹਦੇ ਕੋਲ ਜਿਹੜੀ ਹੈਗੀ ਉਹ ਤਾਂ ਸਿਰਫ ਭਾਵਨਾ ਦੇ ਨਾਲ ਚੱਲਦਾ ਹੈ ਭਾਈ। ਉਹ ਕਹਿੰਦਾ ਆ ਵੀ ਚਾਹੀਦਾ, ਆ ਵੀ ਚਾਹੀਦਾ, ਇੱਥੇ ਇਹਨੂੰ ਵੀ ਮਾਰ ਦੇ, ਇਹਨੂੰ ਵੀ ਆਹ ਕਰ ਦੇ, ਬਸ ਇਹੋ ਜਿਹਾ ਰਾਜਾ ਹੈ ਉਹ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹ ਰਾਜਾ ਏਦਾਂ ਦਾ ਵਾ ਕਿ ਤੁਸੀਂ ਇਸ ਰਾਜੇ ਦੇ ਕਹਿਣ ਤੇ ਨਾ ਇੱਕ ਫੈਸਲਾ ਘਰੋਂ ਬਾਹਰ ਕਰ ਲਓ, ਮੁੜ ਕੇ ਇੱਕ ਫੈਸਲਾ ਘਰੇ ਆ ਕੇ ਕਰ ਲਓ। ਇਹ ਤੁਹਾਡੇ ਰਾਜਾ ਜਿਹੜਾ ਅੰਦਰ ਬੈਠਾ ਨਾ, ਇਹਦਾ ਫੈਸਲਾ ਹੀ ਬਦਲ ਜਾਣਾ ਮੁੜ ਕੇ। ਇਸ ਰਾਜੇ ਦਾ ਫੈਸਲਾ ਪਰਮਾਨੈਂਟ ਨਹੀਂ ਹੈਗਾ ਜੀ। ਇਹਦਾ ਮਤਲਬ ਇਹ ਕੇਵਲ ਭਾਵਨਾ ਵਾ, ਉਹ ਪ੍ਰੈਕਟੀਕਲੀ ਉੱਥੇ ਕੁਛ ਵੀ ਨਹੀਂ ਹੈਗਾ, ਕੇਵਲ ਬਸ ਭਾਵਨਾ। ਹੁਣੇ ਤੁਹਾਡਾ ਮਨ ਕੀਤਾ, ਦੱਸਿਆ ਸੀ ਨਾ ਤੁਹਾਨੂੰ ਕਹਾਣੀ, ਜੋ ਕਹਿੰਦਾ $100 ਦੇਣਾ, ਮੁੜ ਕੇ 50, ਮੁੜ ਕੇ 20 ਤੋਂ ਬਾਅਦ ਫਿਰ $10। ਫਿਰ ਲਾਗੇ ਜਦੋਂ ਟੋਕਰੀ ਲੈ ਕੇ ਆਇਆ ਤੇ ਕਹਿੰਦਾ ਕਿ ਮੇਰਾ ਦਿਲ ਕਰੇ ਕਿ ਵਿੱਚੋਂ $20 ਮੈਂ ਚੁੱਕ ਲਾਂ। ਇਹ ਮਨ ਦੀ ਵਿਚਾਰ ਦੇਖੋ। ਮਚਾਨ ਇੱਕ ਵਾਰੀ $100 ਦੇਣ ਦਿਆ ਸੀ, ਇੱਕ ਸਮਾਂ ਆ ਗਿਆ ਕਹਿੰਦਾ ਵਿੱਚੋਂ ਚੁੱਕ ਲੈ, ਕਾਫੀ ਡਾਲਰ ਪਏ ਨੇ ਟੋਕਰੀ। ਕੇਵਲ ਭਾਵਨਾ ਹੈ। ਸੋ ਇਸ ਲਈ ਆਪਾਂ ਨੂੰ ਵਿਵੇਕ ਤੋਂ ਕੰਮ ਲੈਣਾ ਚਾਹੀਦਾ। ਕੋਈ ਵੀ ਕੰਮ ਗਰਮਜੋਸ਼ੀ ਚ ਆ ਕੇ, ਗੁੱਸੇ ਚ ਆ ਕੇ ਕੰਮ ਨਹੀਂ ਕਰਨਾ ਚਾਹੀਦਾ। ਬਾਣੀ ਚ ਖਾਸ ਕਰਕੇ ਸਮਝਾਇਆ ਹੈ, ਐਸਾ ਕੰਮ ਮੂਲ ਨਾ ਕੀਜੀਏ। ਕਰਮ ਕੀ ਲਿਖਿਆ ਨਿਜਰ ਸਾਹਿਬ? ਜਿਤ ਅੰਤ ਪਛਤਾਈਏ। ਐਸਾ ਕੰਮ ਮੂਲ ਨਾ ਕੀਜੇ ਜਿਤ ਅੰਤ ਪਛਤਾਈਏ, ਕਿ ਅਖੀਰ ਚ ਪਛਤਾਉਣਾ ਪਏ। ਉਹ ਕੰਮ ਕਿਉਂ ਕਰਦਾ ਹੈ ਭਾਈ? ਕਹਿਣ ਭਾਵੇਂ ਕਹਿੰਦੇ ਮਨ ਤੋਂ ਕੰਮ ਨਾ ਕਰੋ, ਬੁੱਧੀ ਤੋਂ ਕੰਮ ਕਰੋ, ਕਿਉਂਕਿ ਬੁੱਧੀ ਚਾਰੇ ਪੱਖ ਵਹਿੰਦੀ ਆ, ਚੰਗੇ ਤੇ ਮਾੜੇ ਦਾ ਫੈਸਲਾ ਲੈਂਦੀ ਹੈ। ਉਸ ਤੋਂ ਬਾਅਦ ਉਹਦਾ ਫੈਸਲਾ ਬੜਾ ਵਧੀਆ ਹੁੰਦਾ ਹੈ। ਫਿਰ ਤੁਹਾਨੂੰ ਦੁੱਖ ਵੀ ਨਹੀਂ ਲੱਗਣਾ, ਕਿਉਂਕਿ ਪ੍ਰੋਸੈਸ ਦੇ ਵਿੱਚ ਉਹ ਚੀਜ਼ ਨਿਕਲੀ ਹੈ, ਪ੍ਰੋਪਰ ਬਣੀ ਹੈ, ਕੱਚੀ ਚੀਜ਼ ਨਹੀਂ ਕੱਢੀ। ਠੀਕ ਹੈ ਜੀ। ਕਹਿੰਦੇ ਆ ਕਿ ਦੁੱਤਰ ਹੈਗਾ ਦੁੰਦਰ ਤੇ ਮਨ ਮਾਸੀ ਹੈ। ਕਿਲੇ ਦਾ ਜਿਹੜਾ ਹੈਗਾ ਇਹ ਇੱਕ ਮਨ ਰੂਪੀ ਰਾਜਾ ਆਕੀ ਹੋ ਕੇ ਬੈਠਾ ਹੈ। ਤੇ ਜਿਹੜਾ ਚੌਧਰੀ ਆ ਕਿਲੇ ਦਾ, ਕੀ ਫਲਾਨਾ ਤੂੰ ਕਿਹੜਾ ਚੌਧਰੀ ਹੋਏ? ਉਹ ਕਹਿੰਦੇ ਆ ਕਿ ਜਿਹੜਾ ਲੜਾਕੂ ਆ ਉਹ ਕ੍ਰੋਧ ਆ। ਹੁਣ ਕ੍ਰੋਧ ਨੂੰ ਖਤਮ ਕਰਨ ਦਾ ਇੱਕ ਤਰੀਕਾ ਹੈਗਾ ਜੀ, ਉਹ ਹੈਗਾ ਆਪਣੇ ਆਪ ਨੂੰ ਸਮਰਪਣ ਕਰ ਪਰਮਾਤਮਾ ਦੇ ਕਰ। ਓਦਾਂ ਵੈਸੇ ਕ੍ਰੋਧ ਨੂੰ ਮਾਰਨਾ ਕੋਈ ਮਜ਼ਾਕ ਨਹੀਂ ਜੀ। ਕਾਮ ਤੇ ਕ੍ਰੋਧ ਬੜੀ ਦੂਰ ਤੱਕ ਆਉਂਦੇ ਜੀ। ਤੁਸੀਂ ਵੇਖੋਗੇ ਨਾ, ਬੜੀ ਦੂਰ ਤੱਕ ਆ ਇਹਨਾਂ ਨੇ। ਤੁਸੀਂ ਭਾਵੇਂ ਜਿੰਨੀ ਮਰਜ਼ੀ ਦੀ ਬੰਦਗੀ ਕਰਕੇ ਦੇਖ ਲਓ, ਕਾਫੀ ਦੂਰ ਤੱਕ ਤੁਰੇ ਆਉਂਦੇ ਨਾਲ। ਨਿਜਰ ਸਾਹਿਬ ਪਾਵਰਫੁਲ ਨੇ ਬਿਲਕੁਲ। ਪਰ ਜਦੋਂ ਆਪ ਨੇ ਥੋੜੀ ਜਿਹੀ ਆਪਣੀ ਅਵਸਥਾ ਨੂੰ ਮਜ਼ਬੂਤ ਕੀਤਾ, ਜਿੱਦਾਂ ਆਪਾਂ 2 4 5 6 ਪਹਿਲਵਾਨ ਹੋਣ ਤੇ ਆਪਾਂ ਇੱਕ ਨੂੰ ਹਰਾ ਦਈਏ ਨਾ, ਤੇ ਥੋੜਾ ਕੌਨਫੀਡੈਂਸ ਸਾਡਾ ਬਿਲਡ ਹੋ ਜਾਂਦਾ ਕਿ ਸਾਡੇ ਪੱਲੇ ਕੁਛ ਹੈਗਾ। ਤੇ ਆਖਰ ਤੇ 2 ਪਹਿਲਵਾਨ ਰਹਿ ਜਾਣੇ ਆ। ਠੀਕ ਹੈ, ਇੱਕ ਚੌਧਰੀ ਰਹਿ ਜਾਣਾ, ਇੱਕ ਰਾਜਾ ਰਹਿ ਜਾਣਾ। ਇਹ ਵੀ ਹਾਰ ਜਾਣਗੇ, ਔਖੇ ਨਹੀਂ ਹੈਗੇ। ਇਹ ਕੇਵਲ ਤੁਹਾਡੇ ਚੱਲਣ ਦੀ ਦੇਰ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਹਾਂ, ਅੱਗੇ
6 ਬੰਦਾਂ ਦਾ ਹੈਗਾ ਸ਼ਬਦ, ਹਾਲੇ 2 ਬੰਦ ਹੋਇਆ ਗੁਰਕੀ ਸਾਹਿਬ, ਔਰ ਹਾਲੇ ਤੀਸਰੇ ਬੰਦ ਦੇ ਵਿੱਚ ਵੀ ਜਿਹੜਾ ਹੈਗਾ ਪ੍ਰੋਬਲਮ ਹੀ ਦੱਸ ਰਹੇ ਆ। ਹੁਣ ਤੀਸਰਾ ਬੰਦ ਆ ਗਿਆ, ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਕਹਿੰਦੇ ਲਓ ਇੱਕ ਹੋਰ ਚੀਜ਼, ਇੱਕ ਹੋਰ ਹਥਿਆਰ ਹੈਗਾ ਭਾਈ। ਕਹਿੰਦੇ ਸਵਾਦਾਂ ਦਾ ਜਿਹੜਾ ਹੈਗਾ, ਇਹਦੇ ਕੋਲ ਸਵਾਦਾਂ ਦਾ ਕਵਚ ਹੈਗਾ। ਐਸਾ ਕਵਚ ਪਾਇਆ ਹੈ, ਸਵਾਦ ਹੀ ਸਵਾਦ, ਬਸ ਇਹ ਸਵਾਦਾਂ ਦਾ ਕਵਚ ਹੈਗਾ। ਉਹਦੇ ਕੋਲ ਕੋਈ ਗਿਆਨ ਨਹੀਂ ਜਾਂਦਾ ਭਾਈ, ਸਵਾਦ ਦੇ ਅੱਗੇ ਸਾਰਾ ਫੇਲ ਹੋ ਜਾਂਦਾ, ਸਾਰਾ ਸਿਸਟਮ ਹੀ ਫੇਲ ਹੋ ਜਾਂਦਾ। ਕੋਈ ਧਿਆਨ ਨਹੀਂ ਜਾਂਦਾ, ਕੋਈ ਸਵਾਦ ਨਹੀਂ, ਸਵਾਦ ਦੇ ਅੱਗੇ ਕੋਈ ਗਿਆਨ ਨਹੀਂ, ਕੋਈ ਧਿਆਨ ਨਹੀਂ। ਬਸ ਜਦ ਸਵਾਦ ਲੈਣਾ ਉਹਨੇ ਕਹਿੰਦਾ ਚਾਹੀਦਾ ਮੈਨੂੰ ਤਾਂ ਆਹ ਸਵਾਦ, ਕਾਮ ਦਾ ਸਵਾਦ, ਖਾਣ ਦਾ ਸਵਾਦ, ਕੰਨਾਂ ਦਾ ਸਵਾਦ, ਕਹਿੰਦੇ ਚਾਹੀਦਾ ਹੀ ਚਾਹੀਦਾ। ਸਵਾਦ ਸਨਾਹ ਦੇਖ ਲਓ ਕਿੰਨਾ ਤਗੜਾ, ਜਿਹੜਾ ਸਨਾਹ ਕਹਿੰਦੇ ਬੁਲੇਟ ਪ੍ਰੂਫ ਚੀਜ਼ ਇਹਨੇ ਪਾਈ ਹੋਈ ਆ। ਉਹਦੇ 'ਚ ਭਗਤੀ ਜਿਹੜੀ ਹੈਗੀ ਨਹੀਂ, ਉਹਦੇ 'ਚ ਬੇਦੀ ਨਹੀਂ ਹੈ। ਇਹ ਜਿਹੜਾ ਹੈਗਾ ਕੋਈ ਰਹਿਤ ਮਰਿਆਦਾ ਜਿਹੜੀ ਹੈਗੀ, ਕੋਈ ਇਹਨੂੰ ਜਿਹੜੀ ਹੈਗੀ ਕਿਸੇ ਕਿਸਮ ਦੀ ਜਿਹੜੀ ਹੈਗੀ ਇੰਦਰੀਆਂ ਦੇ ਉੱਤੇ ਕੋਈ ਕੰਟਰੋਲ ਨਹੀਂ ਹੈਗਾ ਭਾਈ। ਐਸਾ ਇਹਨੇ ਸਵਾਦ ਦਾ ਜਿਹੜਾ ਹੈਗਾ ਸਨਾਹ ਪਾਇਆ ਹੋਇਆ। ਟੋਪ ਮਮਤਾ ਕੋ, ਔਰ ਮਮਤਾ ਦੀ ਟੋਪੀ ਹੈਗੀ ਸਿਰ ਦੇ ਉੱਤੇ। ਇੰਨੀ ਇਹਦੇ ਅੰਦਰ ਮਮਤਾ ਹੈ, ਆ ਵੀ ਮੇਰਾ, ਆ ਵੀ ਮੇਰਾ, ਆ ਮੇਰਾ ਘਰ, ਮੇਰੇ ਬੱਚੇ, ਮੇਰੀ ਘਰ ਵਾਲੀ, ਮੇਰਾ ਫਲਾਨਾ, ਮੇਰਾ ਉਹ ਫਲਾਨੀ ਕਾਰ, ਮੇਰੀ ਆ, ਹਰੇਕ ਚੀਜ਼ ਨੂੰ ਆਪਣਾ ਸਮਝਦਾ। ਆ ਜਿਹੜੀ ਟੋਪੀ ਹੈਗੀ ਇਹਦੀ। ਤੇ ਇਸ ਤੋਂ ਅੱਗੇ ਕਹਿੰਦੇ ਆ ਕੁਬੁੱਧ ਕਮਾਨ ਚੜਾਈ। ਤੇ ਇਹਦੇ ਕੋਲ ਇੱਕ ਕਮਾਨ ਵੀ ਹੈਗੀ ਭਾਈ, ਐਸੀ ਵਧੀਆ ਕਮਾਨ ਹੈਗੀ, ਬਹੁਤ ਜ਼ਬਰਦਸਤ ਜਿਹੜਾ ਹੈਗਾ ਉਹਦੇ ਵਿੱਚੋਂ ਤੀਰ ਕੱਢ ਕੇ ਚਲਾਉਂਦਾ ਹੈ। ਕੁਬੁੱਧੀ ਦੀ ਕਮਾਨ ਆ। ਇਹਨੇ ਬੁੱਧੀ ਲੈਣੀ ਨਹੀਂ ਆ, ਇਹਨੇ ਲੈਣੀ ਕੁਬੁੱਧੀ ਆ। ਇਹਨੇ ਸੋਚ ਹੀ ਗਲਤ ਹੈਗੀ ਇਹਦੀ ਮਨ ਦੀ। ਇਹਨੇ ਕਹਿਣਾ ਐਸੀ ਘਟੀਆ ਤੋਂ ਘਟੀਆ ਚੀਜ਼ ਕਹਿਣੀ ਹੈ, ਇਹਨੂੰ ਵਧੀਆ ਤੋਂ ਵੀ ਚੀਜ਼ ਦੇ ਦਿਓ, ਕਹਿੰਦੇ ਨਹੀਂ ਲੈਣੀ, ਮੈਨੂੰ ਆਹ ਚਾਹੀਦੀ ਹੈ ਭਾਈ। ਕੁਬੁੱਧ ਕਮਾਨ ਚੜਾਈ, ਪੂਰੀ ਤਿਆਰ ਰਹਿੰਦੀ ਹੈ ਕਮਾਨ, ਤੇ ਤੀਰ ਵੀ ਹੁੰਦੇ ਆ ਉਹਦੇ ਵਿੱਚੋਂ ਨਿਕਲਦੇ ਆ। ਤ੍ਰਿਸ਼ਨਾ ਤੀਰ ਰਹੇ ਕੱਟ ਪੀਤਰ, ਇਉਂ ਗੜ ਲਿਓ ਨਾ ਜਾਈ। ਕਹਿੰਦੇ ਤੀਰ ਕਿਹੜੇ ਨਿਕਲਦੇ ਆ? ਕਹਿੰਦੇ ਤ੍ਰਿਸ਼ਨਾਵਾਂ ਦੇ ਤੀਰ ਨਿਕਲਦੇ ਆ। ਆਹ ਤ੍ਰਿਸ਼ਨਾ ਆ, ਆਹ ਮੇਰੇ ਆਹ 2 ਘਰ ਆ, ਮੈਨੂੰ ਤਾਂ 3 ਘਰ ਚਾਹੀਦੇ ਆ। ਫਲਾਣੇ ਨੇ ਆਹ ਲਈ ਕਾਰ, ਮੈਨੂੰ ਤਾਂ ਇਸ ਤੋਂ ਵਧੀਆ ਚਾਹੀਦੀ ਆ। ਆਹ ਤ੍ਰਿਸ਼ਨਾ, ਹਰ ਟਾਈਮ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਤੀਰ ਨਿਕਲਦੇ ਰਹਿੰਦੇ ਆ। ਕਹਿੰਦੇ ਫਿਰ ਇਸ ਤਰ੍ਹਾਂ ਤਾਂ ਗੜ ਜਿੱਤਿਆ ਨਹੀਂ ਜਾ ਸਕਦਾ ਭਾਈ। ਇੰਨਾ ਜ਼ਬਰਦਸਤ ਜਿਹੜਾ ਹੈਗਾ ਇਹਦੇ ਵਿੱਚ ਜਿਹੜੇ ਹੈਗੇ ਆ ਸਾਰੇ ਦੇ ਸਾਰੇ ਦੇਖ ਲਓ 3 ਬੰਦਾਂ ਦੇ ਵਿੱਚ ਪ੍ਰੋਬਲਮ ਦੱਸੀਆਂ। ਔਰ ਜਿਹੜੇ ਗੜ ਦੇ ਵਿੱਚ ਜਿਹੜੇ ਯੋਧੇ ਹੈਗੇ ਆ, ਜਿਹੜੇ ਸਾਰੇ ਦੇ ਸਾਰੇ ਜਿਹੜੇ ਹੈਗੇ, ਉਹਨਾਂ ਦੇ ਬਾਰੇ ਆਪਾਂ ਨੂੰ ਗਿਆਨ ਦਿੱਤਾ ਹੈ ਕਬੀਰ ਜੀ ਨੇ। ਔਰ ਕਹਿੰਦੇ ਇਸ ਤਰੀਕੇ ਦੇ ਨਾਲ ਜੇ ਤੂੰ ਹੈ ਇਨਸਾਨ, ਜੇ ਤੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਨਹੀਂ ਦੇਖੇਗਾ, ਆਹ ਗੱਲਾਂ ਨੂੰ ਨਹੀਂ ਵਿਚਾਰੇਗਾ, ਤੇ ਤੇਰੇ ਕੋਲੋਂ ਇਹ ਗੜ ਨਹੀਂ ਜਿੱਤਿਆ ਜਾਣਾ। ਪਹਿਲਾਂ ਤਾਂ ਤੈਨੂੰ ਪਤਾ ਲੱਗੇ ਨਾ ਆਪੋਜ਼ਿਟ ਟੀਮ ਦੇ ਪਲੇਅਰ ਕਿਹੜੇ ਆ, ਕਿਹੜੇ ਉਹਦੇ ਵਧੀਆ ਬੈਟਸਮੈਨ ਹੈ। ਤੇਂਦੁਲਕਰ ਕਿਹੜਾ ਹੈਗਾ, ਸਹਿਵਾਗ ਕਿਹੜਾ ਹੈਗਾ ਉਹਦੇ ਵਿੱਚੋਂ, ਕਹਿੰਦੇ ਇਹਨਾਂ ਦੇ ਬਾਰੇ ਪਤਾ ਲੱਗੇ ਉਹ ਕਿਵੇਂ ਖੇਡਦੇ ਆ, ਔਰ ਬॉलर ਕਿਵੇਂ ਆ ਉਹਨਾਂ ਦੇ ਸਾਰੇ, ਹਰ ਚੀਜ਼ ਦੇ ਬਾਰੇ ਗਿਆਨ ਹੋਏ ਤੈਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਤੁਸੀਂ ਫੇਰ ਵੇਖੋ ਉਹਨਾਂ ਨੇ ਫੇਰ ਸਾਨੂੰ ਹੋਰ ਮਾਈਕਰੋ ਜਿਹੜੇ ਪੁਆਇੰਟ ਹੈਗੇ ਉਹਨਾਂ ਬਾਰੇ ਵੀ ਗਿਆਨ ਕਰਾਇਆ। ਫਿਰ ਉਹ ਕਹਿ ਰਹੇ ਨੇ ਸਵਾਦ ਦੀ ਗੱਲ ਕਰਦੇ ਆ, ਸਨੇਹ ਦੀ ਗੱਲ ਕਰਦੇ ਆ, ਟੋਪ ਮਮਤਾ ਕਾ ਕੁਬੁੱਧ ਕਮਾਨ ਚੜਾਈ। ਸਵਾਦ ਸਨਾਹ ਦਾ ਮਤਲਬ ਗੁਰਕੀ ਸਾਹਿਬ ਬੁਲੇਟ ਪ੍ਰੂਫ ਜੈਕਟ, ਸਵਾਦ ਦੀ ਜੈਕਟ ਆ। ਦੇਖ ਲਓ ਤੁਸੀਂ ਰੋਟੀ ਥੋੜੀ ਖਾਂਦੇ ਜੋ, ਸਵਾਦ ਵੀ ਚਾਹੀਦਾ। ਹਾਂ, ਤੁਸੀਂ ਭੁੱਖ ਲੱਗੀ ਹੋਵੇ ਤੁਹਾਨੂੰ, ਨਹੀਂ ਸਵਾਦ ਤੇ ਨਹੀਂ ਖਾਓਗੇ, ਤੁਸੀਂ ਕਹੋਗੇ ਅੱਜ ਮੇਰਾ ਮੂਡ ਨਹੀਂ ਹੈਗਾ, ਉਹ ਚੀਜ਼ ਸਵਾਦ ਨਹੀਂ ਹੈਗੀ। ਪਰ ਜਦ ਕਿ ਉਹ ਚੀਜ਼ ਤੇ ਸਾਡੇ ਢਿੱਡ ਲਈ, ਉਹਨੇ ਤੇ ਸਾਡੇ ਸਰੀਰ ਚ ਪੌਸ਼ਟਿਕ ਤੱਤ ਦੇਣੇ ਸੀ, ਪਰ ਪੌਸ਼ਟਿਕ ਤੱਤ ਨਹੀਂ ਪਵੇਂਦੇ, ਆਪਾਂ ਕਹਿੰਦੇ ਸਵਾਦ ਇਸ ਤਰ੍ਹਾਂ ਚਾਹੀਦਾ। ਉਹ ਫਿਰ ਐਸੇ ਕੈਮੀਕਲ ਕੱਢ ਕੇ ਪਾ ਦਿੰਦੇ ਵਿੱਚ, ਸਵਾਦ ਹੀ ਸਵਾਦ ਹੈ, ਸ਼ਕਤੀ ਤੇ ਨੱਚ ਹੈ ਕੋਈ ਨਾ। ਇਸ ਕਰਕੇ ਕਹਿੰਦੇ ਨੇ ਕਿ ਸਵਾਦ ਦੇ ਵਿੱਚ ਹੀ ਕਾਫੀ ਗੜਬੜਿਆ, ਤੇ ਟੋਪ ਮਮਤਾ ਦਾ ਪਾਇਆ ਹੋਇਆ, ਟੋਪੀ ਪਾਈ ਹੋਈ ਹੈ, ਪੂਰਾ ਕਵਰ ਕੀਤਾ ਹੋਇਆ ਕੁਬੁੱਧੀ ਨੂੰ। ਹੁਣ ਬੁੱਧੀ ਜਿਹੜੀ ਆ, ਬੁੱਧੀ ਤੇ ਕਹਿੰਦੀ ਹੈ ਬਈ ਆਹ ਗਲਤ ਹੈ, ਆਹ ਸਹੀ ਹੈ, ਤੇ ਕੁਬੁੱਧੀ ਕਹਿੰਦੀ ਹੈ ਜਿਹੜਾ ਗਲਤ ਹੈ ਉਹਨੂੰ ਕਹਿੰਦੀ ਸਹੀ ਹੈ, ਤੇ ਜਿਹੜਾ ਸਹੀ ਹੈ ਉਹਨੂੰ ਕਹਿੰਦੀ ਗਲਤ ਹੈ। ਬਸ ਮਨ ਤੁਹਾਡੇ ਨੂੰ ਕਨਵਿੰਸ ਕਰ ਦਿੰਦੀ ਹੈ। ਜਿੱਦਾਂ 2 ਸੈਕਟਰੀ ਨਹੀਂ ਹੁੰਦੀਆਂ, ਕੁੜੀਆਂ ਖਲੋਤੀਆਂ ਹੋਣ ਤੇ ਉਹ ਮੈਨੇਜਰ ਨੂੰ ਕਹਿਣੀਆਂ ਸਾਰਾ ਬਹੁਤ ਵਧੀਆ, ਤੇ ਸਰ ਵੀ ਜਰਾ ਫੁੱਲ ਜਾਂਦਾ, ਸਰ ਵੀ ਸਾਡੇ ਮਨ ਵਰਗਾ ਹੁੰਦਾ, ਠੀਕ ਨੇ ਜੱਸਾ। ਉਹ ਕਹਿੰਦਾ ਕੁੜੀਆਂ ਠੀਕ ਹੀ ਕਹਿੰਦੀਆਂ, ਪਰ ਉਹ ਵੇਂਦਾ ਨਹੀਂ ਕਿ ਇਹ ਜਿਹੜਾ ਇੱਕ ਕੁੜੀਆਂ ਹੈਗੀਆਂ ਇੱਕ ਬੁੱਧੀ ਦੀਆਂ ਮਾਲਕਣਾ,
ਇਹ ਗਿਆਨ ਨਹੀਂ ਦੇ ਰਹੀਆਂ, ਇਹ ਤੈਨੂੰ ਗਲਤ ਰਸਤੇ ਤੇ ਲੈ ਕੇ ਜਾ ਰਹੀ। ਪਰ ਤੂੰ ਦੇਖ, ਤੂੰ ਵਿਵੇਕ ਤੋਂ ਕੰਮ ਲੈ ਕਿ ਇਹ ਜਿਹੜਾ ਤੈਨੂੰ ਬਾਹਰ ਦਾ ਜਿਹੜਾ ਸੰਸਾਰ ਤੈਨੂੰ ਗਾਈਡ ਕਰ ਰਿਹਾ, ਉਹ ਗਲਤ ਗਾਈਡ ਕਰ ਰਿਹਾ ਵਾ, ਤੈਨੂੰ ਸਹੀ ਜਗ੍ਹਾ ਥੋੜੀ ਲੈ ਕੇ ਜਾ ਰਿਹਾ। ਔਰ ਦੇਖਣਾ ਉਹਨੂੰ ਧਰਮ ਦੇ ਤਰਾਜੂ ਚ ਜੋਖ ਕੇ ਵੇਖ ਲੈ, ਤੈਨੂੰ ਆਪੇ ਪਤਾ ਲੱਗ ਜੂ ਕੀ ਸਹੀ ਤੇ ਕੀ ਗਲਤ ਹੈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਔਰ ਇੱਕ ਹੋਰ ਸੌਖਾ ਤਰੀਕਾ ਹੈ, ਤੁਸੀਂ ਜਿਹਦੇ ਨਾਲ ਜੋ ਵੀ ਕਰਦੇ ਜੋ ਉਸ ਜਗ੍ਹਾ ਤੇ ਆਪਣੇ ਆਪ ਨੂੰ ਲੈ ਜਾਓ। ਤੁਸੀਂ ਫਿਰ ਲੈ ਲਓ ਤੇ ਫਿਰ ਦੇਖੋ ਕਿ ਇਹ ਮਹਿਸੂਸ ਕਰੋ ਕਿ ਜੇ ਤੁਹਾਡੇ ਨਾਲ ਕੋਈ ਏਦਾਂ ਕਰੇ ਤਾਂ ਤੁਸੀਂ ਕੀ ਮਹਿਸੂਸ ਕਰੋਗੇ। ਬਸ ਸਮਝ ਲਓ, ਉਸੇ ਟਾਈਮ ਹੀ ਤੁਹਾਨੂੰ ਗਿਆਨ ਹੋ ਜਾਣਾ। ਪਰ ਕਬੁੱਧੀ ਕਹਿੰਦੀ ਹੈ ਤੂੰ ਬਿਲਕੁਲ ਸਹੀ ਆ, ਉਹਨੂੰ ਸਬਕ ਦੇਣਾ ਜ਼ਰੂਰੀ ਸੀ, ਚੰਗਾ ਸਬਕ ਦਿੱਤਾ ਉਹਨੂੰ। ਤਾਂ ਕਹਿਣ ਤੋਂ ਭਾਵ ਇਹ ਆ ਕਿ ਇੱਥੇ ਆਪਾਂ ਇਹ ਸਮਝਣ ਦੀ ਲੋੜ ਆ ਆਪਾਂ ਨੂੰ ਕਿ ਕਬੁੱਧੀ ਜਿਹੜੀ ਹੈਗੀ ਆ ਉਸ ਤੋਂ ਮੁਕਤੀ ਪ੍ਰਾਪਤ ਕਰਨੀ ਆ। ਤੇ ਬਾਣੀ ਚ ਕਿਹਾ ਕਿ ਤੀਜੇ ਬੁੱਧ ਵਿਵੇਕਾ, ਬਾਣੀ ਚ ਕਹਿੰਦੇ ਨੇ ਪਰਮਾਤਮਾ ਨੂੰ ਕਹਿੰਦੇ ਮੈਨੂੰ ਤੀਜੇ ਬੁੱਧ ਵਿਵੇਕਾ, ਮੈਨੂੰ ਬੁੱਧੀ ਮੇਰੀ ਝੋਲੀ ਦੇ ਵਿੱਚ ਖੈਰ ਪਾਓ, ਮੈਨੂੰ ਬੁੱਧੀ ਦਿਓ, ਵਿਵੇਕ ਬੁੱਧੀ ਦਿਓ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਹਾਂਜੀ ਅੱਗੇ ਚੱਲੀਏ। ਕਹਿੰਦੇ ਦੇਖ ਲਓ, ਕਹਿੰਦੇ ਤੀਰ ਨਿਕਲ ਰਹੇ, ਕਹਿੰਦੇ ਤ੍ਰਿਸ਼ਨਾ ਦੇ ਤੀਰ ਨਿਕਲ ਰਹੇ, ਬਾਰ-ਬਾਰ ਤੀਰ ਮਾਰਦੀ ਹੈ ਤ੍ਰਿਸ਼ਨਾ ਦੇ, ਤੇ ਭਗਤੀ ਵੱਲ ਨੂੰ ਤਾਂ ਭਗਤੀ ਦੀ ਤਾਂ ਉੱਥੇ ਕੋਈ ਹੈ ਹੀ ਨਹੀਂ। ਭਗਤੀ ਵਾਲੀ ਗੱਲ ਤਾਂ ਦਿਮਾਗ 'ਚ ਆਉਂਦੀ ਹੀ ਨਹੀਂ ਹੈ ਇਹ ਤ੍ਰਿਸ਼ਨਾ ਦੇ ਇਲਾਵਾ। ਤ੍ਰਿਸ਼ਨਾ ਤੀਰ ਰਹੇ ਘਟ ਪੀਤਰ, ਇਉਂ ਗੜ ਲਿਓ ਨਾ ਜਾਏ। ਕਹਿੰਦੇ ਇਸ ਤਰ੍ਹਾਂ ਤਾਂ ਭਾਈ ਇਹ ਗੇਮ ਜਿੱਤੀ ਨਹੀਂ ਜਾਣੀ ਭਾਈ, ਇਹ ਗੜ ਨਹੀਂ ਜਿੱਤਿਆ ਜਾਣਾ ਭਾਈ। ਤੇ ਬਿਲਕੁਲ ਠੀਕ ਹੈ ਜੀ। ਕਹਿੰਦੇ ਚੇਲੇ ਚਪਟੇ ਜਿਹੜੇ ਹੈਗੇ ਆ ਸਾਰੇ ਕਹਿੰਦੇ ਤ੍ਰਿਸ਼ਨਾ ਦੇ ਹੈਗੇ ਆ। ਹਾਂ, ਤੇ ਉਹ ਤ੍ਰਿਸ਼ਨਾ ਜਿਹੜੀ ਹੈਗੀ ਆ ਉਹ ਮ੍ਰਿਗ ਤ੍ਰਿਸ਼ਨਾ। ਬਿਲਕੁਲ, ਉਹਦਾ ਕੋਈ ਐਂਡ ਨਹੀਂ ਹੈਗਾ। ਇਹ ਥੋੜੀ ਕੋਈ ਸਾਹਮਣੇ ਜਿਹੜਾ ਪਾਣੀ ਦਿਖਦਾ ਉਹਨੂੰ ਪੀ ਕੇ ਇਹਨੇ ਸ਼ਾਂਤ ਹੋਣਾ, ਇਹਨੇ ਕਹਿਣਾ ਨਹੀਂ ਉਹ ਪਾਣੀ ਇੱਕ ਹੋਰ ਹੈ, ਉੱਥੇ ਚੱਲੀਏ। ਫਿਰ ਉੱਥੇ ਗਏ ਤੁਸੀਂ ਕਹਿਣਾ ਵਾ ਤੁਸੀਂ ਮਾੜਾ ਮੋਟਾ ਰਿਲੈਕਸ ਹੋਣ ਦੀ ਕੋਸ਼ਿਸ਼ ਕਰਨਾ, ਨਹੀਂ ਨੇ ਕਹਿਣਾ ਛੱਡ ਖੜਾ ਉਹ ਦੂਜਾ ਪਾਣੀ ਉਧਰ ਜਾਣਾ। ਤਾਂ ਮ੍ਰਿਗ ਤ੍ਰਿਸ਼ਨਾ ਜਿਹੜੀ ਹੈਗੀ ਆ ਕਹਿੰਦੇ ਉਹਦੇ ਤੀਰ ਬੜੇ ਖਤਰਨਾਕ, ਤੁਹਾਨੂੰ ਇਸ ਤਰੀਕੇ ਨਾਲ ਗੁੰਮਰਾਹ ਕਰੇਗੀ ਔਰ ਜ਼ਿੰਦਗੀ ਭਰ ਤੁਸੀਂ ਭੱਜੇ ਫਿਰਨਾ। ਔਰ ਸਾਰੀ ਜ਼ਿੰਦਗੀ ਬੰਦਾ ਅਧਰਮ ਦੇ ਕੰਮ ਕਿਉਂ ਕਰਦਾ? ਕਿਉਂਕਿ ਤ੍ਰਿਸ਼ਨਾ ਵਾ। ਦੇਖੋ ਸਾਡੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਨੇ, ਸਾਡੀਆਂ ਇੱਛਾਵਾਂ ਦੀ ਪੂਰਤੀ ਨਹੀਂ ਹੋ ਸਕਦੀ। ਇੱਛਾਵਾਂ ਤੇ ਹੁਣ ਕੀਤਾ ਆਪਾਂ ਕੀ ਮੰਗ ਲੈਣਾ, ਫਿਰ ਉਹਨੂੰ ਮੰਗਣਾ ਤੇ ਬਹੁਤ ਆਸਾਨ ਹੈ, ਪੂਰਾ ਕਰਨ ਦੇ ਲਈ ਕਈ ਵਾਰੀ 50 ਜਨਮ ਲੱਗ ਜਾਣ ਤਾਂ ਵੀ ਨਹੀਂ ਪੂਰਾ ਹੋਣਾ। ਐਡਾ ਵੱਡਾ ਪ੍ਰੋਜੈਕਟ ਆਪਾਂ ਸੋਚ ਲੈਂਦੇ, ਏਦਾਂ ਦੀ ਹੈਗੀ ਇੱਛਾ ਸ਼ਕਤੀ। ਸਹੀ ਹੈ ਨਜਰ ਸਾਹਿਬ? ਹਾਂਜੀ। ਹੁਣ ਜਿਹੜਾ ਹੈਗਾ ਕਹਿੰਦੇ ਆ, ਹੁਣ ਇੱਥੇ ਤੱਕ ਪ੍ਰੋਬਲਮ ਦੱਸੀ ਆ, ਹੁਣ ਅੱਗੇ ਹੁਣ ਜਿਹੜਾ ਸੋਲੂਸ਼ਨ ਦੱਸ ਰਹੇ ਕਬੀਰ ਜੀ। ਹੁਣ ਗੜ ਜਿੱਤਣ ਵਾਸਤੇ ਆਪਾਂ ਨੂੰ ਕੋਚਿੰਗ ਦੇ ਰਹੇ ਬਈ ਕਿਵੇਂ ਗੜ ਜਿੱਤਣਾ ਹੈ। ਪ੍ਰੇਮ ਪਲੀਤਾ, ਕਹਿੰਦੇ ਪ੍ਰੇਮ ਚਾਹੀਦਾ ਹੈ ਭਾਈ। ਪਹਿਲੀ ਗੱਲ ਪ੍ਰੇਮ ਚਾਹੀਦਾ ਹੈ ਪਰਮਾਤਮਾ ਦੇ ਨਾਲ, ਔਰ ਇਹ ਜਿਹੜਾ ਹੈਗਾ ਇਹ ਗਿਆਨ ਦੇ ਨਾਲ, ਇਹ ਜਿਹੜਾ ਹੈਗਾ ਬ੍ਰਹਮ ਗਿਆਨ ਦੇ ਨਾਲ ਪਿਆਰ ਚਾਹੀਦਾ ਹੈ। ਪਿਆਰ ਦੇ ਨਾਲ ਕੰਮ ਹੋਣਾ ਹੈ ਸਾਰਾ ਦਾ ਸਾਰਾ। ਪ੍ਰੇਮ ਪਲੀਤਾ, ਪ੍ਰੇਮ ਦਾ ਪਲੀਤਾ। ਕਹਿੰਦੇ ਸੁਰਤ ਹਵਾਈ, ਇੱਕ ਕਹਿੰਦੇ ਤੈਨੂੰ ਜਿਹੜੀ ਹੈਗੀ ਆ ਹਵਾਈ ਲੈਣੀ ਪਊਗੀ ਭਾਈ, ਆਪਣੀ ਹਵਾਈ ਕਹਿੰਦੇ ਆ ਤੋਪ। ਪਹਿਲਾਂ ਹਵਾਈ ਦਾ ਨਾਂ ਤੋਪ ਸੀਗਾ, ਤੋਪ ਨੂੰ ਹਵਾਈ ਕਹਿੰਦੇ, ਹੁਣ ਵੀ ਕਹਿੰਦੇ ਆ ਹਵਾਈ ਜਦ ਉੱਡਦੀਆਂ ਜਾਂਦੀਆਂ ਕਹਿੰਦੇ ਹਵਾ ਦੇ ਵਿੱਚ ਜਾਂਦੀਆਂ ਜਿਹੜੀਆਂ, ਕਹਿੰਦੇ ਉਹ ਕਹਿੰਦੇ ਤੇਰੀ ਸੁਰਤ ਜਿਹੜੀ ਹੈਗੀ ਉਹਨੂੰ ਹਵਾਈ ਬਣਾਉਣਾ ਪੈਣਾ ਹੈ ਤੈਨੂੰ। ਸੁਰਤ ਦੇ ਨਾਲ ਗੱਲ ਹੋਣੀ ਹੈ ਸਾਰੀ ਦੀ ਸਾਰੀ, ਸੁਰਤ ਨੂੰ ਫੜਨਾ ਪੈਣਾ ਹੈ ਤੈਨੂੰ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਕਹਿੰਦੇ ਉਹਦੇ ਵਿੱਚੋਂ ਗੋਲਾ ਨਿਕਲੇ। ਸੁਰਤ ਖਾਲੀ ਸੁਰਤ ਨਹੀਂ, ਸੁਰਤ ਜਿਹੜੀ ਹੈਗੀ ਗਿਆਨ ਕੀ ਕਹਿ ਰਿਹਾ ਆ, ਮੇਰਾ ਗੁਰੂ ਕੀ ਕਹਿ ਰਿਹਾ ਹੈ, ਬ੍ਰਹਮ ਗਿਆਨ ਕੀ ਕਹਿ ਰਿਹਾ ਹੈ, ਉਹ ਧਿਆਨ ਸਿਮਰਨ ਕਰਨ ਨੂੰ ਕਹਿ ਰਿਹਾ, ਉਹ ਵਿਚਾਰ ਬੰਦ ਕਰਨ ਨੂੰ ਕਹਿ ਰਿਹਾ। ਕਹਿੰਦੇ ਉਹ ਗੋਲਾ ਚੱਲਣਾ ਚਾਹੀਦਾ ਉਹਦੇ ਤੋਂ, ਆਪਣੇ ਵਿਚਾਰਾਂ ਨੂੰ ਕਾਬੂ ਕਰਨਾ ਹੈ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸੁਰਤ ਸਿਮਰਤ ਦੋਏ ਕੰਨੀ ਮੁੰਦਰਾ। ਕਹਿੰਦੇ ਆ ਭਾਈ ਵਿਚਾਰਾਂ ਨੂੰ ਰੋਕਣਾ, ਆਹ ਗਿਆਨ ਦਾ ਗੋਲਾ ਆ। ਪ੍ਰੇਮਾ ਭਗਤੀ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਬ੍ਰਹਮ ਅਗਨ ਸਹਜੇ ਪਰ ਜਾਲੀ, ਏਕ ਕੈ ਚੋਟ ਸਿਝਾਇਆ। ਕਹਿੰਦੇ ਤਾਂ ਤੇਰੇ ਅੰਦਰ ਜਿਹੜੀ ਪ੍ਰਾਣ ਸ਼ਕਤੀ ਉੱਪਰ ਜਾਏਗੀ ਤੇ ਬ੍ਰਹਮ ਅਗਨ ਪੈਦਾ ਹੋ ਜਾਏਗੀ। ਉਹ ਬ੍ਰਹਮ ਅਗਨ ਜਿਹੜੀ ਹੈਗੀ ਆ, ਇਹ ਸਾਰੇ ਜਿਹੜੇ ਹੈਗੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਇਹ ਜਿਹੜੇ ਤੇਰੇ ਵਿਚਾਰ ਤੇਰੇ ਸੰਸਕਾਰ ਇਹਨਾਂ ਨੂੰ ਸਾੜੇਗੀ। ਬ੍ਰਹਮ ਅਗਨ ਸਹਜੇ ਪਰ ਜਾਲੀ, ਸਹਿਜ ਅਵਸਥਾ ਵੀ ਆ ਜਾਏਗੀ ਔਰ ਬ੍ਰਹਮ ਅਗਨ ਪ੍ਰਜਵਲਿਤ ਹੋ ਜਾਏਗੀ। ਇੱਕ ਕੈ ਚੋਟ ਸਿਝਾਇਆ, ਇੱਕੋ ਚੋਟ ਦੇ ਨਾਲ ਜਿਹੜਾ ਹੈਗਾ ਸੋਝੀ ਹੋ ਜਾਏਗੀ ਤੈਨੂੰ। ਜੇ ਕਿਤੇ ਤੂੰ ਜੇ ਧਿਆਨ ਸਿਮਰਨ ਜਿਹੜਾ ਹੈਗਾ ਗੁਰੂ ਦੇ ਹਿਸਾਬ ਦੇ ਨਾਲ ਧਿਆਨ ਸਿਮਰਨ ਕਰੇਗਾ ਤਾਂ
ਪ੍ਰੇਮ ਦੇ ਨਾਲ ਪ੍ਰੇਮਾ ਭਗਤੀ ਕਰੇਗਾ ਤਾਂ ਇੱਕ ਵਾਰੀ ਦੇ ਨਾਲ ਹੀ ਤੈਨੂੰ ਪਤਾ ਲੱਗ ਜਾਣਾ ਹੈ ਭਾਈ, ਤੇਰੇ ਮਨ ਨੇ ਜਿਹੜਾ ਹੈਗਾ ਉਹ ਪਤੰਦਰ ਨੂੰ ਪਤਾ ਲੱਗ ਜਾਣਾ ਵੀ ਆਹ ਵੀ ਚੀਜ਼ ਹੈਗੀ ਆ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੈ ਚੋਟ ਸਿਝਾਇਆ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਆ ਗਈ ਨਾ ਬ੍ਰਹਮ ਅਗਨ। ਆਪ ਜੀ ਕਹਿੰਦੇ ਨੇ ਕਿ ਚਰਨਜੀਤ ਬੜਾ ਬ੍ਰਹਮ ਅਗਨ ਕਰਦਾ। ਕਿਹੜੀ ਹੈ ਬ੍ਰਹਮ ਅਗਨ? ਵੇਖੋ ਕਬੀਰ ਜੀ ਕਹਿ ਰਹੇ ਨੇ ਕਿ ਬ੍ਰਹਮ ਅਗਨ ਪੈਦਾ ਕਰ ਲਈ। ਦੇਖੋ ਅੱਗ ਦਾ ਸੁਭਾਅ ਕੀ ਆ? ਚੀਜ਼ ਨੂੰ ਸਾੜ ਦੇਣਾ, ਉਹਨੇ ਨਸ਼ਟ ਕਰ ਦੇਣਾ। ਬਹੁਤ ਪਾਵਰਫੁਲ ਚੀਜ਼ ਹੁੰਦੀ ਹੈ, ਪਰ ਇਹ ਹੈਗੀ ਬ੍ਰਹਮ ਅਗਨ। ਇਹ ਨਿਜਰ ਸਾਹਿਬ ਇਹ ਔਗਣਾਂ ਨੂੰ ਸਾੜਦੀ ਹੈ। ਜਿਹੜੇ ਕਾਰਨ ਸਰੀਰ ਦੇ ਵਿੱਚ ਹੁੰਦੇ ਨਾ ਉਹ ਔਗਣ, ਉਹਨਾਂ ਨੂੰ ਜਾਲ ਦਿੰਦੀ ਆ, ਸਾੜ ਦਿੰਦੀ ਆ। ਬਹੁਤ ਪ੍ਰਚੰਡ ਅਗਨ ਹੋਈ ਆ। ਪਰ ਇਹ ਜਦੋਂ ਇਹ ਪ੍ਰਗਟ ਹੋ ਜਾਂਦੀ ਆ ਫਿਰ ਜ਼ਿਆਦਾ ਕੰਮ ਨਹੀਂ ਆ ਸਾਡਾ, ਫਿਰ ਆਪਣੇ ਆਪ ਹੀ ਬਾਈ ਪ੍ਰੋਡਕਟ ਆ। ਹੁਣ ਤੁਸੀਂ ਇੱਕ ਚੀਜ਼ ਨੂੰ ਅੱਗ ਲਾ ਦਿਓ, ਉਸ ਤੋਂ ਬਾਅਦ ਅਸੀਂ ਕੀ ਕਰਨਾ? ਅਸੀਂ ਤੇ ਵੇਖਣਾ ਬਸ, ਬਾਕੀ ਕੰਮ ਤੇ ਅੱਗ ਨੇ ਆਪੇ ਕਰ ਦੇਣਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ। ਸਾਰੇ ਸੰਸਕਾਰ, ਸਾਰੀਆਂ ਲੀਹਾਂ ਸੜ ਜਾਣੀਆਂ। ਮਨ ਜਿਹੜਾ ਹੈਗਾ, ਜਿਨ੍ਹਾਂ ਲੀਹਾਂ ਦੇ ਜਿਹੜੀਆਂ ਮਨ ਨੂੰ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਐਕਟਿਵ ਕਰ ਦਿੰਦੀਆਂ ਸੀਗੀਆਂ, ਕਹਿੰਦੇ ਉਹਦੀ ਫੀਲਡ ਹੀ ਨਹੀਂ ਰਹਿਣੀ ਉੱਥੇ, ਮਨ ਦੇ ਕੋਲ ਉਹ ਵਿਚਾਰ ਹੀ ਨਹੀਂ ਰਹਿਣੇ। ਇਹਨੇ ਕੀ ਕਰਨਾ? ਜਿੱਦਾਂ ਤਵਾ ਨਹੀਂ ਹੁੰਦਾ ਨਿੱਜਰ ਸਾਹਿਬ, ਤਵੇ ਦੇ ਥੱਲੇ ਅੱਗ ਬਾਲ ਦੋ ਤੁਸੀਂ, 10-15 ਮਿੰਟ ਤਵੇ ਨੂੰ ਚਲਾ ਦੋ, ਉਸ ਤੋਂ ਬਾਅਦ 2-4 ਬੂੰਦਾਂ ਪਾਣੀ ਦੀਆਂ ਡਿੱਗਣ ਤੇ ਭਾਫ ਬਣ ਜਾਣਾ ਉਹਨਾਂ। ਉਸੇ ਤਰ੍ਹਾਂ ਜਦੋਂ ਚਿੱਤ ਨੂੰ ਇਹਨੇ ਪੂਰਾ ਗਰਮ ਕਰਤਾ, ਬ੍ਰਹਮ ਅਗਨ ਕਰਦੀ ਹੈ ਗਰਮ, ਚਿੱਤ ਹੋ ਜਾਂਦਾ ਨਿਰਮਲ। ਉਹ ਕਹਿੰਦੇ ਤੇ ਨਾ ਕਿ ਜੈਸੇ ਗੰਗਾ ਨੀਰ ਪਾਛੇ ਲੱਗੇ ਹਰ ਫਿਰੇ, ਕਹਿਤ ਕਬੀਰ। ਹਾਂ, ਗੰਗਾ ਦਾ ਨੀਰ ਜਿਵੇਂ ਉਵੇਂ ਕਬੀਰ ਕਹਿੰਦੇ ਮੈਂ ਨਿਰਮਲ ਹੋ ਗਿਆ। ਹਾਂ, ਇਹਨੇ ਨਹੀਂ ਨਿਰਮਲ ਕਰਨਾ ਹੈ ਬ੍ਰਹਮ ਅਗਨ ਨੇ। ਜਿਹਨੂੰ ਤੁਹਾਨੂੰ ਮੈਂ ਕਹਿੰਦਾ ਨਾਮ ਪ੍ਰਗਟ ਹੋ ਜਾਣਾ। ਨਾਮ ਤੇ ਬ੍ਰਹਮ ਅਗਨ ਨੇ। ਜਦੋਂ ਪ੍ਰਗਟ ਹੋ ਗਈ ਫਿਰ ਕੁਛ ਨਹੀਂ ਕਰਨਾ, ਫਿਰ ਤੇ ਸ਼ਾਂਤੀ ਨਾਲ ਬੈਠੇ ਰਹਿਣਾ ਤੁਸੀਂ। ਇੱਥੇ ਜ਼ਿਆਦਾ ਕੰਮ ਨਹੀਂ ਹੈਗਾ। ਇਹ ਕਿਰਿਆ ਅਵਸਥਾ 'ਚ ਬਹਿਣਾ ਆਪਾਂ। ਜਦ ਤੱਕ ਬਾਣੀ ਕਹਿੰਦੀ, ਜਦ ਤੱਕ ਮੈਂ ਕਹਿੰਦਾ ਨਾ ਮੈਂ ਕੁਛ ਕਰਦਾ ਵਾਂ, ਤਦ ਤੱਕ ਵਿਧੀ ਆਪਾਂ ਸਮਝ ਲਓ ਕਿ ਕੋਈ ਸਹੀ ਨਹੀਂ ਕਰ ਰਿਹਾ। ਜਿੰਨਾ ਚਿਰ ਤਾਂ ਆਪਾਂ ਸੋਚਦੇ ਨਾ ਕਿ ਮੈਂ ਕਰਦੇ ਆ, ਬਾਣੀ ਕਹਿੰਦੀ ਕਿ ਤੂੰ ਆਉਂਦਾ ਜਾਂਦਾ ਮਰਦਾ ਹੀ ਰਹਿਣਾ, ਕਿਉਂਕਿ ਤੇਰੇ ਕੀਤਿਆਂ ਕੁਛ ਨਹੀਂ ਹੋਣਾ। ਹਾਂ, ਜਿੱਦਾਂ ਤੂੰ ਕੁਛ ਨਾ ਕੀਤਾ, ਸਭ ਕੁਛ ਬੰਦ ਕਰਤਾ, ਤੇ ਉਦੋਂ ਸਭ ਕੁਝ ਆਪਣੇ ਆਪ ਹੀ ਹੋ ਜਾਣਾ। ਸਹੀ ਹੈ ਨਜ਼ਰ ਸਾਹਿਬ? ਹਾਂਜੀ ਬਿਲਕੁਲ। ਹਾਂ, ਉਹ ਕਹਿ ਰਹੇ ਨੇ ਕਿ ਬ੍ਰਹਮ ਅਗਨ ਜਲਾਈ ਆ ਤੇ ਫਿਰ ਇੱਕ ਚੋਟ, ਉਹ ਇੰਨੀ ਪਾਵਰਫੁਲ ਸ਼ਕਤੀ ਆ। ਜਿੱਦਣ ਵੀ ਬ੍ਰਹਮ ਅਗਨ ਪ੍ਰਗਟ ਹੋਈ ਤੇ ਇੱਕ ਚੋਟ ਦੇ ਨਾਲ ਹੀ ਸੋਝੀ ਹੋ ਜਾਣੀ, ਸਾਰਾ ਕੁਝ ਕਲੀਅਰ ਹੋ ਜਾਣਾ। ਤੁਸੀਂ ਦੇਖੋ, ਆਪ ਇੱਕ ਸੰਗਤ ਜੀ, ਹਜ਼ਾਰਾਂ ਏਕੜ ਪੈੜੀ ਹੋਏ, ਘਾਹ ਦੇ ਨਾਲ ਭਰੀ ਹੋਵੇ, ਕਿਤੇ ਹਜ਼ਾਰਾਂ ਤੀਲੀਆਂ ਦੀ ਲੋੜ ਪੈਂਦੀ ਹੈ? ਨਹੀਂ, ਇੱਕ ਤੀਲੀ ਨਾਲ ਅੱਗ ਲਾ ਦੋ ਤੇ ਬਾਕੀ ਆਪੇ ਸੜ ਜਣੀ ਹੈ। ਜੰਗਲਾਂ ਦੇ ਜੰਗਲ ਸੜ ਜਾਂਦੇ ਨੇ, ਅਗਨ ਚ ਇੰਨੀ ਪਾਵਰ ਹੈ। ਇਸੇ ਹੀ ਤਰ੍ਹਾਂ ਜਦੋਂ ਇਹ ਪ੍ਰਗਟ ਹੋ ਗਈ ਤਾਂ ਆਪਣੇ ਆਪ ਹੀ ਸੋਝੀ ਆ ਜਾਣੀ ਆ। ਪ੍ਰਗਟ ਤੋਂ ਬੋਲੋ ਸਤ ਸੰਤੋਖ ਲੈ ਲਰਨੇ ਲਾਗਾ। ਕਹਿੰਦੇ ਇਹਦੇ ਵਿੱਚ ਜਿਹੜਾ ਹੈਗਾ ਸੱਤ ਹੈਗਾ, ਸੱਤ ਜਿਹੜਾ ਹੈਗਾ, ਇਹ ਜਿਹੜਾ ਹੈਗਾ ਆਟੋਮੈਟਿਕਲੀ ਆਪਣੇ ਅੰਦਰ ਸੱਤ ਆ ਜਾਣਾ ਹੈ। ਇਹ ਜਿਹੜੀਆਂ ਆਪਣੀਆਂ ਇੰਦਰੀਆਂ ਜਿਹੜੀਆਂ ਹੈਗੀਆਂ, ਇਹ ਸੱਤ ਦੇ ਨਾਲ ਚੱਲਣਗੀਆਂ। ਹੁਣ ਜਿਹੜੇ ਸੱਤ ਦੇ ਵਾਸਤੇ ਇੰਨਾ ਜਿਹੜਾ ਹੈਗਾ ਤਰਲਾ ਮੱਛੀ ਹੁੰਦਾ ਸੀ ਇਨਸਾਨ, ਬਈ ਮੈਂ ਜਿਹੜਾ ਹੈਗਾ ਕਾਮ ਵੀ ਰੋਕ ਲਵਾਂ, ਕ੍ਰੋਧ ਵੀ ਰੋਕ ਲਵਾਂ, ਆ ਵੀ ਲੋਭ ਵੀ ਰੋਕ ਲਵਾਂ। ਕਹਿੰਦੇ ਆਟੋਮੈਟਿਕਲੀ ਜਿਹੜੀਆਂ ਹੈਗੀਆਂ ਤੇਰੀਆਂ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ, ਇਹ ਪ੍ਰੇਮਾ ਭਗਤੀ ਦੇ ਨਾਲ ਜਿਹੜੀ ਹੈਗੀ ਅੰਤਰਗਤ ਨੂੰ, ਅੰਦਰ ਵੱਲ ਨੂੰ ਇਹਨਾਂ ਦੀ ਯਾਤਰਾ ਸ਼ੁਰੂ ਹੋ ਜਾਣੀ ਆ। ਤੇ ਸੰਤੋਖ ਰੱਖੀ ਆਪਣੇ ਵਿੱਚ, ਸੰਤੋਖ ਪੈਦਾ ਹੋ ਜਾਣਾ ਹੈ ਆਟੋਮੈਟਿਕਲੀ। ਸਤ ਸੰਤੋਖ ਲੈ ਲਰਨੇ ਲਾਗਾ। ਆ ਭਾਈ ਇਸ ਤਰ੍ਹਾਂ ਜਿਹੜਾ ਹੈਗਾ ਆਹ ਹਥਿਆਰ ਹੈਗੇ ਸੱਤ ਤੇ ਸੰਤੋਖ ਦੇ। ਤੋਰੇ ਦੋਏ ਦਰਵਾਜ਼ਾ, ਕਹਿੰਦੇ ਦੋਨੋਂ ਦੇ ਦੋਨੋਂ ਦਰਵਾਜ਼ੇ ਜਿਹੜੇ ਹੈਗੇ ਤੋੜ ਦਿੱਤੇ। ਦੋਨੋਂ ਦੇ ਦੋਨੋਂ ਦਰਵਾਜ਼ੇ, ਪਾਪ ਪੁੰਨ ਦਾ ਦਰਵਾਜ਼ਾ ਸੀਗਾ, ਦਰਵਾਜ਼ੇ ਹੀ ਭੰਨਤੇ। ਲਓ ਹੁਣ ਬਗੈਰ ਰੁਕਾਵਟ ਹੀ ਖਤਮ ਹੋ ਗਈ। ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਇੱਥੇ ਗੋਰਖੀ ਸਾਹਿਬ ਜਿਹੜਾ ਹੈਗਾ ਥੋੜ੍ਹਾ ਜਿਹਾ ਸਮਾਂ ਲਵਾਂਗੇ ਆਪਾਂ, ਕਿਉਂਕਿ ਆਪਾਂ ਸਮਝਦੇ ਸੀ ਸਾਧ ਸੰਗਤ ਜਿਹੜੀ ਹੈਗੀ ਆ, ਮਹਾਰਾਜ ਕਹਿੰਦੇ ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ। ਦੇਖੋ ਦੋ ਚੀਜ਼ਾਂ ਹੋ ਗਈਆਂ, ਇੱਕ ਗੁਰੂ ਹੋ ਗਿਆ, ਇੱਕ ਸਾਧ ਸੰਗਤ ਹੋ ਗਈ। ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ, ਮਾਫ ਕਰਨਾ ਜੀ, ਸਾਧ ਸੰਗਤ ਔਰ ਗੁਰ ਕੀ ਕਿਰਪਾ ਦੋ ਹੋ ਗਏ। ਅਰ ਲਿਖਿਆ ਹੋਇਆ, ਐਂਡ ਲਿਖਿਆ ਹੋਇਆ ਹੈ।
ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਉਹ ਰਾਜਾ ਜਿਹੜਾ ਹੈਗਾ ਕਾਬੂ ਆ ਗਿਆ ਪਾਏ, ਚਾਰਜ ਲੈ ਲਿਆ ਉਹਦੇ ਕੋਲੋਂ। ਦੋ ਚੀਜ਼ਾਂ ਚਾਹੀਦੀਆਂ ਆ, ਇੱਕ ਸਾਧ ਸੰਗਤ ਚਾਹੀਦੀ ਆ, ਇੱਕ ਜਿਹੜੇ ਹੈ ਗਾਈਡ ਗੁਰੂ ਬ੍ਰਹਮ ਗਿਆਨੀ ਚਾਹੀਦੇ ਆ, ਉਹਨਾਂ ਦਾ ਗਿਆਨ ਚਾਹੀਦਾ ਹੈ। ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਬਿਲਕੁਲ ਹੀ ਉਹਨਾਂ ਨੇ ਕਲੀਅਰ ਕੀਤਾ। ਸਾਧ ਸੰਗਤ ਔਰ ਗੁਰੂ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਮਨ ਕਾਬੂ ਆ ਗਿਆ, ਮਨ ਨੂੰ ਫੜ ਲਿਆ, ਨਿਰਵਿਚਾਰ ਕਰ ਲਿਆ ਤੇ ਮਨ ਫੜਿਆ ਗਿਆ। ਹਾਂ, ਕਿਤੇ ਮਨ ਨੂੰ ਫੜਨਾ ਨਾ ਚੱਲ ਜਿਓ, ਉਹ ਕਿੱਥੇ ਲੱਭਣਾ? ਸਾਰਾ ਕੁਝ ਤੁਹਾਡੇ ਵਿਚਾਰ ਨੇ। ਆਪ ਸੋਚਦੇ ਹੋਣੇ ਕਿ ਚਰਨਜੀਤ ਦੀ ਗੱਲਾਂ ਹੀ ਕਰੀਦਾ, ਵਿਚਾਰ ਮਾਰ ਦੋ, ਵਿਚਾਰ ਬੰਦ ਕਰ ਦੋ ਤੇ ਸਾਰਾ ਕੰਮ ਰੋਕ ਆਜੂ। ਇਹ ਕੀ ਕਹਿ ਰਹੇ ਨੇ? ਸੱਚ ਹੀ ਹੋਈ ਆ, ਕੇਵਲ ਵਿਚਾਰਾਂ ਨੂੰ ਹੀ ਸ਼ਾਂਤ ਕਰਨਾ ਹੈ ਔਰ ਗੜ ਦਾ ਰਾਜਾ ਫੜਿਆ ਜਾਣਾ। ਜਦੋਂ ਮਨ 'ਚ ਵਿਚਾਰ ਹੀ ਨਹੀਂ ਹੈਗੇ, ਚਿੱਤ 'ਚ ਕੋਈ ਤਰੰਗ ਹੀ ਨਹੀਂ ਪੈਦਾ ਹੋ ਰਹੀ, ਤੇ ਮਨ ਕਿੱਥੋਂ ਆਊਗਾ? ਮਨ ਜਿੱਤਿਆ ਗਿਆ। ਹੁਣ ਸ਼ੁਰੂ 'ਚ ਆਪਾਂ ਨੂੰ 2-4 ਮਿੰਟ ਦੀ ਜਿੱਤ ਪ੍ਰਾਪਤ ਹੁੰਦੀ ਹੈ, ਠੀਕ ਹੈ ਨਿੱਜਰ ਸਾਹਿਬ? ਬਿਲਕੁਲ। 2-4 ਮਿੰਟ, 15 ਮਿੰਟ, 20 ਮਿੰਟ। ਹੁਣ ਨਿੱਜਰ ਸਾਹਿਬ ਕਈ ਵਾਰ ਵੇਖੋ ਤੁਸੀਂ 1 ਘੰਟਾ ਵੀ ਨਿਰਵਿਚਾਰ ਬੈਠੇ ਰਹਿੰਦੇ ਜੋ। ਸਹੀ ਹੈ ਨਾ? ਬਿਲਕੁਲ ਠੀਕ ਹੈ ਜੀ। ਤੇ ਇਹਦਾ ਮਤਲਬ ਕੀ ਹੈ? ਉਹ ਰਾਜਾ ਕੰਟਰੋਲ 'ਚ ਆ ਰਿਹਾ ਬਸ। ਉਹ ਰਾਜਾ ਖੁਦ ਦੁਖੀ ਹੋ, ਸੁਖੀ ਥੋੜੀ ਹੋ ਵਿਚਾਰਾ। ਉਹ ਆਪਾਂ ਇੱਕ ਕਾਰ ਚਲਾਉਂਦੇ ਆ, 1-ਅੱਧਾ ਘੰਟਾ ਤਾਂ ਚਲੋ ਠੀਕ ਆ, ਪਰ ਲਗਾਤਾਰ ਸਾਰਾ ਦਿਨ ਚਲਾਈ ਜਾਈਏ, ਦਿਨ ਰਾਤ ਚਲਾਈ ਜਾਈਏ, ਆਪਾਂ ਕਹਿਣਾ ਭਾਈ ਇੱਥੇ ਪਰੇਸ਼ਾਨੀ ਵੱਧ ਗਈ ਹੈ। ਇਸੇ ਕਰਕੇ ਮਨ ਵੀ ਨਾਲੇ ਕਾਰ ਖੱਡਿਆਂ 'ਚ ਮਾਰ ਰਹੇ ਆ ਆਪਾਂ। ਹਾਂ, ਵਿਚਾਰੀ ਕਾਰ ਨੂੰ ਤੋੜ ਰਹੇ ਆ, ਖੁਦ ਵੀ ਦੁਖੀ, ਤੁਹਾਨੂੰ ਵੀ ਦੁਖੀ ਕਰ ਰਹੇ ਆ। ਫਿਰ ਉਹ ਵੀ ਸ਼ਾਂਤ ਹੋ ਜਾਏਗਾ, ਮਨ ਵੀ ਸ਼ਾਂਤ ਹੋ ਜਾਣਾ। ਫਿਰ ਇੱਕ ਸਮਾਂ ਆਊਗਾ ਮਨ ਨੇ ਤੁਹਾਡਾ ਦੋਸਤ ਬਣ ਜਾਣਾ। ਫਿਰ ਇਹਨੇ ਕਹਿਣਾ ਬਈ ਨਹੀਂ ਆਹ ਬੰਦਗੀ ਕਰੀਏ, ਉਹ ਛੱਡ ਦੇ ਕੰਮ। ਇਹ ਤਿਆਗ ਦਿੰਦਾ ਹੈ ਮਨ ਵੀ। ਹਾਂ, ਮਨ ਨੂੰ ਵੀ ਇੰਟਰਸਟ ਨਹੀਂ ਹੈਗਾ ਬਹੁਤਾ, ਉਹ ਤੇ ਅਗਿਆਨ ਵਾਸਿਆ। ਹੁਣ ਵਿਚਾਰੇ ਨੂੰ ਉੱਥੇ ਸੁੱਖ ਮਿਲਦਾ ਵਾ। ਤੇ ਜਿੱਦਾਂ ਹੁਣ ਮੇਰੇ ਵਰਗੇ ਨੂੰ ਤੁਸੀਂ ਕਹਿ ਦੋ ਕਿ ਚਰਨਜੀਤ ਆ ਵੀ ਤੈਨੂੰ ਮਿੱਠਾ ਖਵਾ ਲਈਏ, ਤੇ ਮੈਂ ਕਹੂੰਗਾ ਕਿ ਬਈ ਜਲੇਬੀਆਂ ਬਹੁਤ ਵਧੀਆ ਨੇ। ਹੁਣ ਮੈਂ ਖਾਧੀਆਂ ਜਲੇਬੀਆਂ ਹੋਣ ਤੇ ਮੇਰੇ ਲਈ ਤੇ ਜਲੇਬੀਆਂ ਹੀ ਵੱਡੀ ਗੱਲ ਹੈ ਨਿੱਜਰ ਸਾਹਿਬ। ਤੇ ਮੈਨੂੰ ਕੀ ਪਤਾ ਕੋਈ ਹੋਰ ਵੀ, ਜੇ ਮੈਂ ਨਹੀਂ ਖਾਧੇ ਪਦਾਰਥ, ਮੈਨੂੰ ਕੀ ਪਤਾ ਇਹ ਤੋਂ ਉੱਪਰ ਵੀ ਕਈ ਪਦਾਰਥ ਹੋਰ ਸਵਾਦ ਹੈਗੇ ਨੇ। ਤਾਂ ਕਹਿਣ ਤੋਂ ਭਾਵੇਂ ਕਿ ਮਨ ਜਿਹੜਾ ਭਰਮ ਦੇ ਵਾਸਤੇ ਇੰਨਾ ਔਗਣਾ 'ਚ ਘੁੰਮ ਰਿਹਾ, ਤੇ ਜਦੋਂ ਇਹਨੂੰ ਆਤਮਾ ਦਾ ਅਨੁਭਵ ਹੋ ਗਿਆ ਤੇ ਇਹਨੇ ਆ ਫਾਲਤੂ ਦੇ ਰਸਾਂ ਨੂੰ ਕੀ ਕਹਿਣਾ? ਇਹਨੂੰ ਚਾਹੀਦੇ ਹੀ ਨਹੀਂ, ਮੁੜ ਕੇ ਜਾਂਦਾ ਹੀ ਨਹੀਂ ਉਧਰ। ਬਿਲਕੁਲ। ਤੇ ਫਿਰ ਉਹ ਕੀ ਕਹਿੰਦੇ ਨੇ, ਆ ਵੇਖਿਆ ਨਾ ਦਰਵਾਜ਼ਾ, ਸਤ ਸੰਤੋਖ ਲੈ ਲਰਨੇ ਲਾਗਾ, ਤੋੜੇ ਦਰਵਾਜ਼ੇ ਭੰਨਤੇ। ਦਰਵਾਜ਼ੇ ਭੰਨਤੇ ਭਾਈ, ਤੋਪ ਦੇ ਗੋਲੇ ਨਿਕਲੇ। ਤੋੜ ਦਿੰਦਾ। ਸੱਤ ਤੇ ਸੰਤੋਖ। ਸੰਤੋਖ ਦਾ ਮਤਲਬ ਪਤਾ ਹੀ ਆਪ ਜੀ ਨੂੰ ਕਿ ਸੱਚ, ਪਹਿਲਾਂ ਸੱਚ ਮਿਲ ਜਾਣਾ, ਮੁੜ ਕੇ ਸੰਤੋਖ ਮਿਲ ਜਾਣਾ। ਸੰਤੋਖ ਦਾ ਮਤਲਬ ਹੈ ਭਾਵੇਂ ਪੈਸੇ ਥੋੜੇ ਆ, ਭਾਵੇਂ ਪੈਸੇ ਜ਼ਿਆਦੇ ਆ, ਉਹ 'ਚ ਖੁਸ਼ ਰਹਿਣਾ। ਇਹ ਨਹੀਂ ਕਿ ਲੋਕਾਂ ਦੇ ਨਾਲ ਈਰਖਾ ਕਰਨੀ ਹੈ ਕਿ ਉਹਨੂੰ ਜ਼ਿਆਦਾ ਮਿਲ ਗਿਆ, ਉਹਦੀ ਪੈਲੀ ਵੱਧ ਗਈ, ਉਹਦੇ ਫਲਾਣੇ ਕੰਮ ਹੋ ਗਏ। ਉਹ ਸਭ ਈਰਖਾ ਦਾ ਮਤਲਬ ਇਹੋ ਹੀ ਆ ਕਿ ਆਪਣੀ ਹਾਂਡੀ, ਆਪਣੇ ਕਾਂਡੇ ਉਬਲ ਕੇ ਆਪਣੇ ਕੰਢੇ ਸਾੜ ਰਹੀ ਆ, ਅਗਲੇ ਨੂੰ ਤਾਂ ਪਤਾ ਹੀ ਨਹੀਂ ਵਿਚਾਰੇ ਨੂੰ। ਇਸ ਕਰਕੇ ਠੀਕ ਹੈ ਜੀ ਨਿੱਜਰ ਸਾਹਿਬ। ਅੱਗੇ ਹੁਣ ਆਖਰੀ ਬੰਦ ਆ ਗਿਆ, ਭਗਵਤ ਭੀਰ। ਭਗਵਤ ਕਹਿੰਦੇ ਆ ਜਿਹੜੇ ਸਤਸੰਗੀ, ਜਿਹੜੇ ਸਿਮਰਨ ਕਰਨ ਵਾਲੇ ਹੈਗੇ, ਉਹਨਾਂ ਦੀ ਸਿਮਰਨ ਕਰਨ ਵਾਲਿਆਂ ਦੀ ਸੰਗਤ, ਜਿਹੜੀ ਸਤ ਸੰਗਤ ਜਿਹੜੀ ਹੈਗੀ ਆ, ਜਿਹੜੀ ਸਿਮਰਨ ਕਰਨ ਵਾਲਿਆਂ ਦੀ, ਉਹਨਾਂ ਦੀ ਭੀੜ, ਉਹਨਾਂ ਦੀ ਸੰਗਤ ਮਿਲੀ। ਸ਼ਕਤ ਸਿਮਰਨ ਕੀ, ਤਾਂ ਇੱਕ ਤਾਕਤ, ਸ਼ਕਤ ਮਤਲਬ ਸ਼ਕਤੀ, ਸਿਮਰਨ ਦੀ ਸ਼ਕਤੀ ਦੇ ਨਾਲ ਤੇ ਸੰਗਤ ਦੇ ਨਾਲ, ਸਿਮਰਨ ਕਰਨ ਵਾਲਿਆਂ ਦੀ ਸੰਗਤ ਦੇ ਨਾਲ। ਭਗਵਤ ਭੀਰ ਸਕਤ ਸਿਮਰਨ ਕੀ, ਕਟੀ ਕਾਲ ਪੈ ਫਾਂਸੀ। ਕਹਿੰਦੇ ਇਹ ਕਾਲ ਦੀ ਫਾਂਸੀ, ਜਿਹੜੀ ਫਾਹੀ ਜਿਹੜੀ ਸੀਗੀ, ਬਾਰ ਜਿਹੜਾ ਹੈਗਾ ਮੈਨੂੰ, ਜਿਹੜਾ ਹੈਗਾ ਮੈਨੂੰ ਆਤਮਿਕ ਮੌਤ ਦੇ ਦਿੰਦਾ ਸੀਗਾ ਕਾਲ, ਔਰ ਜੂਨਾਂ 'ਚ ਭਟਕਾਈ ਜਾਂਦਾ ਸੀਗਾ ਕਿ ਪ੍ਰਕਿਰਤੀ ਦੇ ਵਿੱਚ ਕੈਦ ਕੀਤਾ ਹੋਇਆ ਸੀ। ਕਹਿੰਦੇ ਫਾਹੀ ਸਾਰੀ ਕੱਟ ਗਈ। ਦਾਸ ਕਮੀਰ ਚੜਿਓ ਗੜ ਉੱਪਰ। ਕਮੀਰ ਲਿਖਿਆ ਹੋਇਆ, ਕਬੀਰ ਨਹੀਂ ਲਿਖਿਆ ਹੋਇਆ। ਕਿਉਂ? ਕਮੀਰ ਕਹਿੰਦੇ ਆ ਇੰਨੀਆਂ ਕਮੀਆਂ ਸੀਗੀਆਂ, ਆਹ ਗੜ ਨਹੀਂ ਲਿੱਤਾ ਜਾਂਦਾ ਸੀਗਾ, ਤੇ ਉਹ ਗੜ ਜਿਹੜਾ ਹੈਗਾ ਚੜ ਗਿਆ। ਕਹਿੰਦੇ ਗੜ ਦੇ ਉੱਤੇ ਹੁਣ ਕਬੀਰ ਕਹਿੰਦੇ ਇੰਨੀਆਂ ਕਮੀਆਂ ਦੇ ਬਾਵਜੂਦ ਮਾਲਕ ਪਰਮਾਤਮਾ ਦੇ ਪਰਣੇ ਹੋ ਕੇ, ਗੁਰੂ ਤੋਂ ਗਿਆਨ ਲੈ ਕੇ, ਇਹ ਜਿਹੜਾ ਹੈਗਾ ਧਿਆਨ ਸਿਮਰਨ ਦੇ ਦੁਆਰਾ, ਦਾਸ ਕਮੀਰ ਚੜਿਓ ਗੜ ਉੱਪਰ, ਰਾਜ ਲਿਓ ਅਬਨਾਸੀ। ਕਹਿੰਦੇ ਹੁਣ ਪਰਮਾਨੈਂਟ ਰਾਜ ਲੈ ਲਿਆ, ਕਬਜ਼ਾ ਲੈ ਲਿਆ, ਔਰ ਜਨਮ ਮਰਨ ਦਾ ਜਿਹੜਾ ਹੈਗਾ ਇਹ ਸਾਈਕਲ ਖਤਮ ਕਰ ਦਿੱਤਾ। ਹਾਂਜੀ ਵੀਰ ਜੀ।
ਬਿਲਕੁਲ ਠੀਕ ਹੈ ਜੀ। ਵੈਸੇ ਵੀ ਪ੍ਰਮਾਤਮਾ ਸਾਡੇ ਔਗਣ ਵੇਂਦਾ ਵੀ ਨਹੀਂ ਵੇਂਦਾ। ਆਪਾਂ ਔਗਣਾਂ ਨੂੰ ਦੂਰ ਥੋੜੀ ਕਰ ਸਕਦੇ ਹਾਂ। ਕੌਣ ਕਰ ਸਕਦਾ? ਬਾਣੀ 'ਚ ਲਿਖਿਆ ਕਿ ਮੈਂ ਔਗਣ ਦੂਰ ਕਰ ਲਏ? ਕਿਤੇ ਕਿਹਾ ਬਾਣੀ 'ਚ ਕਿਹਾ ਕਿਤੇ ਕਿ ਮੈਨੂੰ ਆਪਣੇ ਆਪ ਹੀ ਮੈਂ ਵਿਵੇਕ ਬੁੱਧੀ ਨੂੰ ਪ੍ਰਾਪਤ ਕਰ ਲਿਆ? ਉਹ ਕਹਿੰਦੇ ਦੀਜੀਏ ਬੁੱਧ ਵਿਵੇਕਾ, ਮੈਨੂੰ ਦੇ ਦਿਓ। ਫਿਰ ਉਹ ਕਹਿੰਦੇ ਆ ਕਿ ਕਿਲੇ ਨੂੰ ਜਿੱਤਣ ਦਾ ਤਰੀਕਾ ਵੀ ਮੈਨੂੰ ਦੱਸੋ ਤੁਸੀਂ। ਹਾਂ, ਪਰਮਾਤਮਾ ਕੋ ਮੰਗਦੇ ਆ। ਸੰਗਤ ਵੀ ਕਹਿੰਦੇ ਆ ਪਰਮਾਤਮਾ ਤੂੰ ਦੇ, ਗਿਆਨ ਕਰਾਉਣ ਵਾਲਾ ਬੰਦਾ ਵੀ ਪਰਮਾਤਮਾ ਤੂੰ ਦੇ। ਕਿਤੇ ਸੁਣਿਆ ਉਹਨਾਂ ਕਿਹਾ ਕਿ ਮੈਨੂੰ ਬੰਦੇ ਕੋ ਮੈਂ ਲੈ ਲੈਣਾ? ਕਹਿੰਦੇ ਉਹ ਨਿਜਰ ਸਾਹਿਬ ਕਿ ਬ੍ਰਹਮ ਗਿਆਨੀ ਨੇ ਕਿਹਾ ਇਹ ਗੱਲ? ਨਾ, ਬਿਲਕੁਲ ਨਹੀਂ ਕਿਹਾ। ਕਿਉਂ ਨਹੀਂ ਕਿਹਾ? ਗਿਆਨ ਨੂੰ ਪਛਾਣਨ ਲਈ ਵੀ ਤੇ ਗਿਆਨ ਚਾਹੀਦਾ ਨਾ। ਬਿਲਕੁਲ। ਇਹ ਨਹੀਂ ਤੁਸੀਂ ਕੀ ਸੋਚਦੇ? ਉਸ ਸਮੇਂ ਤੇ ਸੰਤ ਨਹੀਂ ਹੈਗੇ ਸੀ, ਭੀੜਾਂ ਦੀਆਂ ਭੀੜਾਂ ਪਈਆਂ ਸੀ। ਉਹਨਾਂ ਕੋਲ ਜਾ ਕੇ ਕਿਉਂ ਨਹੀਂ ਕਹਿੰਦੇ ਕਿ ਨਾਮ ਲੈ ਲੈਂਦੇ? ਉਹ ਪ੍ਰਮਾਤਮਾ ਕੋ ਮੰਗਣ ਦੀ ਲੋੜ ਪਈ। ਉਹ ਉਹਨਾਂ ਨੂੰ ਪਤਾ ਸੀ ਉਧਰ ਚੀਜ਼ ਹੀ ਔਰ ਕੋ ਆ, ਇੰਨਾ ਕਿਸੇ ਕੋਈ ਨਹੀਂ ਹੈਗੀ। ਤੇ ਠੀਕ ਹੈ, ਬਹੁਤ ਵਧੀਆ ਨਿੱਜਰ ਸਾਹਿਬ, ਅੱਜ ਦੇ ਵਿਚਾਰ ਕਾਫੀ ਵਧੀਆ। ਹਾਂਜੀ ਬਿਲਕੁਲ ਜੀ। ਸਾਧ ਸੰਗਤ ਜੀ ਬਸ ਆਪ ਮਾਰਗਦਰਸ਼ਨ ਲਓ ਤੇ ਬਹੁਤ ਸੋਹਣੀ ਬਾਣੀ ਚੱਲ ਰਹੀ ਆ। ਵੈਸੇ ਤੇ ਮੋਸਟਲੀ ਸਾਰੇ ਸਵਾਲਾਂ ਦੇ ਜਵਾਬ ਅੰਦਰ ਹੈਗੇ ਆ। ਤੁਸੀਂ ਆਪ ਵੀ ਪੜ੍ਹੇ ਲਿਖੇ ਜੋ, YouTube ਤੇ ਜਾ ਕੇ ਨਾ ਇੱਕ ਵਾਰੀ ਇਕੱਲੇ ਵੀ ਸੁਣ ਲਿਆ ਕਰੋ, ਫਿਰ ਵਿਚਾਰ ਕਰੋ। ਉਹ ਕਰਨਾ ਉਹਦਾ ਬਾਣੀ ਤੇ ਆੜੀ ਕਥਾ ਸੁਣੋਗੇ ਨਾ, ਇਹ ਬਹੁਤ ਫਾਸਟ ਭੱਜਦੀ ਹੈ। ਤੁਸੀਂ ਅਸਲੀ ਕਥਾ ਜਿਹੜੀ ਹੈ ਨਾ, ਜਦੋਂ ਤੁਸੀਂ ਵਿਹਲੇ ਹੁੰਦੇ ਜੋ ਟਾਈਮ ਮਿਲੇ, 1 ਘੰਟਾ ਫੇਰ ਲੱਗਣਾ ਤੁਹਾਡਾ। ਇਹਨੂੰ ਪਲੀਜ਼ YouTube ਤੇ ਜਾ ਕੇ ਨਾ ਉੱਥੇ ਵੇਖਣਾ ਵਾ ਇਹ ਜਿਹੜੀ ਗੱਲ ਕਿਉਂ ਕਹੀ, ਇੱਥੇ ਗਾਲੀ ਕੀ ਹੈ, ਇੱਥੇ ਏਦਾਂ ਕਿਉਂ ਕਿਹਾ। ਪੂਰੀ ਫਿਲਮ ਤੁਹਾਡੇ ਅੰਦਰ ਪੂਰੀ ਫਿੱਟ ਪਊਗੀ। ਇਹ ਗਿਆਨ ਵੀ ਮਿਲੇਗਾ, ਪੂਰਾ ਗਿਆਨ। ਗੋਰਖੀ ਸਾਹਿਬ ਇਹਦੇ ਨਾ YouTube ਦੇ ਉੱਤੇ ਜਾ ਕੇ ਸੰਗਤ ਨੇ ਕਿਸ ਤਰ੍ਹਾਂ ਜਿਹੜਾ, ਹੁਣ ਮੰਨ ਲਓ ਮੈਂ ਲੇਮੈਨ ਹੈਗਾ, ਮੈਨੂੰ ਨਹੀਂ ਪਤਾ ਵੀ ਕਿਹੜੀ ਚੈਨਲ ਆ ਕੀ ਹੈਗਾ, ਤੇ ਉੱਥੇ ਕੀ ਟਾਈਪ ਕਰਨਾ ਹੈ YouTube ਦੇ ਵਿੱਚ ਜਾ ਕੇ? ਬਸ ਉੱਥੇ ਜਿਵੇਂ ਆ ਲਿੰਕ ਹੈਗਾ ਗਰੁੱਪ 'ਚ, ਲਿੰਕ ਕਲਿੱਕ ਕਰ ਲਓ ਤੇ ਨੀਚੇ ਸਾ ਫਾਸਟ ਨਹੀਂ ਹੈਗਾ। ਨਹੀਂ ਲਿੰਕ ਆਪਾਂ ਲਿੰਕ ਮੰਨ ਲਓ ਲਿੰਕ ਵੀ ਨਹੀਂ ਹੈਗਾ ਕਿਸੇ ਕੋਲ। ਇਹ ਤਾਂ ਲਿੰਕ ਜਿਹੜਾ ਹੈਗਾ, ਹੁਣ ਲਿੰਕ ਆ ਰਿਹਾ ਹੈ ਆਪਣਾ, ਇਹ ਲਿੰਕ ਤਾਂ ਖਤਮ ਹੋ ਜਾਣਾ, ਮੀਟਿੰਗ ਖਤਮ ਹੋ ਗਈ ਤੇ ਇਸ ਤੋਂ ਬਾਅਦ ਲਿੰਕ ਵੀ ਖਤਮ ਹੋ ਜਾਣਾ। ਇਸ ਤੋਂ ਬਾਅਦ ਜਿਹੜਾ ਹਾਂ ਨਹੀਂ, ਜਿਹੜਾ ਤੁਸੀਂ ਪਾਉਂਦੇ ਜੋ ਨਿੱਜਰ ਸਾਹਿਬ, ਜਿਹੜਾ ਤੁਸੀਂ ਲਿੰਕ ਪਾਉਂਦੇ ਜੋ, ਅੱਛਾ ਪ੍ਰੋਸੈਸ ਕਰਨ ਤੋਂ ਬਾਅਦ, ਅੱਛਾ ਉਹ ਜਿਹੜਾ ਲਿੰਕ, ਹਾਂ ਉਹ ਲਿੰਕ ਪਾ ਦਿੰਦੇ। ਠੀਕ ਹੈ, ਉਹ ਲਿੰਕ ਤਾਂ ਠੀਕ ਹੈ। ਮੰਨ ਲਓ ਜੇ ਉਹ ਲੋਂਗ ਲਿੰਕ ਵੀ ਨਹੀਂ ਹੈ, ਕੋਈ ਆਦਮੀ ਨੂੰ ਪਤਾ ਹੀ ਨਹੀਂ ਹੈ ਕੁਛ ਵੀ, ਬਈ ਮੈਨੂੰ ਜਿਹੜਾ ਹੈਗਾ ਹੁਣ ਆਹ ਚੈਨਲ ਜਿਹੜੀ ਹੈਗੀ, ਇਹ ਚੈਨਲ ਚਾਹੀਦੀ, ਆਤਮ ਗਿਆਨ ਦੀ ਚੈਨਲ ਚਾਹੀਦੀ ਹੈ YouTube ਤੇ ਉੱਥੇ ਮੈਂ ਕੀ ਟਾਈਪ ਕਰਾਂ? ਉਹ ਚਾਹੀਦਾ ਮੈਨੂੰ ਤਾਂ। ਇੱਕ ਰੋਜ਼ ਨੇ ਜਿਸ ਤੁਸੀਂ ਤੇ ਮੈਨੂੰ 83 ਦੇ ਗੇੜੇ 'ਚ ਪਾਤਾ ਹੈ ਮੇਰਾ। ਨਹੀਂ ਕੋਈ ਨਹੀਂ ਗੋਰਖ ਸਾਹਿਬ, ਆਪਾਂ ਏਦਾਂ ਕਰੋ ਕਿ 1 ਮਿੰਟ 84 ਦੇ ਗੇੜੇ 'ਚ ਪਾਤਾ। ਇਹਨੇ ਤੇ ਹੀ ਮਸ਼ਹੂਰ ਨੇ। नहीं, वो YouTube ਤੇ ਜਾ ਕੇ ਆਤਮ ਗਿਆਨ ਸਰਚ ਕਰਨਾ ਹੈਗਾ। ਸਰਚ ਕਰੋਗੇ ਤਾਂ ਫਿਰ ਉਹ ਆ ਜਾਏਗਾ। ਹਾਂ, ਨਹੀਂ ਆਤਮ ਗਿਆਨ ਦੇ ਨਾਲ ਬਹੁਤ ਗਿਆਨ ਆ ਜਾਏਗਾ, ਬਹੁਤ ਲੋਕਾਂ ਦਾ ਆ ਜਾਏਗਾ। ਵੀਰ ਜੀ ਦਾ ਨਾਮ ਵੀ ਲਿਖੋਗੇ, ਵੀਰ ਜੀ ਦਾ ਨਾਮ ਵੀ ਲਿਖੋਗੇ ਤੇ ਤਾਂ ਵੀ ਖੁੱਲ ਜਾਂਦਾ ਚੈਨਲ ਨਾ। ਚਲੋ ਮਤਲਬ ਆਪਾਂ ਨੂੰ ਨਾ ਇਹਦਾ ਮਤਲਬ ਆਪਾਂ ਇਹ ਕੱਲ ਨੂੰ ਵੀ ਦੱਸ ਦਾਂਗੇ, ਕੋਈ ਪ੍ਰੋਬਲਮ ਨਹੀਂ ਗੋਰਖੀ ਸਾਹਿਬ, ਦੇ ਦਾਂਗੇ ਆਪਾਂ। ਹਾਂ ਨਹੀਂ, ਆ ਵੀ ਕਾਫੀ ਹੱਦ ਤੱਕ ਸਹੀ ਪਹੁੰਚੇ ਨੇ। ਉੱਥੇ ਮੇਰਾ ਨਾਂ ਹੈਗਾ ਚਰਨਜੀਤ। ਜਦੋਂ ਗੋਰਖੀ ਪਾ ਦੋ ਜਾਂ ਨਿੱਜਰ ਸਾਹਿਬ ਪਾ ਦੋਗੇ ਨਾ, ਤਾਂ ਵੀ ਚੈਨਲ ਆ ਜਾਣਾ। ਚਲੋ ਆਤਮ ਗਿਆਨ ਪਾ ਕੇ ਵੀ ਨਿਕਲ ਜਾਂਦਾ ਜੀ। ਚਲੋ ਠੀਕ ਹੈ। ਅੱਛਾ ਮੇਰੇ ਬਹੁਤ ਵਧੀਆ, ਬਹੁਤ ਵਧੀਆ। ਸੰਗਤ ਬਹੁਤ ਤੇਜ਼ ਹੈ। ਮੈਂ ਤਾਂ ਕਰਦਾ ਤੇ ਲੋਕਾਂ ਦੇ ਚੈਨਲ ਕਹਿੰਦੇ, ਆਪਣਾ ਚੈਨਲ ਤੇ ਆਉਂਦਾ ਨਹੀਂ ਪਿਆ। ਆਤਮ ਗਿਆਨ ਸਾਧਨਾ ਭਾਜੀ, ਆਤਮ ਗਿਆਨ ਸਾਧਨਾ, ਆ ਸਹੀ ਹੈ ਜੀ, ਆ ਬਿਲਕੁਲ ਸਹੀ। ਆਤਮ ਗਿਆਨ ਸਾਧਨਾ, ਹਾਂ ਆਤਮ ਗਿਆਨ ਸਾਧਨਾ। ਠੀਕ ਹੈ ਜੀ ਸਾਧ ਸੰਗਤ ਜੀ, ਅੱਜ ਦੇ ਵਿਚਾਰ ਇੱਥੇ ਸਮਾਪਤ ਕਰੀਏ। ਬਿਲਕੁਲ ਜੀ, ਬਹੁਤ ਵਧੀਆ, ਬਸ ਠੀਕ ਹੈ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰ ਪ੍ਰਸਾਦ। ਹੈ ਮੇਰੇ ਪਿਤਾ ਗਰੀਬ ਨਵਾਜ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਵਿੱਚ ਸੁਣ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮਦਨ ਬਖਸ਼ਣਾ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ। ਮੇਰੇ ਪਿਤਾ ਜੀ, ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ। ਆਪ ਮਿਹਰ ਕਰੋ ਮੇਰੇ ਮਾਲਿਕ, ਸੰਗਤ ਬਖਸ਼ੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ